ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗਜ ਨਵ ਗਜ 10 ਗਜ 21 ਪੁਰੀਆ ਏਕ ਤਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗ ਜੀਓ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਜੋ ਚੱਲ ਰਿਹਾ ਹੈ, ਗੌੜੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ, ਉਹਦੇ ਵਿੱਚੋਂ ਵੀ ਕਬੀਰ ਸਾਹਿਬ ਜੀ ਦੇ ਸ਼ਬਦ ਜਿਨ੍ਹਾਂ ਦੀ ਵਿਚਾਰ ਹੋ ਰਹੀ ਹੈ। ਜਿਸ ਸ਼ਬਦ ਦਾ ਜਿਹਨੇ ਪਾਠ ਸਰਵਣ ਕੀਤਾ ਹੈ, ਇਸ ਦੇ ਵਿੱਚ ਬੜਾ ਗੂੜ੍ਹ ਸਿਧਾਂਤ ਹੈ। ਜੋ ਇਸ ਦੀ ਵਿਚਾਰ ਹੈ, ਉਥਾਨਕਾ ਹੈ, ਉਹ ਇਸ ਪ੍ਰਕਾਰ ਹੈ ਵੀ ਪਿੱਛੇ ਜਿਹੜਾ ਸ਼ਬਦ ਆਇਆ ਸੀ, ਕੋਰੇ ਪੰਡਤ ਬਾਮਨ ਕਵ ਕੇ ਹੋਏ, ਤੇ ਉਹ ਸ਼ਬਦ ਦੀ ਜਿਹੜੀ ਉਥਾਨਕਾ ਸੀ 324 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ, ਉਹੀ ਉਥਾਨਕਾ ਹੈ ਇਸ ਦੀ। ਇਹ ਸ਼ਬਦ ਵੀ ਉਹਦੇ ਨਾਲ ਹੀ ਸੰਬੰਧ ਰੱਖਦਾ ਹੈ। ਕਬੀਰ ਸਾਹਿਬ ਕਾਂਸੀ ਦੇ ਵਿੱਚ ਨਿਵਾਸ ਰੱਖਦੇ ਸੀ, ਤਾਂ ਉਸ ਵੇਲੇ ਉੱਥੇ ਇੱਕ ਦਿਗਵਿਜੇ ਬ੍ਰਾਹਮਣ ਆਇਆ ਸੀ ਤੇ ਉਹਦੇ ਪ੍ਰਥਾ ਇਹ ਸ਼ਬਦ ਉਚਾਰਨ ਕੀਤਾ। ਉਹਨੇ ਕਾਂਸੀ ਦੇ ਵਿੱਚ ਆ ਕੇ ਡੌਂਡੀ ਪਟਵਾ ਦਿੱਤੀ। ਉਹਨੇ ਸਾਰਿਆਂ ਨੂੰ ਚੁਣੌਤੀ ਦੇ ਦਿੱਤੀ ਵੀ ਜਿੰਨੇ ਵੀ ਕਾਂਸੀ ਦੇ ਤੁਸੀਂ ਵਿਦਵਾਨ ਹੋ, ਮੇਰੇ ਨਾਲ ਸ਼ਾਸਤਰ ਅਰਥ ਦਾ ਮੁਕਾਬਲਾ ਕਰੋ। ਜੇ ਮੈਂ ਜਿੱਤ ਗਿਆ ਤਾਂ ਫਿਰ ਸਮਝ ਲਿਓ ਵੀ ਕਾਂਸੀ ਹਾਰ ਗਈ। ਜੇ ਤੁਸੀਂ ਜਿੱਤ ਗਏ, ਮੈਂ ਸਮਝੂ ਵੀ ਸਾਰਾ ਸੰਸਾਰ ਹੀ ਜਿੱਤ ਲਿਆ ਤੁਸੀਂ। ਦਿਗਵਿਜੇ ਹੈ ਮੇਰੀ, ਕਿਉਂਕਿ ਮੈਂ ਸਾਰਿਆਂ ਨੂੰ ਜਿੱਤ ਕੇ ਆਇਆ। ਮੈਂ ਸਮਝੂ ਵੀ ਸਾਰਾ ਜਗਤ ਜਿੱਤ ਲਿਆ ਤੁਸੀਂ, ਸਾਰਾ ਜਗਤ ਹਾਰ ਗਿਆ। ਬ੍ਰਾਹਮਣਾਂ ਨੇ ਸੋਚਿਆ ਵੀ ਪੰਡਤ ਬੜਾ ਵਿਦਵਾਨ ਹੈ, ਨਿਆਂ ਦੀਆਂ ਜੁਗਤੀਆਂ ਬੜੀਆਂ ਇਹਦੇ ਕੋਲ। ਜੇ ਅਸੀਂ ਹਾਰ ਗਏ, ਕਾਂਸੀ ਦਾ ਅਪਮਾਨ ਹੋਏਗਾ। ਸ਼ਿਵ ਜੀ ਦੀ ਪੁਰੀ ਹੈ, ਉਹਨਾਂ ਨੇ ਵਿਉਂਤ ਬਣਾਈ ਵੀ ਇਉਂ ਕਰੋ। ਉਹ ਵੀ ਤਾਂ ਕਬੀਰ ਆਪਾਂ ਨੂੰ ਗੱਲ ਨਹੀਂ ਆਉਣ ਦਿੰਦਾ, ਇਹ ਮਰਿਆ ਸੱਪ ਕਬੀਰ ਦੇ ਗਲ ਪਾਓ। ਇਕੱਠੇ ਹੋ ਕੇ ਕਹਿਣ ਲੱਗੇ, ਹੇ ਬ੍ਰਾਹਮਣ, ਤੇਰੀ ਚੁਣੌਤੀ ਸਾਨੂੰ ਪ੍ਰਵਾਨ ਹੈ। ਸਾਡੇ ਵੱਲੋਂ ਕਬੀਰ ਸਾਹਿਬ ਤੇਰੀਆਂ ਗੱਲਾਂ ਦਾ ਉੱਤਰ ਦੇਣਗੇ, ਚਰਚਾ ਕਬੀਰ ਨਾਲ ਹੋਊ ਤੇਰੀ। ਕਹਿਣ ਲੱਗਾ, ਕੋਈ ਨਹੀਂ, ਜਿਹੜਾ ਮਰਜ਼ੀ ਲਿਆਓ, ਮੈਂ ਤਾਂ ਚਰਚਾ ਹੀ ਕਰਨੀ ਹੈ। ਪੰਡਤਾਂ ਨੇ ਸੋਚਿਆ ਵੀ ਜੇ ਤਾਂ ਕਬੀਰ ਹਾਰ ਗਿਆ ਤਾਂ ਅਸੀਂ ਕਹਾਂਗੇ ਪੰਡਤ ਨੂੰ ਵੀ ਕਾਹਦੀ ਵਿਦਵਾਨੀਆਂ ਤੇਰੀ, ਇੱਕ ਜਲਾਹੇ ਨੂੰ ਹੀ ਹਰਾਇਆ ਤਾਂ ਕੋਈ ਵਿਦਵਾਨ ਥੋੜੀ ਸੀ, ਕਾਂਸੀ ਦਾ ਪੜਿਆ ਹੋਇਆ। ਜੇ ਕਬੀਰ ਜਿੱਤ ਗਿਆ ਤਾਂ ਫਿਰ ਕਹਾਂਗੇ ਕਾਂਸੀ ਜਿੱਤ ਗਈ। ਐਡੇ ਚਲਾਕ ਦੇਖੇ ਬ੍ਰਾਹਮਣ। ਉਹਨੂੰ ਲੈ ਕੇ ਕਬੀਰ ਸਾਹਿਬ ਦੇ ਕੋਲ ਆ ਗਏ। ਕਬੀਰ ਸਾਹਿਬ ਜੀ ਅੱਗੇ ਤਾਣਾ ਬਾਣਾ ਤਨ ਰਹੇ ਸੀ। ਉਹ ਆ ਕੇ ਕਹਿੰਦਾ, ਓਹੋ, ਕਿੱਥੇ ਲਾਇਆ ਤੁਸੀਂ ਮੈਨੂੰ ਜਲਾਹੇ ਦੇ ਕੋਲ? ਮੈਂ ਤਾਂ ਕਿਹਾ ਕਿਤੇ ਕੋਈ ਵਿਦਵਾਨ ਹੋਊਗਾ, ਇਹਦਾ ਮਾਮੂਲੀ ਜਲਾਹ ਹੈ ਜਿਹਦੇ ਕੋਲ ਲੈ ਕੇ ਆਏ ਹੋ। ਇਹ ਚਰਚਾ ਕੀ ਗੁਰੂ ਮੇਰੇ ਨਾਲ? ਹੰਕਾਰ ਵਿੱਚ ਬੋਲਿਆ। ਤਾਂ ਕਬੀਰ ਸਾਹਿਬ ਜੀ ਨੇ ਫਿਰ ਜਲਾਹੇ ਦੇ ਪ੍ਰਕਰਨ ਨਾਲ ਉਹਨਾਂ ਨੇ ਵਿਚਾਰ ਆਰੰਭ ਕੀਤੀ ਹੈ। ਕਹਿਣ ਲੱਗੇ, ਤਾਣਾ ਬਾਣਾ ਛੱਡ ਕੇ ਕਹਿੰਦੇ, ਪੰਡਤ ਜੀ, ਇਹ ਇਕੱਲਾ ਮੈਂ ਹੀ ਜਲਾਹਾ ਥੋੜਾ, ਤੂੰ ਵੀ ਤਾਂ ਜਲਾਹਾ ਹੀ ਹੈ। ਉਹ ਕਹਿੰਦਾ, ਹਮ ਜਲਾਹੇ ਕੈਸੇ ਹੈ? ਬ੍ਰਾਹਮਣ ਹੈ ਮੈਂ। ਕਹਿੰਦਾ, ਤੇਰਾ ਬਾਪ ਵੀ ਜਲਾਹਾ, ਤੇਰਾ ਦਾਦਾ ਵੀ ਜਲਾਹਾ, ਤੇਰਾ ਨਗੜ ਦਾਦਾ ਵੀ ਜਲਾਹਾ, ਖਾਨਦਾਨ ਜਲਾਹਿਆਂ ਦਾ ਤੁਹਾਡਾ। ਉਹ ਲੋਹਾ ਲਾਖਾ ਹੋਇਆ। ਕਹਿੰਦਾ, ਉਹ ਜਲਾਹਿਆ ਤੇਰਾ ਦਿਮਾਗ ਖਰਾਬ ਹੋਇਆ, ਚਰਚਾ ਕਰਨ ਦੀ ਬਜਾਏ ਤੂੰ ਬੜੀਆਂ ਕਸੂਤੀਆਂ ਗੱਲਾਂ ਕਰਦਾ। ਉਹ ਕਹਿੰਦਾ, ਜੀਵ ਵੀ ਜਲਾਹਾ ਹੈ, ਈਸ਼ਵਰ ਵੀ ਜਲਾਹਾ ਹੈ, ਬ੍ਰਹਮਾ ਵੀ ਜਲਾਹਾ ਹੈ ਕੌਣ ਜਿਹੜਾ ਜਲਾਹਾ ਨਹੀਂ ਹੈ? ਫਿਰ ਉਹ ਥੋੜਾ ਜਿਹਾ ਟਿਕਿਆ। ਉਹਨੇ ਕਿਹਾ ਵੀ ਗੱਲ ਕੁਛ ਪਤੇ ਦੀ ਕਰ ਰਿਹਾ। ਉਸ ਵੇਲੇ ਕਹਿਣ ਲੱਗੇ, ਹਾਂ ਚਰਚਾ ਕਰ। ਚਰਚਾ ਕਰਨ ਵੇਲੇ ਸ਼ਬਦ ਉਚਾਰਨ ਕੀਤਾ, ਬੋਲੋ ਜੀ ਗੌੜੀ।
ਗੌੜੀ ਰਾਗਣੀ ਹੈ। ਇਹਦੇ ਵਿੱਚ ਫਿਰ ਸ਼ਬਦ ਉਚਾਰਨ ਕੀਤਾ ਹੈ ਕਿ ਇਹ ਸ਼ਬਦ ਦੀ ਜਿਹੜੀ ਵਿਚਾਰ ਹੈ, ਪਹਿਲਾਂ ਤੁਸੀਂ ਤੁਕ ਪੜ੍ਹ ਲਓ ਜੀ, ਉਦੋਂ ਬਾਅਦ ਫਿਰ ਆਪਾਂ ਰਹਾਉਲੀ ਤੁਕ ਲਗਾਂਗੇ। ਗਜ ਨਵ ਗਜ 10 ਗਜ 21। ਇਹ ਜਿਹੜਾ ਸ਼ਬਦ ਤਾਂ ਸ਼ੁਰੂ ਤਾਂ ਹੁੰਦਾ ਇੱਥੋਂ, ਪਰ ਇਹਦੇ ਅਰਥ ਜਿਹੜੇ ਅਰਥਾਂ ਦੀ ਲੜੀ ਜਿਹੜੀ ਹੈ ਉਹ ਰਹਾਉ ਤੋਂ ਜੁੜੇਗੀ। ਇਸ ਕਰਕੇ ਆਪਾਂ ਇਹਦੇ ਅਰਥ ਬਾਅਦ ਚ ਕਰਾਂਗੇ, ਪਹਿਲਾਂ ਰਹਾਉ ਦੀ ਤੁਕ ਦੇ ਅਰਥ ਹੋਣਗੇ। ਰਹਾਉਲੀ ਤੁਕ ਬੋਲੋ ਜੀ। ਗਈ ਬਨਾਵਨ ਮਾਹੋ। ਇਹ ਇਸ ਤਰ੍ਹਾਂ ਵੀ ਇੱਕ ਜਲਾਹਾ ਸੀ ਤੇ ਕੰਮ ਤਾਂ ਖੱਡੀ ਦਾ ਬੜਾ ਸੋਹਣਾ ਜਾਣਦਾ ਸੀ, ਬਸਤਰ ਬਹੁਤ ਸੋਹਣੇ ਬਣਾਉਂਦਾ ਸੀ। ਇਸ ਕਰਕੇ ਲੋਕ ਚੰਗੇ ਚੰਗੇ ਸ਼ਾਹੂਕਾਰ ਇਹਦੇ ਕੋਲੋਂ ਬਸਤਰ ਬਣਾਉਂਦੇ। ਕਈ ਵਾਰ ਦੇਖਿਆ ਵੀ ਜਿਹੜੇ ਚੰਗੇ ਚੰਗੇ ਹੁਨਰ ਵਾਲੇ ਲੋਕ ਨੇ, ਉਹਨਾਂ ਦੇ ਵਿੱਚ ਨਾ ਕਈ ਐਬ ਪੈ ਜਾਂਦੇ ਨੇ। ਇਹਦੇ ਕੋਲ ਲੋਕ ਬੜੇ ਬੜੇ ਅਮੀਰ ਆਉਂਦੇ ਸੀ, 4 ਪੈਸੇ ਹੋ ਗਏ, ਜੂਆ ਖੇਡਣ ਲੱਗ ਗਿਆ, ਸ਼ਰਾਬ ਪੀਣ ਲੱਗ ਗਿਆ। ਇੱਕ ਕੋਈ ਅਮੀਰ ਸ਼ਾਹੂਕਾਰ ਦਾ ਬਸਤਰ ਬੁਣਨ ਵਾਸਤੇ ਇਹਨੇ ਵਾਅਦਾ ਕੀਤਾ ਵੀ ਮੈਂ ਬਣਾ ਦੂੰਗਾ, ਬਣਾਇਆ ਹੈ ਨਾ, ਜੂਆ ਖੇਡੀ ਜਾਇਆ ਕਰੇ, ਸ਼ਰਾਬ ਪੀ ਲਿਆ। ਇਹਦੇ ਘਰ ਵਾਲੀ ਸੀ ਮਾਹੋ, ਉਹਦਾ ਨਾਂ ਸੀ ਮਾਹੋ। ਮਾਹੋ ਨੇ ਸੋਚਿਆ ਵੀ ਮੇਰੇ ਘਰ ਵਾਲਾ ਤਾਂ ਨਾ ਉਜਾੜ ਕੇ ਰੱਖ ਦੂ ਸਾਰਾ ਕੁਝ, ਵੀ ਉਧਰ ਸ਼ਾਹੂਕਾਰ ਨਾਲ ਵਾਅਦਾ ਕੀਤਾ ਹੈ ਬਸਤਰ ਛੇਤੀ ਬਣਾ ਕੇ ਦਿਓ, ਉਹ ਖੇਡਦਾ ਜੂਆ। ਇਹ ਫਿਰ ਜਿਹੜੀ ਜਲਾਹੀ ਸੀ ਜਿਹਦਾ ਨਾਮ ਮਾਹੋ ਸੀ, ਉਹ ਉਹਦੇ ਕੋਲ ਜਾਂਦੀ ਹੈ। ਪਹਿਲਾਂ ਤਾਂ ਕਬੀਰ ਸਾਹਿਬ ਉਹਦਾ ਪ੍ਰਸੰਗ ਲਿਖਦੇ ਨੇ ਸਾਰਾ, ਇਹਨੂੰ ਦ੍ਰਿਸ਼ਟਾਂਤ ਬਣਾਉਣਗੇ। ਰਹਾਲੀ ਤੁਕ ਬੋਲੋ ਜੀ। ਗਈ ਬਨਾਵਨ ਮਾਹੋ। ਮਾਹੋ ਨਾਮ ਦੀ ਜੁਲਾਹੀ ਕਾਹਦੇ ਵਾਸਤੇ ਗਈ? ਜਿੱਥੇ ਜੂਆ ਖੇਡਦਾ ਸੀ ਘਰ ਵਾਲਾ ਉਹਦਾ ਜੁਲਾਹਾ। ਬੁਨਾਵਨ ਬਸਤਰ ਬਣਾਉਣ, ਬਸਤਰ ਦੇ ਤਾਣਾ ਤਣਾਉਣ ਵਾਸਤੇ ਜਲਾਹੇ ਦੇ ਕੋਲ ਗਈ। ਜਾ ਕੇ ਕੀ ਕਿਹਾ ਹੈ? ਘਰ ਛੋੜਿਆ ਜਾਏ ਜੁਲਾਹੋ। ਕਹਿਣ ਲੱਗੀ, ਉਹ ਭਲਿਆ ਮਾਨਸਾ, ਤੂੰ ਘਰ ਛੱਡ ਕੇ ਜੂਆ ਖੇਡੀ ਜਾਣਾ, ਸ਼ਰਾਬ ਪੀ ਜਾਣਾ, ਹੇ ਜੁਲਾਹੇ ਤੂੰ ਆਪਣਾ ਘਰ ਛੱਡ ਕੇ ਇੱਥੇ ਕੀ ਕਰਦਾ? ਕੰਮ ਤੂੰ ਛੱਡੀ ਫਿਰਦਾ, ਛੋੜਿਆ ਤੈਂ ਕੰਮ ਛੱਡ ਦਿੱਤਾ ਹੈ ਬਾਹਰ ਜਾ ਕਰਕੇ, ਤੇ ਤੂੰ ਇੱਥੇ ਬੈਠਾ ਹੋਇਆ। ਤੂੰ ਇਸ ਕਰਕੇ ਤਾਣੀ ਦੱਸ ਕੌਣ ਤਣੂਗਾ? ਤੇਰਾ ਕੰਮ ਤੈਂ ਨਿਆਣੇ ਭੁੱਖੇ ਮਾਰਨੇ ਨੇ। ਇਸ ਕਰਕੇ ਤੂੰ ਜਲਾਹਿਆ ਆਪਣਾ ਜਿਹੜਾ ਘਰ ਛੋੜਿਆ, ਭੁੱਲਦੇ ਦੁਆਰੇ ਘਰ ਛੋੜਿਆ। ਘਰ ਛੋੜਿਆ ਜਾਏ ਜੁਲਾਹੋ। ਇਹ ਜੁਲਾਹੇ ਤੂੰ ਆਪਣਾ ਘਰ ਛੋੜਿਆ, ਛੱਡ ਕੇ ਬਾਹਰ ਜਾ ਕੇ ਬੈਠਾ, ਘਰ ਵਿੱਚ ਤਾਣੀ ਦੱਸ ਕੌਣ ਤਣੂਗਾ? ਜਲਾਹਾ ਅੱਗੋਂ ਕਹਿੰਦਾ ਅਜੇ ਤਾਣੀ ਮੈਂ ਮਿਣੀ ਨਹੀਂ ਹੈ। ਬਹਾਨਾ ਲਾਉਂਦਾ ਸੀ ਨਾ, ਨਸ਼ਈ ਬੰਦਾ ਬਹਾਨੇ ਬੜੇ ਲਾਉਂਦਾ। ਅਜੇ ਮੈਂ ਮਿਣੀ ਨਹੀਂ, ਮਿਲਣਾ ਫਿਰ ਬਣੂਗਾ। ਜੁਲਾਹੀ ਕਹਿਣ ਲੱਗੀ, ਕਿਉਂ ਝੂਠ ਬੋਲਦਾ? ਮਿਣਤੀ ਦਾ ਤਾਂ ਮੈਨੂੰ ਪਤਾ ਸਾਰੀ ਕਿੰਨੀ ਹੈ। ਕਹਿੰਦਾ ਕਿੰਨੀ ਹੈ? ਜਲਾਹੀ ਇਸ ਗੱਲੋਂ ਦਿਮਾਗੀ, ਉਹ ਕਹਿਣ ਲੱਗੀ ਮੈਂ ਦੱਸਦੀ ਹਾਂ। ਗਜ ਨਵ ਗਜ 10 ਗਜ 21। ਇਹ ਰਹਾਓ ਵਾਲੀ ਤੁਕ ਅੱਗੇ ਫੇਰ ਆ ਜਾਣੀ ਹੈ। ਅਸਥਾਈ ਬਣਾ ਲਈ ਹੈ, ਅਸਥਾਈ ਦੀ ਕਿ ਹੈ। ਕਹਿਣ ਲੱਗੀ ਜਲਾਹੀ, ਕਹਿੰਦੀ ਨਵ 9, ਕਹਿੰਦੀ 9 ਗਜ ਤਾਂ 1 ਹੈ, ਗਜ 10 ਗਜ 1 ਹੈ, ਗਜ 21 21 ਗਜ 1 ਹੈ। ਲੈ ਆ ਤਾਣੀ ਹੈ, ਤੂੰ ਕਹਿੰਦਾ ਮਿਲੀ ਨਹੀਂ। ਕਹਿੰਦੀ ਮੈਂ ਤੈਨੂੰ ਦੱਸਦੀ ਹਾਂ, ਐਸੀ ਹੈ। ਪੁਰੀਆ ਏਕ ਤਨਾਈ। ਇਉਂ 40 ਗਜ ਹੋ ਗਏ, 40 ਗਜ ਪੂਰੀ ਤਾਣੀ, ਤੂੰ ਕਹਿੰਦਾ ਮਿਲੀ ਨਹੀਂ ਹੈਗੀ। ਕਿਹੜੇ ਬਹਾਨੇ ਲਾ ਰਿਹਾ ਤੂੰ? ਜਲਾਹੀ ਨੇ ਲਾਜਵਾਬ ਕਰ ਦਿੱਤਾ। ਉਹ ਬ੍ਰਾਹਮਣ ਸੋਚਦਾ ਹੈ ਵੀ ਮੈਂ ਆਇਆ ਚਰਚਾ ਕਰਨੀ, ਕਿਹੜੀ ਕਹਾਣੀ ਸੁਣਾਉਣ ਲੱਗ ਗਿਆ ਜਲਾਹਿਆਂ ਦੀ। ਇਸ ਕਰਕੇ ਵੀ ਤੂੰ ਕਿਵੇਂ ਬਹਾਨਾ ਕਰਦਾ? ਅੱਗੇ ਦੱਸਦੇ ਹਨ 60 ਸੂਤ ਨਵਖੰਡ 72। ਇਹ ਜਿਹੜਾ 72 ਸ਼ਬਦ ਹੈ, ਇਹ ਅਧਿਕ ਸਹਿਤ ਬੋਲਣਾ ਹੈ। 72 ਕਹਿਣਾ, ਪੋਲਾ ਨਹੀਂ ਬੋਲਣਾ ਇਸ ਨੂੰ, ਅਧਿਕ ਸਹਿਤ ਹੈ। ਜਲਾਹੀ ਕਹਿਣ ਲੱਗੀ 60 ਨਾਮ ਹੈ 60 ਦਾ, 60 ਗਣਤ ਵਿਦਿਆ। ਕਹਿੰਦੇ 60 ਤਾਂ ਪਾਜੇ ਨੇ, ਸੂਤ ਦੇ ਜਣੀ ਧਾਗੇ, ਜਿਨ੍ਹਾਂ ਦੇ ਨਾਲ ਨਵਖੰਡ 9 ਤਾਣਿਆਂ ਦੇ ਵਿੱਚ ਕਾਨੇ ਪਾਏ ਹੋਏ ਨੇ। ਤੂੰ ਬਹਾਨੇ ਲਾਈ ਜਾਂਦੇ, ਉਹਨਾਂ ਦੇ ਨਾਲ ਤਣਿਆ ਹੋਇਆ। ਇਸ ਕਰਕੇ 72 ਤਰ੍ਹਾਂ ਦਾ
ਨਾਲ ਅਧਿਕਾਈ ਤੇ ਅਧਿਕ ਤੋਂ ਅਧਿਕ ਜਣੀ ਜਾਦੇ ਪਾਟ ਲੱਗੋ ਅਧਿਕਾਈ ਤੇ ਅਧਿਕ ਤੋਂ ਅਧਿਕ ਯਾਨੀ ਪਾਟ ਪੇਟਾ ਹੈ। ਇੱਕ ਤਾਣਾ ਹੁੰਦਾ, ਇੱਕ ਪੇਟਾ ਹੁੰਦਾ। ਸੂਤ ਇੱਕੋ ਜਿਹਾ ਹੁੰਦਾ ਦੋਨਾਂ 'ਚ। ਤਾਣਾ ਹੁੰਦਾ ਜਿਹੜਾ ਲੰਮਾ ਜਿਹਾ ਤਣਿਆ ਹੁੰਦਾ ਤੇ ਪੇਟਾ ਜਿਹਦੇ ਨਾਲ ਬੁਣਦੇ ਹੈ। ਇਸ ਕਰਕੇ ਕਹਿੰਦਾ ਵੀ ਉਹ ਜਲਾਹੀ ਨੇ ਕਿਹਾ ਵੀ ਇਹ ਪੇਟਾ ਲੱਗਿਆ ਹੋਇਆ, ਪੇਟਾ ਤਿਆਰ, ਤਾਣਾ ਤਿਆਰ, ਕਾਨੇ ਤਿਆਰ, ਤੂੰ ਇਹ ਕਹੀ ਜਾਂਦਾ ਵੀ ਉੱਥੇ ਬਹਾਨੇ ਕਿਉਂ ਲਾਉਣਾ, ਉੱਠ ਕੇ ਚੱਲ ਮੇਰੇ ਨਾਲ। ਜਿਹੜੀਆਂ ਸੁਗੜ ਬੀਬੀਆਂ ਨੇ ਉਹ ਆਪਣਾ ਘਰ ਬਰਬਾਦ ਨਹੀਂ ਹੋਣ ਦਿੰਦੀਆਂ, ਤੂੰ ਘਰ ਬਰਬਾਦ ਕਰਦਾ ਹੈ, ਚੱਲ ਕੇ ਆਪਣਾ ਕੰਮ ਕਰ। ਗਈ ਬੁਨਾਵਨ ਮਾਹੋ, ਇਹ ਮਾਹੋ ਜਲਾਹੀ ਗਈ ਸੀ ਉਹਦੇ ਕੋਲ ਬਣਾਉਣ ਵਾਸਤੇ ਵੀ ਕਿਉਂ ਢਿੱਲ ਕਰਦਾ ਹੈ। ਘਰ ਛੋੜਿਆ ਜਾਏ ਜੁਲਾਹੋ, ਇਹ ਜਲਾਹੇ ਘਰ ਛੋਡੀ ਕਿਉਂ ਬੈਠਾ ਹੈ। ਰਹਾਉ ਅਸਥਾਈ ਦੇ ਕੇ ਕਹਿੰਦੇ ਨੇ ਗਜੀ ਨਾ ਮਿਲੀਐ ਤੋਲ ਨਾ ਤੁਲੀਐ, ਜੇ ਤੂੰ ਕਹੇ ਗਜਾਂ ਨਾਲ ਇਹ ਨਾ ਨਹੀਂ ਮਿਣੀ ਹੈ ਤਾਂ ਫਿਰ ਮੈਂ ਤੈਨੂੰ ਦੱਸਦੀ ਹਾਂ ਵੀ ਇਹ ਤਾਂ ਪੂਰੀ ਮੈਂ ਤੈਨੂੰ ਗਿਣਤੀ ਕਰਕੇ ਦੱਸਦੀ ਵੀ 40 ਗਜ ਹੈ। ਜੇ ਤੂੰ ਕਹੇ ਗਜਾਂ ਨਾਲ ਨਹੀਂ ਮਿਣੀ ਹੋਈ, ਇਹ ਪੂਰੀ 40 ਗਜ ਪੂਰੀ ਹੈ। ਤੋਲ ਨਾ ਤੁਲੀਐ, ਜੇ ਤੂੰ ਕਹੇ ਵੀ ਤੋਲ ਵਿੱਚ ਪੂਰੀ ਨਹੀਂ ਤੋਲੀ ਹੋਈ, ਤੋਲਣ ਦੇ ਵਿੱਚ ਸੂਤ ਪੂਰਾ ਨਹੀਂ ਹੈ, ਤਾਂ ਫਿਰ ਮੈਂ ਤੈਨੂੰ ਦੱਸਦੀ ਹਾਂ ਇਹ ਵੀ ਪੂਰੀ ਹੈ। ਪਾਚਨ ਸਿਰ ਅਢਾਈ, ਤੇ ਕਹਿਣ ਲੱਗਾ ਵੀ ਜੇ ਤੂੰ ਕਹੇ ਵੀ ਜਿਹੜੀ ਪਾਣ ਹੈ, ਪਾਣ ਦਿੰਦੇ ਹੁੰਦੇ ਸੀ ਵੀ ਪਾਣ ਅਜੇ ਪੂਰੀ ਨਹੀਂ, ਤੇ ਕਹਿਣ ਲੱਗੀ ਵੀ ਇਹ ਸਾਰੇ ਤੇਰੇ ਬਹਾਨੇ ਨੇ ਤੇ ਪਾਣ ਪੂਰੀ ਨਹੀਂ ਮਿਲੀ। ਉਹ ਕਹਿਣ ਲੱਗੀ ਦੇਖ 2.5 ਸੇਰ ਪਾਚਨ ਪਾਣ ਵੀ ਆਈ ਪਈ ਹੈ, ਸਮਾਂ ਖਰਾਬ ਹੋ ਰਹੀ ਹੈ ਪਾਣ, 2.5 ਸੇਰ ਪਾਣ ਲੱਗਦੀ ਸੀ ਉਹਨੂੰ 40 ਗਜ ਨੂੰ। ਕਹਿੰਦੀ ਉਹ ਵੀ ਤਿਆਰ ਹੈ। ਜੋ ਕਰ ਪਾਚਨ ਬੇਗ ਨਾ ਪਾਵੈ, ਤੇ ਇਹਨੂੰ ਪਾਚਨੇ ਕਹਿੰਦਾ, ਪਾਚਨ ਨਾ ਕਹਿ ਹੋ ਜਵੇ। ਜੋ ਕਰ ਪਾਚਨ ਬੇਗ ਨਾ ਪਾਵੈ, ਜੇ ਕਰਕੇ ਪਾਚਨ ਪਾਣ ਨੂੰ ਬੇਗ ਕਾਲੀ ਦੇ ਨਾਲ ਤੂੰ ਨਾ ਪਾਵੇਂ, ਪਾਵੇਂਗਾ ਨਹੀਂ ਤਾਂ ਫਿਰ ਝਗਰ ਕਰੈ ਘਰ ਹਾਈ। ਇਹ ਫਿਰ ਤੈਨੂੰ ਪਤਾ ਵੀ ਹਾਈ ਨਾਮ ਹੈ ਦਾ, ਜਿਹਦੀ ਇਹ ਸੂਤ ਹੈ, ਜਿਹਨੇ ਬਸਤਰ ਬਣਾਉਣਾ ਹੈ, ਉਹ ਸ਼ਾਹੂਕਾਰ ਘਰ ਵਿੱਚ ਆ ਕੇ ਝਗੜਾ ਕਰੂਗਾ ਵੀ ਤੁਸੀਂ ਨਾਲੇ ਪੇਸ਼ਗੀ ਲੈ ਲਈ ਆ ਕੁਝ ਪੈਸੇ, ਤੇ ਉਹ ਹੋ ਸਕਦਾ ਤੈਨੂੰ ਫਿਰ ਰਾਜੇ ਦੇ ਪੇਸ਼ ਕਰਾ ਦੇਵੇ, ਜੇਲ੍ਹ ਜਾਣਾ ਪਊਗਾ ਤੈਨੂੰ ਜਲਾਇਆ, ਤੂੰ ਇਹੋ ਜਿਹੇ ਕੰਮ ਕਰਦਾ ਮਾੜੇ। ਨਹੀਂ ਆਪਣਾ ਕੰਮ ਸਮੇਂ ਸਿਰ ਕਰਕੇ ਦੇ ਉਸ ਦਾ। ਜਿਨ ਕੀ ਬੈਠ ਖਸਮ ਕੀ ਵਰਕਸ, ਉਹਦੇ ਨਾਲ ਇਕਰਾਰ ਸੀ ਕਿ ਤਾਣੀ ਛੇਤੀ ਬਣਾ ਕੇ ਦੇਣੀ ਹੈ। ਇਕਰਾਰ ਵਿੱਚ ਦਿਨ ਕਿੰਨੇ ਕੁ ਰਹਿ ਗਏ, ਇਸ ਕਰਕੇ ਤੂੰ ਬਰਕਸ ਨਾਮ ਹੈ ਉਲਟੇ ਦਾ, ਖਸਮ ਨਾਮ ਹੈ ਮਾਲਕ ਦਾ। ਜਿਹੜੇ ਬਸਤਰ ਦਾ ਮਾਲਕ ਹੈ ਉਹ ਤੈਨੂੰ ਉਲਟਾ ਫਿਰ ਸਜ਼ਾ ਦਵਾਊਗਾ, ਤੇ ਤੂੰ ਆਪ ਹੀ ਮਾਲਕ ਬਣ ਬੈਠਾ ਹੈ। ਤੂੰ ਤਾਣੇ ਦਾ ਮਾਲਕ ਹੈ ਇਹਦਾ ਸੂਤ ਦਾ। ਤਾਣਾ ਕਿਸੇ ਦਾ, ਪੈਸੇ ਬਸਤਰ ਕਿਸੇ ਦਾ, ਤੂੰ ਇਹ ਕੰਮ ਕੀ ਫੜਿਆ ਹੋਇਆ ਹੈ। ਇਸ ਕਰਕੇ ਬੜਾ ਤੈਨੂੰ ਵੀ ਦੁੱਖ ਚੱਲਣਾ ਪਏਗਾ ਫਿਰ। ਨਹੀਂ ਜੇ ਤੂੰ ਟਾਈਮ ਸਿਰ ਬਸਤਰ ਨਾ ਬਣਾਇਆ। ਇਹ ਵੇਲਾ ਕਤ ਆਈ, ਘਰ ਚੱਲ ਤੂੰ ਛੱਡ ਦੇ ਜੂਆ ਖੇਡਣਾ ਨਾਲੇ ਸ਼ਰਾਬ ਪੀਣੀ। ਇਹ ਵੇਲਾ ਸਮਾਂ ਕਤ ਕਦੋਂ ਆਏਗਾ ਹੋਰ, ਨਹੀਂ ਤਾਂ ਫਿਰ ਜੇਲ੍ਹ ਜਾਣ ਦਾ ਹੀ ਸਮਾਂ ਆ ਗਿਆ ਤੈਨੂੰ। ਚੱਲ ਕੇ ਬਸਤਰ ਬੁਣ। ਛੂਟੇ ਕੁੰਡੇ ਭੀਗੈ ਪੁਰੀਆ, ਤੇ ਉਹ ਕਹਿੰਦਾ ਵੀ ਅਜੇ ਨਾਲੀਆਂ ਨਹੀਂ ਭਿਉਂਤੀਆਂ, ਬਹਾਨੇ ਤਾਂ ਬੜੇ ਲਾਏ ਜਲਾਹੇ ਨੇ। ਉਹ ਕਹਿੰਦੇ ਨਹੀਂ ਛੂਟੇ ਕੁੰਡੇ, ਇਹ ਜਿਹੜੇ ਛੋਟੇ ਜਿਹੜੇ ਕੁੰਡੇ ਨੇ ਪੂਰੀਆਂ ਨਲੀਆਂ ਦੇ ਭਿਉਏ ਹੋਏ ਨੇ, ਤਿਆਰ ਕਰਕੇ ਆਈਆਂ ਮੈਂ ਸਾਰਾ ਕੁਝ। ਜਿਹੜਾ ਆ ਬਹਾਨਾ ਲਾਉਣਾ ਮੈਂ ਉਹ ਭਿਉਂ ਕੇ ਆਈ ਹਾਂ, ਭਿਉਂਤੀਆਂ ਪਈਆਂ ਨੇ। ਚੱਲਿਓ ਜੁਲਾਹੋ ਰੀ ਸਾਈ, ਉਹ ਨਲੀਆਂ ਜਿਹੜੀਆਂ ਭਿਉਂਤੀਆਂ ਪਈਆਂ ਨੇ। ਇਹ ਗੱਲ ਸੁਣ ਕੇ ਜਵਾਬ ਤਾਂ ਰਿਹਾ ਨਾ ਜਲਾਹੇ ਨੂੰ ਕੋਈ। ਖਿੱਚ ਕੇ ਕਹਿੰਦਾ ਚੱਲ ਹੋਏ, ਕਹਿੰਦਾ ਜੇ ਨਹੀਂ ਐਵੇਂ ਸਿਰ ਖਾਈ ਜਾਣੀ ਖੜੀ ਮੈਨੂੰ। ਉੱਠ ਕੇ ਫਿਰ ਰੀਸ ਆਈ ਗੁੱਸੇ ਹੋ ਕੇ। ਉਹ ਜੂਏ ਵਾਲਿਆਂ ਨੂੰ ਕਹਿੰਦਾ ਵੀ ਹੁਣ ਤੱਕ ਜ਼ਿਆਦਾ ਕੰਮ ਖਰਾਬ ਹੋ ਗਿਆ, ਵੀ ਮੈਨੂੰ ਹੁਣ ਜਾਣਾ ਪਊਗਾ। ਗੁੱਸੇ ਹੋ ਕੇ ਚੱਲਿਓ। ਕਿਹਦੇ ਨਾਲ? ਜਲਾਹੀ ਦੇ ਨਾਲ। ਕਹਿੰਦਾ ਚੱਲ ਫਿਰ ਆਪਾਂ ਇਹੀ ਕੰਮ ਕਰਦੇ ਹਾਂ ਪਹਿਲਾਂ। ਇਸ ਵੇਲੇ ਫਿਰ ਜਦੋਂ ਆਇਆ ਹੈ ਛੋਛੀ ਨਲੀ ਤੰਤ ਨਹੀਂ ਨਿਕਸੈ, ਛੇਤੀ ਸਾਰੀਆਂ ਨਲੀਆਂ ਵਾਹ ਕੇ ਜਲਾਹੀ ਨੂੰ ਕਹਿੰਦਾ ਆਹ ਲੈ
ਇਹ ਨਲੀਆਂ ਤਾਂ ਛੋਚੀ ਖਾਲੀਆਂ ਪਈਆਂ ਨੇ ਜੇ। ਹੁਣ ਮੈਥੋਂ ਤੰਤ ਤਾਣੇ ਨੂੰ ਤੰਦ ਨਹੀਂ ਨਿਕਲੂਗੀ ਇਹ। ਤੂੰ ਐਵੇਂ ਮੈਨੂੰ ਬੁਲਾ ਕੇ ਲੈ ਆਈ ਆ ਉੱਥੇ, ਆਹ ਕੰਮ ਅਧੂਰਾ ਪਿਆ। ਇਹ ਵੀ ਬਹਾਨਾ ਸੀ ਉਸ ਦਾ। ਤਾਂ ਕਿਵੇਂ ਨਿਕਲੇਗੀ? ਨਾ ਤਰ ਰਹੀ ਉਰਝਾਈ, ਤੇ ਤਾਂ ਨਾ ਤਰ ਰਹੀ ਉਰਝਾਈ, ਤੇ ਜਾਂ ਤਾਂ ਆ ਕੇ ਨਲੀਆਂ ਵੱਟ, ਨਾ ਧਰ ਨਹੀਂ ਤਾਂ ਫਿਰ ਇਹ ਐਵੇਂ ਉਲਝੀਆਂ ਰਹਿਣਗੀਆਂ, ਕੰਮ ਪੂਰਾ ਨਹੀਂ ਹੋਣਾ। ਛੋੜ ਪਸਾਰ ਇਹਾ ਰਹ ਬਪਰੀ, ਕਹਿਣ ਲੱਗੇ ਇਹ ਪਸਾਰ ਜਿਹੜਾ ਤੂੰ ਹੋਰ ਕੰਮ ਧੰਦਾ ਕਰਦੀਆਂ, ਰਸੋਈ ਦਾ ਛੱਡ ਦੇ ਹੁਣ, ਇੱਥੇ ਰੋਟੀਆਂ ਹੀ ਬਾਅਦ ਚ ਪਕਾ ਲਈ ਹੁਣ ਤੂੰ, ਇਹ ਪਸਾਰੇ ਨੂੰ ਛੱਡ ਦੇ। ਬਪਰੀ ਝੱਲੀਏ ਜੁਲਾਹੀਏ ਇਹਾਂ, ਇੱਥੇ ਇਹਾਂ ਮੇਰੇ ਕੋਲ ਆ ਕੇ ਇਹ ਮੇਰੇ ਨਾਲ ਹੱਥ ਵੱਟਣ ਵਾਸਤੇ ਰਹੋ, ਰਹਿਣਾ ਕਰ। ਤੇ ਇਸ ਪ੍ਰਕਾਰ ਉਹਨੇ ਕਿਹਾ ਹੈ। ਤੇ ਕਹੋ ਕਬੀਰ, ਕਹੋ ਕਬੀਰ ਸਮਝਾਈ। ਇਸ ਤਰੀਕੇ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਪੰਡਤ ਜੀ ਨੂੰ ਕਹਿ ਰਹੇ ਨੇ, ਕਹਿੰਦੇ ਪੰਡਤ ਜੀ ਸਮਝਾਈ। ਸਮਝਾਈ ਦਾ ਮਤਲਬ ਹੈ ਵੀ ਰਾਂਝੇ ਸਮਝਾਈ, ਸਮਝ ਆ ਗਈ ਤੈਨੂੰ ਮੈਂ ਕੀ ਕਿਹਾ? ਕਹਿੰਦਾ ਕਹਿਣਾ ਕੀ ਸੀ? ਕਹਿੰਦਾ ਜਲਾਹਾਂ ਤੂੰ, ਜਲਾਹਾਂ ਵਾਲੀਆਂ ਗੱਲਾਂ ਕਰ ਗਿਆ ਤੂੰ। ਕਿਹੜੀ ਵਿਦਵਤ ਵਾਲੀ ਗੱਲ ਕਰੀ ਆ ਤੂੰ? ਤਾਣਾ ਬੁਣ ਗਿਆ ਜੀ, ਇਹ ਇੰਨਾ 60 ਸੂਤ 72, ਕਿਹੜੀ ਕਹਾਣੀ ਚ ਤੂੰ ਪਾ ਲਿਆ ਮੈਨੂੰ? ਮੈਂ ਇੱਕ ਵਿਦਵਾਨ ਹਾਂ, ਭਾਰਤ ਦੇ ਕੋਨੇ-ਕੋਨੇ ਜਿੱਤ ਪ੍ਰਾਪਤ ਕਰਕੇ ਆਇਆ, ਤੇ ਮੈਂ ਤਾਂ ਹੈਰਾਨ ਹੈ ਨਾ ਪੰਡਤਾਂ ਵੀ ਲੈ ਕਿੱਥੇ ਆਏ ਮੈਨੂੰ ਇਹੋ ਜਿਹੇ ਜਲਾਹੇ ਕੁਲ ਜੀ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਕਬੀਰ ਸਾਹਿਬ ਹੱਸ ਕੇ ਕਹਿੰਦੇ ਅਸਲ ਦੇ ਵਿੱਚ ਗੱਲ ਇਹ ਹੈ, ਕਰੀ ਤਾਂ ਮੈਂ ਸਾਰੀ ਵਿਦਵਾਨੀ ਵਾਲੀ ਗੱਲ ਹੈ, ਪਰ ਤੇਰੀ ਅਕਲ ਚ ਨਹੀਂ ਆਈ ਅਜੇ। ਉਹ ਕਹਿੰਦਾ ਵੀ ਉਹ ਕਿਵੇਂ ਹੈ? ਕਹਿੰਦਾ ਮੈਂ ਤਾਣੇ ਬਾਣੇ ਦੀਆਂ ਕੋਈ ਗੱਲਾਂ ਨਹੀਂ ਕੀਤੀਆਂ, ਤਾਂ ਦ੍ਰਿਸ਼ਟਾਂਤ ਤੇ ਬਣਾਇਆ ਹੈ। ਤੂੰ ਮੇਰੇ ਕੋਲ ਆਇਆ ਤੇ ਮੈਂ ਤੈਨੂੰ ਦ੍ਰਿਸ਼ਟਾਂਤ ਦੁਆਰਾ ਸਮਝਾ ਸਕਦਾ, ਨਹੀਂ ਤਾਂ ਤੇਰੀ ਸਮਝ ਨਹੀਂ ਸੀ ਆਉਣਾ। ਲੈ ਹੁਣ ਬਾਹਰ ਦਾ ਤਾਣਾ ਬਾਣਾ ਕੁਝ ਨਹੀਂ ਹੈ, ਹੁਣ ਅੰਦਰ ਦਾ ਤਾਣਾ ਬਾਣਾ ਹੈ। ਕਹਿੰਦਾ ਚਲੋ ਅੰਦਰ ਦਾ ਤਾਣਾ ਬਾਣਾ ਦੱਸ। ਤੂੰ ਕਹਿੰਦਾ ਜੀਵ ਜਲਾਹੇ ਨੇ ਸਾਰੇ, ਇਹੀ ਗੱਲ ਦੱਸਦੇ ਪਹਿਲਾਂ ਵੀ ਜੀਵ ਜਲਾਹ ਕਿਵੇਂ ਆ। ਕਹਿੰਦਾ ਲੈ ਵੀ ਸੁਣ ਲੈ ਫਿਰ ਹੌਲੀ ਤੁਕ ਬੋਲੋ ਜੀ ਪਹਿਲਾਂ। ਗਈ ਬਨਾਵਨ ਮਾਹੋ। ਹੁਣ ਇਹ ਗੂੜ ਅਰਥ ਸ਼ੁਰੂ ਹੋ ਗਏ ਇਹਦੇ ਵਿੱਚ, ਜਿੰਨੇ ਕਿ ਸਮਝ ਆਉਂਦੇ ਨੇ ਭਾਈ। ਇਹ ਤਾਂ ਬਹੁਤ ਗਹਿਰਾ ਸਮੁੰਦਰ ਹੈ ਜਿਹਦੇ ਵਿੱਚ ਡਿੱਗ ਪਏ ਆਪਾਂ। ਇਹਦੇ ਵਿੱਚ ਆਨੰਦ ਮਾਣੋ, ਗੋਤੇ ਲਾ ਲਾ ਕੇ ਇਸ਼ਨਾਨ ਕਰ ਲਓ। ਹੁਣ ਇਸ਼ਨਾਨ ਕਰਨ ਵੇਲੇ ਸਮੁੰਦਰ ਚੋਂ ਕਿੰਨਾ ਕੁ ਪਾਣੀ ਹੈ ਜਿਹੜਾ ਜਿਸਮ ਦੇ ਨਾਲ ਲੱਗਿਆ ਰਹਿ ਜਾਂਦਾ, ਬਾਕੀ ਤਾਂ ਸਮੁੰਦਰ 'ਚ ਹੀ ਰਹਿ ਜਾਂਦਾ। ਇਹ ਤਾਂ ਬ੍ਰਹਮ ਬੇਤਿਆਂ ਦੀ ਭਾਸ਼ਾ ਹੈ। ਹੁਣ ਗਈ ਬਨਾਵਨ ਮਾਹੋ। ਮਾਹੋ ਦਾ ਅਰਥ ਹੈ ਚੰਦਰਮਾ ਨੂੰ ਕਹਿੰਦੇ ਨੇ ਮਾਹੋ। ਚੰਦਰਮਾ ਦੇ ਵਿੱਚੋਂ ਲੈਣੀ ਹੈ ਸੀਤਲਤਾ। ਦੇਖੋ ਅਰਥ ਕਿਵੇਂ ਨਿਕਲਦਾ ਅੱਗੇ। ਸੀਤਲਤਾ ਤੋਂ ਭਾਵ ਲੈਣਾ ਹੈ ਸੀਤਲ ਸੁਭਾਅ ਦਾ। ਮਾਹੋ ਚੰਦਰਮਾ ਚੋਂ ਅਰਥ ਨਿਕਲਿਆ ਇਹ। ਉਹ ਸੀਤਲ ਸੁਭਾਅ ਕਰਨ ਵਾਲੀ ਨਿਰਮਲ ਬੁੱਧੀ, ਇਹ ਜਿਹੜੀ ਹੈ ਇਹ ਸਰੀਰ ਰੂਪ ਤਾਣੇ ਨੂੰ ਬਣਾਉਣ ਲਈ, ਸਫਲਾ ਕਰਨ ਲਈ ਜੀਵ ਆਤਮਾ ਦੇ ਪਾਸ ਗਈ। ਇਹ ਗਈ ਹੈ, ਕਹਿੰਦਾ ਮੈਂ ਕੋਈ ਜਲਾਹੀ ਦੀਆਂ ਗੱਲਾਂ ਥੋੜੀ ਕਰਦਾ ਵੀ ਉਹ ਜਲਾਹੇ ਕੋਲ ਗਈ। ਪੰਡਤ ਤਾਂ ਫਿਰ ਹੈਰਾਨ ਹੋਣ ਲੱਗੇ ਵੀ ਇਹ ਕਿੱਧਰ ਨੂੰ ਚੱਲ ਪਈ ਗੱਲ। ਇੱਕ ਲਗਤ ਇੱਕੋ ਲਗਤ ਡੂੰਘੀ ਕਰ ਦਿੱਤੀ ਕਬੀਰ ਨੇ ਗੱਲ। ਪੰਡਤ ਸੁਣਦਾ ਹੈ, ਫਿਰ ਅੱਗੇ ਦੱਸਦੇ ਨੇ। ਘਰ ਛੋੜਿਆ ਜਾਇ ਜੁਲਾਹੋ। ਅਗੋਂ ਜੀਵ ਆਤਮਾ ਰੂਪੀ ਜਿਹੜਾ ਜੁਲਾਹਾ ਸੀ, ਸਰੂਪ ਰੂਪੀ ਘਰ ਦੀ ਜਿਹੜਾ ਜਾਇ ਜਗ੍ਹਾ ਨੂੰ ਛੱਡੀ ਬੈਠਾ ਸੀ, ਕਿਉਂਕਿ ਅਲਪਗਪਣੇ ਦੇ ਵਿੱਚ ਆਪਣੇ ਆਪ ਨੂੰ ਜੀਵ ਕਹਾਉਣ ਲੱਗ ਪਿਆ ਇਹ, ਜਾਂ ਫਿਰ ਇਉਂ ਕਹੋ ਸੰਸਾਰਾਕਾਰ ਬਿਰਤੀ ਵਿੱਚ ਗਿਆ। ਉਹ ਸੰਸਾਰਾਕਾਰ ਬਿਰਤੀ ਵਿੱਚ ਗਿਆ ਹੋਇਆ ਸੀ ਇਹ। ਤੇ ਇਸ ਕਰਕੇ ਫਿਰ ਜਿਹੜੀ ਨਿਰਮਲ ਬੁੱਧ ਹੈ, ਨਿਰਮਲ ਬੁੱਧ ਦੇ ਆਖੇ ਲੱਗ ਕੇ ਘਰ ਛੋੜਿਆ ਜਾਏ ਜੁਲਾਹੋ। ਇੱਕ ਵਾਰੀ ਫਿਰ ਬੋਲੋ ਜੀ। ਘਰ ਛੋੜਿਆ ਜਾਏ ਜੁਲਾਹੋ। ਇਹਨੇ ਜੀਵ ਦੇ ਅਲਪਗਪਣੇ 'ਚ ਘਰ ਛੱਡਿਆ ਹੋਇਆ, ਜਾਂ ਫਿਰ ਇਹ ਜਿਹੜੀ ਨਿਰਮਲ ਬੁੱਧ ਦੇ ਆਖੇ ਲੱਗ ਕੇ ਜੀਵ ਆਤਮਾ ਕਹਿਣ ਲੱਗਾ ਕਿ ਜਿਸ ਤਾਣੀ ਯਾਨੀ ਦੇਹ ਰੂਪ ਤਾਣੀ ਦੀ ਗੱਲ ਹੈ ਇੱਥੇ, ਜਿਸ ਦੇਹ ਨੂੰ ਤੂੰ ਸਫਲਾ ਕਰਨ ਲਈ ਚਾਹੁੰਦੀ ਹੈ, ਸੁੱਧ ਬੁੱਧੀ ਚਾਹੁੰਦੀ ਹੈ ਨਾ, ਅੰਦਰ ਤੇ ਜਿਹੜਾ ਫੁਰਨਾ ਫੁਰਦਾ ਵੀ ਮੈਂ ਨਾਮ ਜਪਾਂ ਸਤਸੰਗ ਕਰਾਂ, ਇਹ ਸੁੱਧ ਬੁੱਧੀ ਹੈ ਜਿਹੜਾ ਉਹਦਾ ਕਰਤੱਵ ਹੈ। ਪਰ ਹੁਣ ਜੀਵ ਬਹਾਨੇ ਲਾਉਂਦਾ ਹੈ, ਮਨ ਕਈ ਵਾਰੀ ਬਹਾਨੇ ਲਾਉਂਦਾ ਵੀ ਉਹ ਦੇਹ ਨੂੰ ਸਫਲਾ ਕਰਨਾ ਚਾਹੁੰਦੀ ਹੈ। ਤੇ ਫਿਰ ਉਹ ਕਿੰਨੀ ਕੁ ਹੈ
ਕੀਤਨੀ ਕੁ ਸੁੱਧ ਨਿਰਮਲ ਬੁੱਧੀ ਕਹਿੰਦੀ ਹੈ ਫਿਰ ਅੱਗੇ। ਜਿਹੜੀ ਦੇਹ ਨੂੰ ਤੂੰ ਸਫਲਾ ਕਰਨਾ ਚਾਹੁੰਦਾ ਹੈ ਉਹ ਹੈ ਕਿੰਨੀ ਕੁ ਸੁੱਧ, ਤਾਂ ਬਾਅਦ ਦੇ ਵਿੱਚ ਕਰ ਲਈ, ਤੂੰ ਨਿਰਮਲ ਕਰ ਲਈ ਉਸ ਨੂੰ, ਜਾਂ ਫਿਰ ਇਹਨੂੰ ਸਫਲੀ ਕਰ ਲਈ। ਨਿਰਮਲ ਬੁੱਧ ਫਿਰ ਕਹਿੰਦੀ ਹੈ ਅੱਗੇ। ਬੋਲੋ ਜੀ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ ਗਜ ਨਵ ਗਜ 10 ਗਜ 21। ਅੱਜ ਭਾਈ ਬਹੁਤੀ ਇਕਾਗਰਤਾ ਦੀ ਲੋੜ ਹੈ, ਹੁਣ ਤਾਂ ਰੋਜ਼ ਹੀ ਲੋੜ ਹੈ, ਅੱਜ ਬਹੁਤੀ ਲੋੜ ਹੈ। ਗਜ ਨਵ 9 ਇੰਦਰੀਆਂ ਦੀਆਂ ਜਿਹੜੀਆਂ ਸਾਧ ਸੰਜੀ ਗਜ 9 ਇੰਦਰੀਆਂ ਦੀਆਂ ਗੋਲਕਾਂ ਜਿਹੜੀਆਂ ਨੇ, ਇਹ 9 ਅਸਲ ਦੇ ਵਿੱਚ ਗੋਲਕਾਂ ਜਿਹੜੀਆਂ ਦਰਵਾਜ਼ੇ ਖੁੱਲੇ ਨੇ, ਜਿਵੇਂ ਅੱਖਾਂ ਹੈ, ਨਾਸਕ ਹੈ, ਕੰਨ ਹੈ, ਇਸ ਤਰ੍ਹਾਂ ਜਿਹੜੇ ਇਹ 9 ਗੋਲਕਾਂ ਨੇ ਉਪਸਥਿਤ ਇੰਦਰੀ ਹੈ। ਤੇ ਅੱਗੇ ਫਿਰ ਚੱਲ ਕੇ ਕਿਹਾ ਇਹ ਤਾਂ 9 ਹੋ ਗਏ ਨਾ ਗੋਲਕਾਂ, 9 ਦੁਆਰੇ ਪ੍ਰਗਟ ਕੀਏ। ਇਹ ਪ੍ਰਗਟ ਇਹਨਾਂ ਦੇ ਚੋਂ ਮੈਲ ਖਾਰਜ ਹੁੰਦੀ ਹੈ। 10ਵਾਂ ਗੁਪਤ ਰਖਾਇਆ, 10ਵੇਂ ਦੁਆਰ ਗੁਪਤ ਹੈ। ਪਰ ਇੱਥੇ 10ਵੇਂ ਦੁਆਰ ਦੀ ਗੱਲ ਨਹੀਂ, ਇੱਥੇ 9 ਗੋਲਕਾਂ ਇਹ ਤਾਂ ਹੋ ਗਈਆਂ ਗਜ ਨਵ, ਇਹ 9 ਗੋਲਕਾਂ ਹੋ ਗਈਆਂ ਕਿ ਅੱਗੇ ਆ ਗਿਆ 10 ਗਜ। ਇਹ ਜਿਹੜੀਆਂ ਗਜ 10 ਦਾ ਮਤਲਬ ਹੈ 10 ਇੰਦਰੇ ਜਿਹੜੇ ਨੇ, 5 ਕਰਮ ਇੰਦਰੇ ਹੋ ਗਏ, 5 ਗਿਆਨ ਇੰਦਰੇ ਹੋ ਗਏ। ਤੇ ਇਹਦੇ ਵਿੱਚ ਇੰਨਾ ਕੁ ਭੇਦ ਹੈ, ਜਿਹੜੇ ਗਿਆਨ ਇੰਦਰੇ ਨੇ 5, ਉਹਨਾਂ ਦੀ ਜਿਹੜੀ ਜੀਭ ਹੈ ਇਹਦੀ ਗਿਣਤੀ 2 ਪਾਸੇ ਹੈ। ਜਦੋਂ ਬੋਲਦੀ ਹੈ ਕਰਮ ਇੰਦਰਾ, ਜਦੋਂ ਰਸ ਚੱਖਦੀ ਹੈ ਗਿਆਨ ਇੰਦਰਾ, ਇਹਦੀ 1 ਦੀ ਗਿਣਤੀ 2 ਪਾਸੇ ਹੈ। 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹ ਜਿਹੜੇ ਨਾ ਗਜ 21, ਇਹ 21 ਗਜ ਕਿਹੜੇ? 5 ਸੂਖਮ ਤੱਤ, 5 ਸਥੂਲ ਤੱਤ, 5 ਪ੍ਰਾਣ, 5 ਪੌਣਾ ਤੇ 21ਵਾਂ ਮਨ। ਇਹ 21 ਗਜ ਇਹ ਹੋ ਗਏ। ਇਉਂ ਇਹ ਜਿਹੜੀ ਸਾਰੀ ਦੇਹ ਹੈ ਪੁਰੀਆ ਏਕ ਤਨਾਈ, ਇਹ ਪੂਰੀਆਂ ਪੂਰੀ 40 ਗਜਾਂ ਦੀ ਇੱਕ ਦੇਹ ਰੂਪੀ ਤਨਾਈ, ਇਹ ਤਾਣਾ ਬਣ ਗਿਆ ਹੈ। ਕਰਤੀ ਨਾ ਪੂਰੀ, ਜਿਵੇਂ ਜਲਾਹੀ ਵਾਲੀ ਸੀ, ਉਹ ਦ੍ਰਿਸ਼ਟਾਂਤ ਸੀ ਅਸਲ ਦੇ ਵਿੱਚ। ਪੰਡਤ ਤਾਂ ਹੈਰਾਨ ਹੋ ਗਿਆ, ਕਹਿੰਦਾ ਮੈਂ ਤਾਂ ਕਿਹਾ ਵੀ ਉਹੀ ਕਿਤੇ ਜਲਾਹੇ ਵਾਲੀਆਂ ਗੱਲਾਂ ਕਰਦਾ, ਇਹ ਤਾਂ ਬਹੁਤ ਗਹਿਰੀਆਂ ਗੱਲਾਂ ਕਰਦਾ। ਹੈਰਾਨ ਹੋ ਕੇ ਦੇਖ ਰਿਹਾ। ਕਹਿੰਦੇ ਜੀ ਹੋਰ ਦੱਸੋ ਫਿਰ ਅੱਗੇ। 60 ਸੂਤ ਨਵਖੰਡ 72, ਸਰੀਰ ਦੇ ਅੰਦਰ 60 ਮੋਟੀਆਂ ਅਸਥੂਲ ਪਸਲੀਆਂ ਇਤਿਆਦਿਕ ਇਹਦੀਆਂ ਜਿਹੜੀਆਂ ਨਾੜਾਂ ਨੇ, ਇਹ ਸੂਤ ਸੂਤਰ ਹੈ। ਤੇ ਨਵਖੰਡ ਸਰੀਰ ਦੇ 9 ਖੰਡ ਟੁਕੜੇ ਨੇ, 4 ਬਾਹਾਂ ਦੇ, 4 ਲੱਤਾਂ ਦੇ, ਇੱਕ ਵਿਚਾਲਲਾ ਧੜ ਜਿਹੜਾ ਹੋ ਗਿਆ, 9 ਟੁਕੜੇ ਨੇ। 72 ਜਿਹੜਾ ਸਾਹ ਸੀ, 72 ਕੋਠੜੀਆਂ ਇਹਦੇ ਅੰਦਰ ਮੰਨੀ ਗਈਆਂ, ਕੰਗਰੋੜ ਦੇ ਨਾਲ ਅੰਦਰਲੇ ਪਾਸੇ। ਜਾਂ ਫਿਰ ਇਹਦੇ ਚ 72 ਕਰੋੜ 72 ਲੱਖ 10,201 ਨਾੜੀਆਂ। ਇਹ ਜਿਹੜਾ ਐਸਾ ਹੈ ਪਾਟ ਲੱਗੋ ਅਧਕਾਈ, ਅਧਕ ਤੋਂ ਅਧਕ, ਪਾਟ ਪੇਟਾ, ਇਹ ਹੈ ਪੇਟਾ, ਲੱਗੋ ਲੱਗਾ ਹੋਇਆ ਹੈ। ਗਈ ਬੁਨਾਵਨ ਮਾਹੋ, ਇਹਨਾਂ ਪੰਕਤੀਆਂ ਦਾ ਉਪਰਾਸਤ ਹੋ ਚੁੱਕਾ ਹੈ। ਇਹ ਫਿਰ ਸੁੱਧ ਬੁੱਧੀ ਜਿਹੜੀ ਹੈ ਉਹ ਫਿਰ ਸਾਧ ਸੰਜੀ ਆਪਣਾ ਸਰੀਰ ਨੂੰ ਸਫਲਾ ਕਰਨ ਵਾਸਤੇ ਇਹ ਜੀਵ ਆਤਮਾ ਜਲਾਹੇ ਦੀ ਨਿਆਈ ਮੰਨਿਆ। ਸੁੱਧ ਬੁੱਧੀ ਜਿਹੜੀ ਮਾਹੋ ਜਲਾਹੀ ਦੀ ਨਿਆਈ, ਜਿਹੜੀ ਸ਼ਾਂਤ ਰਸ ਵਿੱਚ ਰਹਿਣ ਵਾਲੀ ਹੈ, ਇਹ ਉਹਦੇ ਕੋਲ ਗਈ ਜਣੀ ਸਨਮੁਖ ਹੋ ਕੇ ਕਹਿ ਰਹੀ ਹੈ, ਘਰ ਛੋੜਿਆ ਜਾਏ ਜੁਲਾਹੋ, ਤੂੰ ਅਲਪਗਪਣਾ ਰੂਪੀ ਹੈ ਜਿਹੜਾ ਇਹਦੇ ਵਿੱਚ ਆ ਕੇ ਆਪਣਾ ਘਰ, ਕਿਹੜਾ ਸੁੱਤਾ ਰੂਪੀ ਘਰ ਛੱਡਤਾ। ਨਿਜ ਘਰ ਸੀ ਜਿਹੜਾ ਤੇਰਾ, ਉਹ ਸਖਿਆਤਾ ਰੂਪੀ ਘਰ ਜਿਹੜਾ ਸੀ ਉਹ ਤੈਂ ਛੱਡ ਦਿੱਤਾ ਹੈ। ਰਹਾਉ ਅਸਥਾਈ ਦੇ ਕੇ ਕਹਿੰਦੇ ਨੇ, ਗਜੀ ਨਾ ਮਿਲੀਐ ਤੋਲ ਨਾ ਤੁਲੀਐ, ਗਜੀ ਗਜਾਂ ਨਾਲੇ ਦੇਹ ਰੂਪੀ ਤਾਣੀ ਭਲਾ ਨਾ ਨਹੀਂ ਮਿਣੀ ਹੈ। ਕਹਿੰਦੇ ਮਿਣੀ ਹੋਈ ਹੈ। ਭਾਵ ਕੀ ਹੈ ਵੀ ਮਿਣੀ ਹੋਈ ਹੈ। ਕਹਿੰਦੇ ਤੋਲ ਨਾ ਤੁਲੀ ਹੈ, ਇਹ ਤੋਲੀ ਨਹੀਂ ਜਾਂਦੀ। ਕਹਿੰਦੇ ਨਹੀਂ, ਤੋਲੀ ਹੋਈ ਹੈ। ਇਹ ਗਿਣਤੀ ਔਰ ਮਿਣਤੀ ਵਿੱਚ ਆ ਗਈ ਹੈ ਪੂਰੀ। ਕਿਸ ਤਰ੍ਹਾਂ? ਗਜਾਂ ਕਰਕੇ ਮਿਣੀਆਂ 3.5 ਹੱਥ। ਇਹ ਸਾਰਿਆਂ ਦੇ ਆਪੋ ਆਪਣੇ ਦੇਹਾਂ ਜਿਹੜੀਆਂ 3 ਹੱਥ, 3.5 ਹੱਥ ਤੇਰੀ ਸ਼ੀਵਾਂ ਕਿਹਾ ਹੈ। ਤਾਂ ਜਾਂ ਫਿਰ ਵੱਧ ਤੋਂ ਵੱਧ ਕਿਸੇ ਦਾ ਧੜ ਜਿਹੜਾ ਲੰਮਾ ਹੁੰਦਾ ਹੈ, ਜਾਂ ਕਿਸੇ ਦੀਆਂ ਬਾਹਾਂ ਜ਼ਿਆਦਾ ਲੰਮੀਆਂ,
ਉਹਦੇ ਵਿੱਚ ਫਿਰ ਤਾਂ ਇਹ ਥੋੜਾ ਜਿਹਾ ਫਰਕ ਪੈਂਦਾ ਹੈ। ਕਾਰਜ 3.5 ਹੱਥ ਘਣੀ ਤਾਂ 4.25 ਜਾਂ ਫਿਰ 4.25 ਇਹ ਕਹਿੰਦੇ ਇਸ ਤਰ੍ਹਾਂ ਮਿਣੀ ਹੋਈ ਹੈ। ਇਸ ਪ੍ਰਕਾਰ ਇਹਨੂੰ ਫਿਰ ਕਹਿੰਦੇ ਮਿਣਤੀ ਇਹਦੀ ਕੀਤੀ ਹੋਈ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਕਈ ਇਹਦੇ 'ਚ ਪ੍ਰਮਾਣ ਦਿੱਤੇ ਹੋਏ ਨੇ। 3.5 ਮਣ ਦਿਓਹਰੀ ਜਿਹੜਾ ਫਿਰ ਅੱਗੇ ਚੋਲ ਕੇ ਕਹਿੰਦੇ ਤੋਲ ਨਾ ਤੁਲੀ ਹੈ, ਦਰਮਿਆਨਾ ਜਿਹੜਾ ਸਰੀਰ ਹੈ ਉਹਦੇ 3.5 ਮਣ ਭਾਰ ਹੁੰਦਾ ਹੈ। ਉਹ ਤਾਂ ਕਈਆਂ ਦੇ ਕੁਇੰਟਲਾਂ ਤੱਕ ਵੀ ਹੁੰਦੇ ਨੇ, ਕਈਆਂ ਦਾ ਫਿਰ ਜਮੇ ਹੀ ਥੋੜਾ ਜਿਹਾ ਵੀ ਹੁੰਦਾ ਹੈ, ਬਾਹਲੇ ਪਤਲੇ ਜਿਹੇ ਹੁੰਦੇ ਲਿੱਸੇ ਜਿਹੇ। ਜਿਹੜਾ ਦਰਮਿਆਨੀ ਗਿਣਤੀ ਹੈ ਉਹ ਲਈ ਹੋਈ ਹੈ ਇੱਥੇ। ਇਸ ਕਰਕੇ ਦਰਮਿਆਨੀ ਗਿਣਤੀ ਇੰਨਾ ਭਾਰ ਮੰਨਿਆ ਜਾਂਦਾ ਹੈ। 3.5 ਮਣ ਦਿਓਹਰੀ ਚੱਲੈ ਪਾਣੀ ਅੰਨ। ਇਹ ਕਹਿੰਦੇ ਅੱਗੇ ਦੱਸਦੇ ਹਨ ਵੀ ਪਾਚਨ ਸਿਰ 2.5। ਫਿਰ ਇਹ 8 ਪਹਿਰਾਂ ਦੇ ਵਿੱਚ 2.5 ਨਾਮ ਹੈ ਇੱਥੇ। 2.5 ਸਿਰ ਜਿਹੜਾ ਕੱਚੇ ਸਿਰ ਹੁੰਦੇ ਸੀ, ਤੇ ਕਹਿੰਦੇ ਵੀ ਇਹਦੀ ਖੁਰਾਕ ਕਿੰਨੀ ਹੈ। 8 ਪਹਿਰਾਂ ਵਿੱਚ ਪੁਰਾਣੇ ਜਿਹੜੇ ਤੋਲ ਮਾਪ ਕੱਚੇ ਸਿਰ ਹੁੰਦੇ ਸੀ, ਕੱਚੇ ਮਣ ਹੁੰਦੇ ਸੀ, ਉਹਦਾ ਪੈਮਾਨਾ ਹੈ ਇਹ। ਤੇ 2.5 ਸਿਰ ਜਾਨੀ 2.5 ਸਿਰ ਕੱਚਾ ਇਹ 'ਚ ਪਾਚਨ ਖੁਰਾਕ ਮਿਲ ਰਹੀ ਹੈ। ਇਹਦੇ ਵਿੱਚ ਜਿਵੇਂ ਦਾਲ ਹੋ ਗਈ, ਮਸਾਲੇ ਹੋ ਗਏ, ਤੜਕੇ ਫੜਕੇ ਹੋ ਗਏ, ਅੱਧਾ ਸਿਰ ਤਾਂ ਉਹਦੇ 'ਚ ਹੀ ਆ ਜਾਂਦੀ ਹੈ, ਦਾਲ ਸਬਜ਼ੀ। 2 ਸਿਰ ਇਹ ਜਿਹੜਾ ਅੰਨ ਆ ਜਾਂਦਾ ਹੈ। ਇਹ ਖੁਰਾਕ ਦਾ ਪੈਮਾਨਾ ਹੈ। ਪਰ ਕਿਤੇ ਕਿਤੇ 3 ਸਿਰ ਵੀ ਕਿਹਾ ਗਿਆ ਹੈ। 3 ਸਿਰ ਕਾ ਦਿਹਾੜੀ ਮਹਿਮਾਨ, ਅਵਰ ਬਸਤ ਤੁਝ ਪਾਏ ਅਮਾਨ। ਉਹ ਤਾਂ ਇਹਦਾ ਪ੍ਰਮਾਣ ਦਿੱਤਾ ਵੀ ਕਈਆਂ ਨੂੰ ਫਿਰ ਇਹ ਵੀ ਆ ਦੇਖੋ ਜੀ ਆ ਵੀ ਤਾਂ ਲਿਖਿਆ ਹੋਇਆ, ਕਿਉਂਕਿ ਸ਼ੰਕਾਵਾਦੀ ਜ਼ਿਆਦਾ ਹੈ ਨਾ ਸੰਸਾਰ ਤੋਂ। ਇਸ ਕਰਕੇ ਇਹ ਇਹਦੀ ਖੁਰਾਕ ਹੈ, ਇਹਨੂੰ ਜਿਹੜੀ ਮਿਲ ਰਹੀ ਹੈ। ਜੋ ਕਰ ਪਾਚਨ ਬੇਗ ਨਾ ਪਾਵੇ। ਹੇ ਜੀਵ ਆਤਮਾ, ਜੋ ਕਰ ਜੇਕਰ ਤੈਨੂੰ ਖਾਣੇ ਨੂੰ ਬੇਗ ਛੇਤੀ ਪਾਚਨ ਖੁਰਾਕ ਪਾਈ ਜਾਵੇ ਤੇ ਫਿਰ ਤੋਂ ਇਹ ਇਸ ਪ੍ਰਕਾਰ ਫਿਰ ਝਗੜਾ ਅਬੇ ਬੋਲਦੇ ਜੀ। ਝਗੜ ਕਰੈ ਘਰ ਹਾਈ। ਤੇ ਘਰ ਦੇ ਵਿੱਚ ਜਠਰਾਗਨੀ ਝਗੜਾ ਪਾ ਕੇ ਬਹਿ ਜਾਂਦੀ ਹੈ। ਜਠਰਾਗਨੀ ਜਿਹੜੀ ਭੁੱਖ ਲੱਗਦੀ ਹੈ ਜਠਰਾਗਨੀ ਕਰਕੇ ਲੱਗਦੀ ਹੈ ਨਾ, ਫਿਰ ਉਹ ਝਗੜਾ ਪਾ ਕੇ ਬਹਿ ਜਾਂਦੀ ਹੈ ਵੀ ਦੇ ਮੈਨੂੰ ਖੁਰਾਕ ਖਾਣ ਨੂੰ। ਫਿਰ ਲੱਭਦਾ ਫਿਰਦਾ ਵੀ ਕੋਈ ਚੀਜ਼ ਮਿਲ ਜਾਏ, ਇਹ ਭੁੱਖ ਲੱਗੀ ਹੈ ਬਹੁਤ ਜ਼ਿਆਦਾ। ਤੋ ਇਸ ਕਰਕੇ ਹੈ ਫਿਰ ਜਿਹੜੇ ਹੁਣ ਕਈ ਵਾਰੀ ਫਿਰ ਕਾਹਲੀ ਦੇ ਵਿੱਚ ਤੁਸੀਂ ਚੌਲ ਖਾ ਕੇ ਨਹੀਂ ਬਿਮਾਰ ਹੋ ਗਏ ਸੀ, 2 ਜਣੇ ਆਉਂਦੇ ਸੀ ਵੀ ਦਵਾਈ ਦਿਓ ਜੀ, ਇਹ ਉਹ ਜਠਰਾਗਨੀ ਬੁਝਾਉਣ ਵਾਸਤੇ ਸੀ, ਜਲਦੀ ਦੇ ਕੇ ਖਾ ਗਏ, ਉਹ ਗੜਬੜ ਹੋ ਗਈ। ਉਹ ਜਠਰਾਗਨੀ ਝਗੜਾ ਕਰਦੀ ਹੈ। ਜਾਂ ਫਿਰ ਸਾਧ ਸੰਗਤ ਜੀ ਝਗੜ ਕਰੈ ਘਰ ਹਾਈ। ਸਰੂਪ ਰੂਪੀ ਘਰ ਨੂੰ ਹਾਈ ਨਾਸ ਕਰਨ ਵਾਲੇ ਜੀਵ, ਫਿਰ ਤੂੰ ਝਗੜਾ ਕਰਦਾ ਹੈ ਕਿ ਮੈਨੂੰ ਹੁਣੇ ਦਿਓ ਜੀ ਖਾਣ ਨੂੰ, ਮੈਨੂੰ ਕਾਹਲੀ ਹੋਇਆ ਬਹੁਤ। ਇਹ ਵੀ ਦੂਜਾ ਅਰਥ ਜਾਣਨਾ। ਦਿਨ ਕੀ ਬੈਠ ਖਸਮ ਕੀ ਵਰਕਸ। ਹੇ ਜੀਵ, ਸੁਧ ਬੁੱਧੀ ਕਹਿ ਰਹੀ ਹੈ ਨਾ, ਹੇ ਜੀਵ ਜੁਲਾਹੀ ਦੀ ਨਿਆਈ ਹੈ, ਜਿਵੇਂ ਉਹਨੇ ਸਿੱਖਿਆ ਦਿੱਤੀ ਜਾ ਕੇ ਵੀ ਜੂਆ ਖੇਡਦਾ। ਤੇਰੀ ਉਮਰ ਦੇ ਕਿਹੜੇ ਦਿਨ ਰਹਿ ਗਏ, ਤੂੰ ਕਿਹੜੇ ਖਿਆਲ ਦੇ ਚ ਪਿਆ ਹੋਇਆ, ਚੁੱਪ ਕਰਕੇ ਬੈਠਾ ਹੋਇਆ ਸੰਸਾਰ ਦੇ ਵਿੱਚ, ਜੂਆ ਖੇਡ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਖਸਮ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਰਕਸ ਉਲਟ ਹੋਇਆ ਰਿਹਾ ਹੈ। ਤੇ ਜਿਸ ਵੇਲੇ ਜਾਇਓ ਸਮਝੋ ਜਦੋਂ ਪ੍ਰਾਲਬਧ ਰੂਪੀ ਅਵਸਥਾ ਬੈਠ ਗਈ ਤੇ ਦਿਨ ਪੂਰੇ ਹੋ ਗਏ, ਦਿਨ ਕੀ ਗਿਣਤੀ ਜਿਹੜੀ ਆ ਪੂਰੀ ਹੋ ਗਈ, ਤੇ ਫਿਰ ਜਿਹੜਾ ਖਸਮ ਮਾਲਕ ਕੀ ਦਾ ਅਰਥ ਹੈ ਦੀ, ਬਰਕਸ ਉਲਟੀ ਨਿਗਾਹ ਹੋ ਜਾਣੀ ਹੈ ਤੇਰੇ ਤੇ। ਨਦਰ ਅਪੱਠੀ ਜੇ ਕਰੇ ਸੁਲਤਾਨੋਂ ਕਾ ਗੁਰਾਈ। ਇਹ ਤੇਰੀ ਨਿਗਾਹ ਤੇਰੇ ਤੇ ਪੁੱਠੀ ਹੋ ਜਾਏਗੀ। ਉਸ ਵੇਲੇ ਪੁੱਠੀ ਨਿਗਾਹ ਹੋ ਗਈ ਤੇ ਤੂੰ ਧੱਕੇ ਖਾਂਦਾ ਫਿਰੇਂਗਾ। ਇਹ ਵੇਲਾ ਕਤ ਆਈ। ਤੇਰੇ ਕੋਲ ਮਨੁੱਖਾ ਸਰੀਰ ਨੂੰ, ਮਨੁੱਖਾ ਜਨਮ ਨੂੰ ਸਫਲ ਕਰਨ ਦਾ ਵੇਲਾ ਸਮਾਂ ਕਤ ਕਦੋਂ ਆਊਗਾ, ਫਿਰ ਉਹ ਕਿਵੇਂ ਆਏਗਾ। ਬਾਅਦ ਵਿੱਚ ਇਹ ਸਮਾਂ ਨਹੀਂ ਤੈਨੂੰ ਮਿਲਣਾ। ਹੁਣ ਜਿਹੜੇ ਪਰਿਵਾਰ ਦੇ ਜੀਆਂ ਦਾ ਮੋਹ ਕਰ ਕਰਕੇ ਨਾ, ਪਸ਼ੂ ਪੰਛੀ ਵੀ ਆਪਣੇ ਪਰਿਵਾਰ ਦੇ ਮੋਹ ਕਰਦੇ, ਤੂੰ ਵੀ ਕਰ ਰਿਹਾ। ਆਇਆ ਤੂੰ ਜਿਸ ਕੰਮ ਵਾਸਤੇ ਉਹ ਨਹੀਂ ਕਰ ਰਿਹਾ, ਇਸ ਕਰਕੇ ਪਛਤਾਏਗਾ ਫਿਰ ਤੋਂ। ਛੋਟੇ ਕੁੰਡੇ ਭੀਗੈ ਪੁਰੀਆ। ਕਹਿੰਦੇ ਫਿਰ ਅੰਤ ਦੇ ਵੇਲੇ ਇਹ ਪਦਾਰਥਾਂ ਰੂਪੀ ਜਿਹੜੇ ਕੁੰਡੇ ਨੇ ਉਹ ਵੀ ਛੋਟੇ ਛੁੱਟ ਜਾਣਗੇ।
ਇਹ ਪਦਾਰਥਾਂ ਰੂਪੀ ਕੁੰਡੇ ਨੇ ਭਰੇ ਰਹਿਣਗੇ ਪਦਾਰਥ। ਘਰ ਦੇ ਵਿੱਚ ਜਦੋਂ ਮੌਤ ਆ ਗਈ ਤੇ ਪੁਰੀਆਂ ਨਲੀਆਂ ਰੂਪੀ ਵਾਸ਼ਨਾ ਜਾਂ ਇੱਛਾ ਦੇ ਵਿੱਚ, ਜਾਂ ਫਿਰ ਇਹ ਮੰਨੋ ਵੀ ਇੱਛਾ ਦੇ ਭਿੱਜੀਆਂ ਹੀ ਰਹਿਣਗੀਆਂ। ਇੱਛਾ ਜੇ ਪੂਰੀਆਂ ਨਹੀਂ ਹੋਈਆਂ, ਮੌਤ ਆ ਗਈ। ਫਿਰ ਇਸ ਪ੍ਰਕਾਰ हे ਜੀਵ ਰੂਪ ਜਲਾਹੇ, ਤੇਰਾ ਬਣੇਗਾ ਕੀ ਫਿਰ ਤੂੰ? ਤੇ ਉਸ ਵੇਲੇ ਫਿਰ ਇਹ ਹਾਲਤ ਹੋਏਗੀ, ਚੱਲਿਓ ਜੁਲਾਹੋ ਰੀਸਾਈ। ਤੂੰ ਪ੍ਰਲਬਧ ਪੂਰੀ ਹੋਣ ਤੋਂ, ਰੀਸਾਈ ਦਾ ਅਰਥ ਤੇ ਸੋਗ, ਗਮ, ਫਿਕਰ ਦੇ ਵਿੱਚ, ਤੇ ਘਰਦਿਆਂ ਦੇ ਉੱਤੇ ਫਿਰ ਗੁੱਸੇ ਹੋਏਗਾ ਵੀ ਇਹਨਾਂ ਕਰਕੇ ਬਰਬਾਦੀ ਹੋਈ ਮੇਰੀ। ਗੁੱਸਾ ਵੀ ਆਊਗਾ, ਆਪਣੇ ਆਪ ਤੇ ਆਊਗਾ ਵੀ ਦੇਹ ਦੀ ਪਾਲਣ ਵਾਸਤੇ ਸਵਾਸਾਂ ਦੀ ਬਰਬਾਦੀ ਹੋਈ। ਇਸ ਫਿਰ ਚੱਲਿਓ, ਪਰਲੋਕ ਨੂੰ ਜਾਏਗਾ ਜਮਾਂ ਦੇ ਨਾਲ। ਫਿਰ ਬ੍ਰਾਹਮਣ ਤਾਂ ਸੁਣ ਕਰ ਦਿੱਤਾ, ਜਿਹੜਾ ਆਇਆ ਸੀ ਨਾ ਵੀ ਕੰਸੀ ਨੂੰ ਜਿੱਤਣਾ ਆ, ਉਹਦੇ ਹਵਾਸ ਉੱਡ ਕੇ ਵੀ ਕਿਹੋ ਜਿਹਾ ਗਿਆਨ ਹੈ ਕਬੀਰ ਸਾਹਿਬ ਦੇ ਕੋਲ। ਮੈਂ ਤਾਂ ਕਿਹਾ ਐਵੇਂ ਮਾਮੂਲੀ ਜਲਾਹਾ ਹੋਊਗਾ। ਅੱਗੇ ਦੱਸਦੇ ਹਨ, ਛੋਛੀ ਨਲੀ ਤੰਤ ਨਹੀਂ ਨਿਕਸੈ। ਉਸ ਵੇਲੇ ਤੇਰੀ ਜ਼ਬਾਨ ਰੂਪੀ ਨਲੀ ਛੋਛੀ ਖਾਲੀ ਰਹਿ ਜਾਏਗੀ, ਉਹਦੇ ਵਿੱਚੋਂ ਕੋਈ ਵੀ ਬਾਕ ਰੂਪ ਤੰਤ ਧਾਗਾ ਨਹੀਂ ਨਿਕਲੇਗਾ। ਫਿਰ ਇਹ ਨਹੀਂ ਨਿਕਲਣਾ, ਫਿਰ ਬਚਨ ਨਹੀਂ ਨਿਕਲਣਾ। ਜਦੋਂ ਅੰਤ ਦਾ ਵੇਲਾ ਹੁੰਦਾ ਕੋਈ ਬਚਨ ਥੋੜੀ ਨਿਕਲਦੇ ਆ। ਜਾਂ ਫਿਰ ਇਹ ਕੋਈ ਸਾਰਾ ਗੋਪੀ ਜਿਹੜੀ ਨਲੀ ਖਾਲੀ ਹੋ ਜਾਏਗੀ, ਸਵਾਸਾਂ ਰੂਪੀ ਤੰਤ ਧਾਗੇ ਨਹੀਂ ਨਿਕਲਣਗੇ ਉਹਦੇ 'ਚ। ਉਸ ਵੇਲੇ ਫਿਰ ਇਹ ਜਿਹੜੀ ਪ੍ਰਾਨ ਅਪਾਨ ਰੂਪ ਵਾਯੂ ਹੈ, ਇਹਦੇ ਬਾਰੇ ਦੱਸਦੇ ਨਾ ਤਰ ਰਹੀ ਉਰਜਾਈ। ਫਿਰ ਪ੍ਰਾਨ ਅਪਾਨ ਰੂਪ ਵਾਯੂ, ਇਹਦੀ ਤਰ ਤੁਰ ਜਲਾਹੇ ਦੀ ਲੱਠ ਦੀ ਜੋ ਅੰਦਰ ਗੰਢ ਪਾਈ ਹੁੰਦੀ ਹੈ, ਕਹਿੰਦੇ ਇਹ ਵੀ ਗੰਢ ਪਾਈ ਆ ਪ੍ਰਾਨ ਅਪਾਨ ਦੀ, ਇਹ ਵੀ ਉਰਜਾਈ। ਉਰਜੀ ਨਾ ਰਹੇਗੀ, ਭਾਵੇਂ ਗੰਢ ਖੁੱਲ ਜਾਏਗੀ। ਜਦੋਂ ਗੰਢ ਖੁੱਲਦੀ ਹੈ, ਇੱਕ ਲੰਮਾ ਸਾਹ ਆਉਂਦਾ ਹੈ, ਬਸ ਉਹਦੇ ਨਾਲ ਜੀਵਨ ਸਮਾਪਤ ਹੋ। ਉਹ ਗੰਢ ਖੁੱਲ ਕੇ ਨਾ ਉਹ ਲੰਮਾ ਸਾਹ ਹੈ ਪਿੱਛੋਂ। ਇਹ ਹਾਲ ਤੇਰਾ ਹੋ ਜਾਏਗਾ। ਛੋੜ ਪਸਾਰ ਇਹਾ ਰਹੋ ਬੱਪਰੀ। ਭਗਤ ਕਬੀਰ ਸਾਹਿਬ ਜੀ ਕਥਨ, ਹੈ ਬੱਪਰੀ। ਇਹ ਕਹਿਣ ਲੱਗੇ ਵਿਪਰੀ ਬੁੱਧੀ ਵਾਲੇ ਪੰਡਤ, ਵਿਪਰ ਹੈ ਨਾ, ਵਿਪਰ ਜਿਹਾ ਬੁੱਧੀ ਵਾਲੇ ਵਿਪਰ, ਤੂੰ ਜਿਹੜਾ ਜਲਾਹਾ ਕਹ ਕੇ ਮੈਨੂੰ ਭੰਡਦਾ ਸੀ, ਦਵੈਸ਼ ਬੁੱਧੀ ਵਾਲੇ, ਇਹ ਸਾਰਾ ਪਸਾਰਾ ਛੋੜ ਛੱਡ ਕੇ ਇਹਾਂ ਇਸ ਵਿਚਾਰ ਵਿੱਚ ਰਹੋ, ਰਹਿਣਾ ਕਰ ਤੂੰ। ਅਤੇ ਨਾਲ ਫਿਰ ਇਹ ਵੀ ਦੱਸ ਮੈਨੂੰ ਕਿ ਮੈਂ ਤੈਨੂੰ ਇਹ ਜਿਹੜੀ ਵਿਚਾਰ ਤੂੰ ਪੁੱਛੀ ਸੀ, ਮੈਂ ਸਮਝਾ ਕੇ ਦੱਸ ਰਿਹਾ ਵੀ ਜੀਵ ਜਲਾਹਾ ਕਿਵੇਂ ਹੈ। ਕਹੋ ਕਬੀਰ ਸਮਝਾਈ। ਤੇ ਕਹੋ ਤੈਨੂੰ ਸਮਝਾਈ, ਸਮਝ ਆ ਗਈ ਤੈਨੂੰ? ਕਬੀਰ ਸਾਹਿਬ ਕਹਿੰਦੇ ਮੈਂ ਤੈਨੂੰ ਸਮਝਾਈ, ਜੋ ਸਮਝਾਇਆ ਸਮਝ ਆਈ। ਤੇ ਅੱਗੋਂ ਫਿਰ ਸਾਧ ਸੰਜੀ ਫਿਰ ਉਹਨੇ ਜਲਾਹੇ ਨੇ, ਤੇ ਜਿਹੜਾ ਜਲਾਹਾ ਕਹਿੰਦਾ ਸੀ ਪੰਡਤ ਨੇ, ਹੱਥ ਜੋੜ ਕੇ ਕਹਿੰਦਾ ਹਾਂ ਬਈ ਮੇਰੀ ਗੱਲ ਸਮਝ ਆ ਗਈ ਮੈਨੂੰ ਕਿ ਜੀਵ ਜਲਾਹਾ ਹੈ। ਫਿਰ ਤੁਸੀਂ ਚਲੋ ਜੀ, ਜੀਵ ਤਾਂ ਸਿੱਧ ਕਰਤਾ ਤੁਸੀਂ ਜਲਾਹਾ, ਹੁਣ ਤੁਸੀਂ ਈਸ਼ਵਰ ਨੂੰ ਜਲਾਹਾ ਸਿੱਧ ਕਰੋ। ਤੁਸੀਂ ਤਾਂ ਰੱਬ ਨੂੰ ਵੀ ਕਹਿਤਾ ਜਲਾਹਾ, ਈਸ਼ਵਰ ਵੀ ਜਲਾਹਾ ਹੈ ਕਿ? ਉਹ ਕਹਿੰਦਾ ਵੀ ਦੇਖ, ਜਦੋਂ ਜੀਵ ਜਲਾਹਾ ਸਿੱਧ ਕਰ ਦਿੱਤਾ, ਈਸ਼ਵਰ ਜਲਾਹਾ ਸਿੱਧ ਕਰ ਦਿੱਤਾ, ਸਾਰੀ ਦੁਨੀਆ ਜਲਾਹਾ ਹੋ ਗਈ ਕਿ ਨਹੀਂ? ਫਿਰ ਉਹ ਕਹਿੰਦਾ ਹੋ ਜਾਵੇ, ਤੇ ਈਸ਼ਵਰ ਨੂੰ ਜਲਾਹਾ ਸਿੱਧ ਕਰੋ ਤੁਸੀਂ। ਕਿਵੇਂ ਹੋ ਜਾਊਗਾ? ਅਲਝਾਉਣਾ ਚਾਹੁੰਦਾ ਪੰਡਤ। ਫਿਰ ਇਸੇ ਸ਼ਬਦ ਦੁਆਰਾ ਤੀਸਰਾ ਅਰਥ ਉਹ ਕੀਤਾ ਜਾਂਦਾ ਹੈ ਜੀ, ਗਈ ਬਨਾਵਨ ਮਾਹੋ। ਰਹਾਓ ਤੋਂ ਹੀ ਫਿਰ ਅਰਥ ਹੈ ਇਹਦਾ। ਹੇ ਪੰਡਤ, ਜਦੋਂ ਮਾਹੋ ਇੱਥੇ ਉੱਥੇ ਚੰਦਰਮਾ ਦਾ ਅਰਥ ਲਾਇਆ ਸੀ। ਚੰਦਰਮਾ ਤੋਂ ਚੰਦਰਮਾ ਦੀ ਸੀਤਲਤਾ ਲਈ ਸੀ, ਸੀਤਲਤਾ ਵਿੱਚੋਂ ਸੀਤਲ ਬੁੱਧ ਲਈ ਸੀ। ਹੁਣ ਇੱਥੇ ਕੀ ਹੈ? ਮਾਹੋ ਮਾਇਆ ਦਾ ਨਾਮ ਹੈ। ਜਦੋਂ ਮਾਇਆ ਆ ਬ੍ਰਹਮੰਡ ਰੂਪੀ ਤਾਣੇ ਨੂੰ ਤਣਨ ਵਾਸਤੇ, ਬੁਣਨ ਵਾਸਤੇ ਪਰਮੇਸ਼ਰ ਦੇ ਕੋਲ ਗਈ, ਜਿਵੇਂ ਜਲਾਹੀ ਗਈ ਸੀ। ਮਾਇਆ ਜਲਾਹੀ ਦੀ ਨਹੀਂ ਆਈ, ਈਸ਼ਵਰ ਜਲਾਹੇ ਦੀ ਨਹੀਂ, ਮਾਲਕ ਹੈ ਨਾ ਉਹ। ਉਹਦੇ ਸਨਮੁਖ ਹੋਈ। ਉਸ ਵੇਲੇ ਪਰਮੇਸ਼ਰ ਨੇ ਆਪਣਾ ਘਰ, ਜਿਹੜਾ ਘਰ ਕਿਹੜਾ ਸੀ? ਸੁੱਧ, ਅਵਨਾਸੀ, ਅਕਿਰਿਆ। ਹਾਂਜੀ ਬੋਲੇ। ਘਰ ਛੋੜਿਆ ਜਾਏ ਜੁਲਾਹੋ। ਤੇ ਉਹ ਘਰ ਜਿਹੜਾ ਸੀ, ਠੀਕ ਆ ਭਾਈ, ਇਸੇ ਤਰ੍ਹਾਂ ਧਿਆਨ ਰੱਖਣ ਦੀ ਲੋੜ ਹੈ। ਆਪਣਾ ਘਰ ਜਿਹੜਾ ਭਾਵ ਸੁੱਧ, ਅਕਿਰਿਆ, ਅਵਨਾਸੀ, ਸਤ ਚੇਤਨ ਆਨੰਦ ਰੂਪ, ਜਿਹੜਾ ਉਹ ਸੁੱਧ ਸਰੂਪ, ਅਕਿਰਿਆ ਜਿਹੜਾ ਸੀ, ਕਿਰਿਆ ਤੋਂ ਰਹਿਤ, ਉਹ ਮਾਇਆ ਸਬਲ ਪੁਣਾ ਰੂਪ,
ਜਲਾਹੋ ਜੁਲਾਹਾ ਪੁਣਾ ਈਸ਼ਵਰ ਆਪਣੇ ਆਪ ਦੇ ਵਿੱਚ ਵੀ ਜਾਏ ਪੈਦਾ ਕਰ ਲਿਆ ਉਹਨੇ ਆਪਣੇ ਆਪ ਨੂੰ, ਆਪਣੀ ਮਾਇਆ ਆਪ ਪਸਾਰੀ, ਉਹਦੇ ਹੁਕਮ ਦੇ ਵਿੱਚ ਮਾਇਆ ਬ੍ਰਹਮੰਡ ਰਚਦੀ ਹੈ। ਸੋ ਇਸ ਕਰਕੇ ਜਿਵੇਂ ਜਲਾਹੀ ਤਾਣੇ ਬਾਣੇ ਦੇ ਨਾਲ ਸਾਰਾ ਕੰਮ ਨਹੀਂ ਕਰਕੇ, ਕਹਿੰਦੀ ਮੈਂ ਕਰਕੇ ਆਈ ਹਾਂ ਸਾਰਾ ਕੁਝ, ਵੀ ਤੈਂ ਤਾਂ ਹੁਣ ਇਹਨਾਂ ਕੀ ਕਰਨਾ ਹੈ। ਉਹ ਮਾਇਆ ਕਹਿੰਦੀ ਹੈ ਵੀ ਹੁਣ ਤੂੰ ਮਾੜੀ ਜੀ ਸੱਤਾ ਹੀ ਦੇ, ਤੇ ਬਾਕੀ ਦਾ ਕੰਮ ਤਾਂ ਤਾਣਾ ਬਾਣਾ ਤਣ ਲਿਆ ਸਾਰਾ। ਇਸ ਕਰਕੇ ਹੁਣ ਅੱਗੇ ਦੱਸਦੇ ਹਨ, ਗਾਜ ਨਵ ਗਾਜ 10 ਗਾਜ 21। ਤੇ ਹੁਣ ਇਹ ਰਹਾਉ ਵਾਲੀ ਤੁਕ ਤੋਂ, ਕਿਉਂਕਿ ਸਿਧਾਂਤ ਉੱਥੋਂ ਲਿਆ ਹੈ, ਈਸ਼ਵਰ ਨੇ ਕਿਹਾ ਕਿ ਬ੍ਰਹਮੰਡ ਦੀ ਤਾਣੀ ਕਿੰਨੀ ਕੁ ਹੈ। ਜਿਵੇਂ ਜਲਾਹੇ ਨੇ ਪੁੱਛਿਆ ਸੀ ਵੀ ਮਿਣਤੀ ਹੈ, ਮਿਣਤੀ ਨਹੀਂ ਕਰੀ, ਜਾਣ ਕੇ ਪੁੱਛਿਆ ਮਾਇਆ ਗਿਣਤੀ ਕਰਕੇ ਦੱਸਦੀ ਹੈ। ਕਹਿੰਦੀ ਜੀ ਹਾਂ, ਈਸ਼ਵਰ ਨੂੰ ਕਹਿੰਦੀ ਹੈ ਗਜ ਨਵ 9 ਗਜ, ਪੁਰਖ ਪ੍ਰਕਿਰਤੀ ਮਹਿ ਤਤ ਤ੍ਰਿਧਾ ਹੰਕਾਰ 5 ਤਨ ਮਾਤਰਾ ਸ਼ਬਦ ਸਪਰਸ ਰੂਪ ਰਸਗੰਧ। ਇਹ ਕਹਿਣ ਲੱਗੇ ਵੀ 9 ਗਜ ਨੇ, ਇਹਦੀ ਗਿਣਤੀ 2 ਤਰ੍ਹਾਂ ਕਰਕੇ ਹੈ। ਪੁਰਖ ਤੇ ਪ੍ਰਕਿਰਤੀ ਦਾ ਆਪਸ ਵਿੱਚ ਹੀ ਸੰਵਾਦ ਹੋਣ ਕਰਕੇ ਇਹ ਦੋਵੇਂ ਨਹੀਂ ਗਣਨੇ, ਇਹਨਾਂ ਤੋਂ ਬਿਨਾਂ ਪੂਰੇ ਕਰਨੇ ਹੈ। ਮਹਿ ਤੱਤਵ ਤ੍ਰਿਧਾ ਹੰਕਾਰ ਰਜੋਗੁਣ ਸਤੋਗੁਣ ਤਮੋਗੁਣ ਜਿਹੜਾ ਹੈ, ਇਹਦੀ ਸੂਖਮ ਹੰਗਤਾ। ਇਹ ਤ੍ਰਿਧਾ ਹੰਕਾਰ 4 ਹੋ ਗਏ ਤੇ 5 ਤਨ ਮਾਤਰਾ, ਇਹਨਾਂ ਚੋਂ 5 ਲੈਣੇ ਆ। ਇਹ ਸਾਰੇ ਜਿਹੜੇ ਨੇ 9 ਗਜ, ਜਾਣੀ ਇਸ ਨੂੰ ਗਿਣਤੀ ਇਹਨਾਂ ਦੀ 9 ਹੋ ਗਈ। ਤੇ ਇਸ ਕਰਕੇ ਕਹਿੰਦੇ ਨੇ ਫਿਰ ਇਹ ਮਹਿ ਤੱਤਵ ਵਿੱਚ ਗਿਣ ਲਿਆ। ਤ੍ਰਿਧਾ ਹੰਕਾਰ 4 ਉਹ ਹੋ ਗਏ, 5 ਉਹ ਹੋ ਗਏ। ਇਹਨਾਂ ਦੀ ਇਸ ਤਰ੍ਹਾਂ 4 5 ਤੇ 4 9 ਹੋ ਗਏ। ਕਹਿੰਦੇ ਇਹ ਜਿਹੜੇ ਨੇ 9 ਗਜ ਹੋ ਗਏ ਨੇ। ਇੱਕ ਤਾਂ ਇਹ ਦੱਸਿਆ ਹੈ। ਦੂਸਰਾ ਗਜ 10, ਗਜ 10 ਕਿਹੜੇ ਨੇ? 10 ਦਿਸ਼ਾ, ਪੂਰਬ ਪੱਛਮ ਉੱਤਰ ਦੱਖਣ, ਇਹਨਾਂ ਦੇ ਚਾਰੇ ਕੌਣ, ਅਗਨ ਕੌਣ, ਨੈਰਤ ਕੌਣ, ਵੈਵੀ ਕੌਣ, ਈਸ਼ਾਨ ਕੌਣ, ਆਕਾਸ਼ ਤੇ ਪਤਾਲ ਵਾਲੇ 2 ਪਾਸੇ, ਇਹ ਸਾਰੇ ਜਿਹੜੇ ਨੇ ਇਉਂ ਗਿਣ ਦਿੱਤੇ ਹਨ ਜੀ। ਗਜ 21, ਇਹ ਜਿਹੜੇ ਅੱਗੇ ਸਾਹ ਸੀ ਗਜ 21 ਗਜ ਕਿਹੜੇ? ਸਾਰੇ ਕਹਿੰਦੇ ਵੀ ਇਹ ਪੂਰੇ ਕਰ ਦਿੱਤੇ ਹੈ। 7 ਪਤਾਲ ਤੇ 7 ਆਕਾਸ਼, 7 ਦੀਪ, ਜਾਂ ਵੇ 7 ਸਮੁੰਦਰ ਵੀ ਲਾਏ ਜਾਂਦੇ ਹੈ। ਇਹ ਬ੍ਰਹਮੰਡ ਰੂਪੀ 21 ਪੁਰੀਆਂ ਵਾਲਾ ਜਿਹੜਾ ਇਹ ਰਚ ਦਿੱਤਾ ਹੈ। ਪੁਰੀਆ ਏਕ ਤਨਾਈ, ਤੇ ਇਹ ਫਿਰ ਬ੍ਰਹਮੰਡ 21 ਪੁਰੀਆਂ ਦਾ ਇੱਕ ਤਨਾਈ ਤਾਣਾ ਬਣ ਗਿਆ ਹੈ ਸਾਰਾ ਜੀ। ਆਹ ਪਿਆ ਤਿਆਰ ਹੁਣ ਵੀ ਇਹ ਮੈਂ ਇਸ ਤਰ੍ਹਾਂ ਦੀ ਵਿਉਂਤ ਬਣਾਈ ਹੈ, ਹੁਣ ਤੁਸੀਂ ਬਸ ਇਹ ਸੱਤਾ ਦਿਓ ਤੇ ਸੰਸਾਰ ਬਣ ਜਾਏ। ਇਸ ਪ੍ਰਕਾਰ ਕਿਹਾ ਹੈ। 60 ਸੂਤ ਨਵ ਖੰਡ 72, 60 ਸੂਤ, 60 ਜਿਹੜੇ ਸੰਮਤ ਨੇ, ਇਹ ਜਿਹੜੇ 60 ਸੰਮਤ ਨੇ 20 ਬਰਸ ਦੀਆਂ ਜਿਹੜੀਆਂ ਇਹ 3 ਵੀਸੀਆਂ ਗਿਣਾਉਂਦੀਆਂ ਨੇ। 20 ਦੂਣੀ 40 ਤੇ 20 60। ਉਹ ਕਿਸ ਤਰ੍ਹਾਂ ਹੈ? 60 ਸੰਮਤ ਜਿਹਦੇ ਚ 20 ਬਰੇ ਬਰਮਾ ਰਾਜ ਕਰਦਾ ਹੈ, 20 ਬਰੇ ਵਿਸ਼ਨੂੰ ਜੀ ਦੇ ਹੁੰਦੇ ਨੇ ਰਾਜ ਕਰਨ ਦੇ, 20 ਬਰੇ ਸ਼ਿਵ ਜੀ ਦੇ ਹੁੰਦੇ ਨੇ। ਇਹ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਬਰਮਾ ਦੀ ਵੀਸੀ ਆਉਂਦੀ ਹੈ ਉਦੋਂ ਬਹੁਤ ਸਾਰੇ ਲੋਕਾਂ ਦੀ ਪੈਦਾਇਸ਼ ਹੁੰਦੀ ਹੈ। ਜਦੋਂ ਵਿਸ਼ਨੂੰ ਦੀ ਵੀਸੀ ਆਉਂਦੀ ਹੈ ਉਦੋਂ ਜਗ ਦੀ ਪਾਲਣਾ ਬਹੁਤ ਚੰਗੀ ਤਰ੍ਹਾਂ ਹੁੰਦੀ ਹੈ। ਲੋਕ ਭੋਜਨ ਆਦਿ ਤ੍ਰਿਪਤ ਹੋ ਜਾਂਦੇ ਨੇ, ਕੋਈ ਚੀਜ਼ ਦੀ ਤੋਟ ਨਹੀਂ ਰਹਿੰਦੀ। ਸ਼ਗਨ ਛਕਾਉਣ ਦੇ ਵਾਸਤੇ ਜੀਵਾਂ ਨੂੰ ਬਹੁਤਾ ਮਿਲਦਾ ਹੈ। ਜਦੋਂ ਵੀਸੀ ਆ ਗਈ ਸ਼ਿਵ ਜੀ ਦੀ, ਉਦੋਂ ਬਹੁਤ ਗੜਬੜ ਹੋ ਜਾਂਦੀ ਹੈ, ਲੜਾਈਆਂ ਹੋ ਜਾਂਦੀਆਂ ਨੇ, ਝਗੜੇ ਹੋ ਜਾਂਦੇ ਨੇ, ਜੀਵ ਮਰਦੇ ਮਾਰਦੇ ਬਹੁਤ ਨੇ। ਇਹ 3 ਵੀਸੀਆਂ ਜਿਹੜੀਆਂ ਬ੍ਰਹਮੰਡ ਦੀਆਂ, ਇਹ 60 ਸੂਤ, ਇਹ ਜਿਹੜੀਆਂ ਬੋਲੇ ਜੀ ਦੁਬਾਰੇ। 60 ਸੂਤ ਨਵ ਖੰਡ 72, ਇਹ ਤਾਂ 60 ਸੂਤ, ਇਹ 60 ਹੋ ਗਏ ਜਿਹੜੀਆਂ ਵੀਸੀਆਂ ਇਕੱਠੀਆਂ ਕੀਤੀਆਂ ਨੇ। ਇਹ 3 ਵੀਸੀਆਂ ਬ੍ਰਹਮੰਡ ਰੂਪੀ ਤਾਣੇ ਦੇ, ਇਹ ਤਾਂ ਸਮਝ ਲਓ 60 ਸੂਤ ਨੇ ਇਹ। ਤੇ ਇਹਦੇ ਨਾਲ ਨਵਖੰਡ ਪ੍ਰਿਥਵੀ ਜੋ 9 ਵਿਭਾਗ ਟੁਕੜੇ, ਇਲਾਵਰਤ ਹੈ, ਕਿੰਗ ਪੁਰਖ ਹੈ, ਭੱਦਰ ਹੈ, ਕੇਤਮਾਲ ਹੈ, ਹਰ ਹੈ, ਹਿਰਣਿ ਹੈ, ਰਮਿਆ ਅਤੇ ਕੁਸ਼ ਅਤੇ 72 ਚੌਂਕੜੀਆਂ ਨੇ। ਇਹ ਜਿਹੜੀਆਂ 72 ਚੌਂਕੜੀਆਂ ਜੋ ਮਨੂ ਦੀਆਂ 72 ਚੌਂਕੜੀਆਂ ਬ੍ਰਹਮਾ ਦਾ ਇੱਕ ਦਿਨ ਮੰਨਿਆ ਜਾਂਦਾ ਹੈ। ਇਹਦੀ ਵੀ ਇਸ ਤਰ੍ਹਾਂ ਦੀ ਗਿਣਤੀ ਹੈ। ਰਾਤ ਦਿਨ ਬੀਤ ਜਾਂਦੀਆਂ ਨੇ ਜਦੋਂ, ਇਹਦੇ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਨੇ। ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ,
ਤੇ ਇਸ ਪ੍ਰਕਾਰ ਫਿਰ ਇਹ 72 ਚੌਂਕੜੀਆਂ ਦੀ ਗੱਲ ਕੀਤੀ ਹੈ ਇੱਥੇ। ਜਿਹੜਾ ਮੰਨੂ ਦਾ ਇੱਕ ਦਿਨ ਮੰਨਿਆ ਹੈ, 14 ਇੰਦਰ ਸਮਾਪਤ ਹੋ ਜਾਂਦੇ ਨੇ ਉਹਦੇ 72 ਚੌਂਕੜੀਆਂ ਦੇ ਵਿੱਚ ਇਸ ਪ੍ਰਕਾਰ ਦੀ ਵੀ ਢਾਂਗਣੀ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ 14 ਇੰਦਰ ਬਨਾਸਪਤ ਬ੍ਰਹਮੇ ਦਾ ਇੱਕ ਦਿਵਸ ਬਹਾਵਾ ਐਸਾ ਕਿਹਾ ਹੈ। ਰੋ ਵਿਚਾਰ ਅੱਗੇ ਦੱਸਦੇ ਨੇ। ਪਾਟ ਲੱਗੋ ਅਧਕਾਈ। ਅਧਕਤਾ ਕਰਕੇ ਪਾਠ ਪੇਟਾ ਇਹ ਲੱਗੋ ਲੱਗਿਆ ਹੋਇਆ ਹੈ। ਗਈ ਬਨਾਵਨ ਮਾਹੋ। ਇਹ ਪੰਕਤੀਆਂ ਦਾ ਅਰਥ ਹੋ ਚੁੱਕਾ ਹੈ। ਇਸ ਕਰਕੇ ਫਿਰ ਇਹ ਮਾਇਆ ਰੂਪ ਜਿਹੜੀ ਮਾਹੋ ਜਲਾਹੀ ਹੈ ਸੰਸਾਰ ਦੇ ਤਾਣੇ ਬਾਣੇ ਲਈ ਈਸ਼ਵਰ ਦੇ ਕੋਲ ਗਈ ਹੈ। ਘਰ ਛੋੜਿਆ ਜਾਏ ਜੁਲਾਹੋ। ਉਹਨੇ ਆਪਣਾ ਅਕਰਿਆ ਵਿਨਾਸ਼ੀ ਘਰ ਛੱਡ ਕੇ ਸੰਸਾਰ ਨੂੰ ਫਿਰ ਮਾਇਆ ਸਬਲ ਹੋ ਕਰਕੇ ਈਸ਼ਵਰ ਬਣਾ। ਇਹ ਉਹਨੇ ਛੱਡਿਆ ਆਪਣਾ ਘਰ ਜਿਹੜਾ ਸੀ। ਜਲਾਹਾ ਰੂਪ ਈਸ਼ਵਰ ਐ ਹੈ ਰਹਾਉ। ਅਸਥਾਈ ਦੇ ਕੇ ਕਹਿੰਦੇ ਨੇ ਗਜੀ ਨਾ ਮਿਲੀਐ ਤੋਲ ਨਾ ਤੁਲੀਐ। ਤੇ ਇਹ ਭਾਈ ਗਜਾਂ ਨਾਲ ਭਲਾ ਨਾ ਨਹੀਂ ਮਿਣੀ ਹੈ, ਮਿਣੀ ਹੋਈ ਭਾਵ ਮਿਣੀ ਹੋਈ ਹੈ। ਤੋਲ ਕਹਿੰਦੇ ਤੋਲ ਕਰਕੇ ਭਲਾ ਨਾ ਨਹੀਂ ਤੁਲੀ ਹੈ, ਕਹਿੰਦੇ ਨਹੀਂ ਤੋਲੀ ਹੋਈ ਹੈ ਭਾਵ ਕਿ ਤੋਲੀ ਹੋਈ ਹੈ। ਕਿਸ ਤਰ੍ਹਾਂ 49 ਕਰੋੜ ਧਰਤੀ ਜਿਹੜੀ ਜਦੋਂ ਪ੍ਰਮਾਤਮਾ ਨੇ ਧਰਤੀ ਸਾਜੀ, ਹੁਣ ਜ਼ਿਮੀਂਦਾਰ ਖੇਤੀ ਕਰਦਾ ਹੈ ਉਹਦੇ ਕੋਲ 10 ਕਿੱਲੇ ਨੇ, ਫਿਰ ਬਾਅਦ ਚ ਵਧਾ ਵੀ ਤਾਂ ਲੈਂਦਾ। ਇਹ ਹੁਣ ਦੀ ਗੱਲ ਨਹੀਂ, ਜਦੋਂ ਈਸ਼ਵਰ ਨੇ ਰਚਨਾ ਰਚੀ ਆਦਿ ਕਾਲ ਦੇ ਵਿੱਚ ਜਦੋਂ, ਉਦੋਂ ਫਿਰ ਇਹ ਜਿਹੜੀ ਸੀ ਧਰਤੀ ਜਿਹੜੀ ਹੈ ਉਹ ਸਾਸ ਜੀ ਦੇਵਤਿਆਂ ਦੇ ਨਾਲ ਇੱਕ ਵਾਰੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ। ਇਹ ਦੇਵਤਿਆਂ ਦੇ ਹੰਕਾਰ ਹੋ ਗਿਆ ਵੀ ਸਾਤੋਂ ਬਿਨਾਂ ਪ੍ਰਮਾਤਮਾ ਦਾ ਕੰਮ ਨਹੀਂ ਚੱਲਦਾ, ਸਾਡੇ ਦੁਆਰਾ ਹੀ ਕਰਦੇ। ਤੇ ਭਗਵਾਨ ਜੀ ਕਹਿਣ ਲੱਗੇ, ਕਰਤਾ ਪੁਰਖ ਜੀ ਕਹਿੰਦੇ ਦੇਵਤਿਓ ਜਾਣਦੇ ਹੋਏ ਅਣਜਾਣ ਬਣ ਕੇ ਕਹਿੰਦੇ ਵੀ ਤੁਸੀਂ ਧਰਤੀ ਮਿਣ ਕੇ ਆਓ। ਕਿੰਨੀ ਹੈ ਯੋਜਨਾ ਦੀ ਗਿਣਤੀ ਹੁੰਦੀ ਸੀ, ਜਿਵੇਂ ਪੁਰਾਣੇ ਸਮੇਂ ਕੋਹਾਂ ਦੀ ਫਿਰ ਮੀਲਾਂ ਦੀ, ਹੁਣ ਕਿਲੋਮੀਟਰ ਹੋ ਗਏ ਨਾ, ਇਹ ਤਾਂ ਬਦਲ ਗਿਆ। ਯੋਜਨ ਦੇ ਵਿੱਚ 4 ਕੋਹ ਹੁੰਦੇ ਸੀ। ਕਹਿੰਦੇ ਵੀ ਜਾਓ ਤੁਸੀਂ ਮਿਣ ਕੇ ਆਓ, ਧਰਤੀ ਮਿਣੋ। ਉਹ ਮਿਣ ਕੇ ਆ ਗਏ। ਪਰਮਾਤਮਾ ਨੇ ਜਾਣ ਕੇ ਪ੍ਰੀਖਿਆ ਕਰਨ ਵਾਸਤੇ ਤੇ ਇੱਕ ਇਹੋ ਜਿਹੀ ਪ੍ਰਿਥਵੀ ਰਚ ਦਿੱਤੀ, ਉਹਦੇ ਵਿੱਚ ਬਹੁਤ ਜ਼ਿਆਦਾ ਸਵਰਗ ਨਾਲੋਂ ਵੀ ਸਹੂਲਤਾਂ ਜ਼ਿਆਦਾ ਦੇਖੀਆਂ। ਇਹ ਕਹਿੰਦੇ ਵੀ ਐਂ ਕਰਾਂਗੇ ਵੀ ਹੁਣ ਆਪਾਂ ਕਈ ਵਾਰੀ ਨੌਕਰ ਮਾਲਕ ਤੋਂ ਉਹਲਾ ਰੱਖ ਲੈਂਦਾ ਹੈ, ਪਰਿਵਾਰ 'ਚ ਇੱਕ ਜੀ ਦੂਜੇ ਤੋਂ ਉਹਲਾ ਰੱਖ ਦਿੰਦੇ ਨੇ, ਹੈ ਤਾਂ ਪਰਿਵਾਰ ਹੀ ਹੁੰਦਾ ਪਰ ਫਿਰ ਧੋਖਾ ਹੋ ਜਾਂਦਾ ਹੈ। ਉਹ ਉਹਨਾਂ ਨੇ ਕਿਹਾ ਵੀ ਰੱਬ ਤੋਂ ਉਹਲਾ ਰੱਖੀ ਆਪਾਂ, ਇੱਕ ਨਹੀਂ ਦੱਸਣੀ, 49 ਦੱਸਾਂਗੇ, 50 ਨਹੀਂ ਦੱਸਣੀ ਹੈ, 49 ਕਹਾਂਗੇ ਵੀ 49 ਕਰੋੜ ਹੈ। 1 ਕਰੋੜ ਜਿਹੜੀ ਪ੍ਰਿਥਵੀ ਆਪਣੇ ਵਾਸਤੇ ਰੱਖੋ, ਆਪਾਂ ਮੌਜ ਕਰਿਆ ਕਰਾਂਗੇ। ਉਹ ਦੂਏ ਕਹਿੰਦੇ ਵੀ ਜੇ ਪਤਾ ਲੱਗ ਗਿਆ ਈਸ਼ਵਰ ਨੂੰ, ਕਹਿੰਦਾ ਉਹਨੂੰ ਕੀ ਪਤਾ ਲੱਗੂ, ਜੇ ਉਹਨੂੰ ਪਤਾ ਹੁੰਦਾ ਪ੍ਰਿਥਵੀ ਕਿੰਨੀ, ਆਪਾਂ ਕਾਹਨੂੰ ਮਨਾਉਣ ਵਾਸਤੇ, ਇਹ ਤਾਂ ਆਪਣੇ ਹੱਥ, ਜਿਵੇਂ ਪਟਵਾਰੀ ਕਹੇ ਤਾਂ ਮੇਰੇ ਹੱਥ 'ਚ ਹੈ ਨਾ, ਜਰੀਬ ਜਿੱਦ ਨੂੰ ਮਰਜ਼ੀ ਪਾ ਦਾਂ। ਕਹਿੰਦੇ ਠੀਕ ਹੈ। ਮਿਣ ਕੇ ਆ ਗਏ। ਭਗਵਾਨ ਜੀ ਨੇ ਪੁੱਛਿਆ, ਕਹਿੰਦੇ ਕਿੰਨੀ ਹੋਈ ਹੈ ਧਰਤੀ? ਮਿਣਿਆ ਏ? ਕਹਿੰਦੇ ਜੀ ਮਿਣਿਆ ਏ। ਕਿੰਨੀ ਹੋਈ? ਕਹਿੰਦੇ ਜੀ 49 ਕਰੋੜ। ਭਗਵਾਨ ਜੀ ਕਹਿਣ ਲੱਗੇ 49 ਕਰੋੜ? ਉਹ ਅੱਧੇ ਤਾਂ ਥਿੜਕਦੇ ਉਹਦੇ ਨਾਲ, ਝੂਠੇ ਹੁੰਦਾ। ਕਹਿੰਦੇ ਹਾਂ ਜੀ 49 ਕਰੋੜ ਹੈ। ਉਹ ਕਹਿੰਦੇ ਮੈਂ ਬਣਾਈ ਹੈ, ਮੈਨੂੰ ਨਹੀਂ ਪਤਾ ਵੀ ਕਿੰਨੀ ਹੈ। 50 ਕਰੋੜ ਹੈ, ਤੁਸੀਂ 1 ਕਰੋੜ ਲੁਕੋਈ ਹੈ। ਹੁਣ ਜਦ ਫੜੇ ਗਏ ਕਹਿੰਦੇ ਜੀ ਗਲਤੀ ਹੋ ਗਈ। ਕਹਿੰਦੇ ਨਹੀਂ, ਤੁਹਾਨੂੰ ਪਸੰਦ ਹੈ? ਕਹਿੰਦੇ ਹਾਂ ਜੀ ਪਸੰਦ ਹੈ। ਕਹਿੰਦੇ ਜਾਓ ਉੱਥੇ ਹੀ ਰਹੋ। ਫਿਰ ਜਦ ਗਏ ਉਹ ਤਾਂਬੇ ਦੀ ਧਰਤੀ, ਸੂਰਜ ਦੇ ਪੈ ਕੇ ਤਪੀ, ਉੱਥੇ ਉਹ ਤਾਂ ਲੂਹੇ ਗਏ, ਲੱਗੇ ਬੇਨਤੀਆਂ ਕਰਨ। ਕਹਿੰਦੇ ਭਗਵਾਨ ਜੀ ਸਾਨੂੰ ਤਾਂ ਕੱਢ ਲਓ ਇੱਥੋਂ, ਅਸੀਂ ਤਾਂ ਨਹੀਂ ਰਹਿ ਸਕਦੇ ਇੱਥੇ, ਸਾਤੋਂ ਗਲਤੀ ਹੋ ਗਈ। ਕਹਿੰਦੇ ਫਿਰ ਗਾਹਾਂ ਨੂੰ ਝੂਠ ਨਾ ਬੋਲਿਓ, ਝੂਠ ਦੀ ਸਜ਼ਾ ਹੈ। ਹੁਣ ਇਹ ਦੁੱਖ ਦੇਣ ਵਾਸਤੇ ਮੈਂ ਰਚ ਦਿੱਤੀ ਹੈ, ਪਰ ਹੁਣ ਇੱਕ ਗੱਲ ਹੈ, ਤੁਸੀਂ ਮੇਰੀ ਸ਼ਰਨ ਵਿੱਚ ਆ ਗਏ ਹੋ। ਹੁਣ ਜਿਹੜੇ ਫਿਰ ਨਾਮ ਨਹੀਂ ਜਪਿਆ ਕਰਨਗੇ ਤੇ ਤਸਕਰ ਜੋ ਨਾਮ ਲੈ ਲੈ, ਤਾਂਬੇ ਦੀ ਬਣੀ ਹੋਈ ਧਰਤੀ ਇੱਥੇ ਸੱਪ ਬਣ ਕੇ ਰਿਹਾ ਕਰਨਗੇ। ਤੇ ਤਸਕਰ ਜੋ ਨਾਮ ਲੈ ਲੈਵੇ ਬਸ ਹੈ ਕੋਟ 50, 50ਵੀਂ ਕੋਟ ਦੇ ਵਿੱਚ ਉਹ ਰਿਹਾ ਕਰਨਗੇ ਸੱਪ ਬਣ ਕੇ। ਹੁਣ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਉੱਥੇ ਘੱਲ ਦਿਆ ਹੈ। ਧਰਮਰਾਜ ਕਹਿੰਦੇ ਜਾ ਵੀ ਤੇਰੇ ਵਾਸਤੇ ਤਿਆਰ ਹੈ ਧਰਤੀ। ਤੜਫੀ ਜਾਂਦੇ ਨੇ, ਫਿਰ ਬਟੇ ਖਾਈ ਜਾਂਦੇ ਨੇ। ਇਸ ਕਰਕੇ ਨਾਮ ਜਪਣਾ ਚਾਹੀਦਾ ਹੈ। ਤੇ ਇਉਂ ਇਹ ਫਿਰ ਸਾਰੀ ਜਿਹੜੀ ਗਿਣਤੀ ਕੀਤੀ ਹੋਈ ਹੈ, ਕਹਿੰਦੇ ਨਹੀਂ ਸਾਰੀ ਤੋਲੀ ਹੋਈ ਹੈ ਵੇ ਇਹ 49 ਕਰੋੜ ਧਰਤੀ। ਉਹਨਾਂ ਨੇ ਕਿਹਾ ਸੀ 50 ਕਰੋੜ ਹੈ। ਤੇ ਇਉਂ 50 ਕਰੋੜ ਯੋਜਨ
ਜਿਹੜੀ ਧਰਤੀ ਗਜਾਂ ਨਾਲ ਮਿਣੀ ਹੋਈ ਹੈ, ਦੇਵਤਿਆਂ ਨੇ ਮਿਲੀ, ਅਤੇ ਫਿਰ ਧਰਮ ਰੂਪੀ, ਜਿਹੜਾ ਧਰਮ ਰੂਪੀ ਧੌਲੇ ਦੇ ਸਿਰ ਤੇ ਚੁੱਕੀ ਹੈ, ਧਰਮ ਰੂਪੀ ਧੌਲ ਧਰਮ ਦਾ ਕਪੂਤ, ਜਾਂ ਫਿਰ ਕਈ ਕਹਿੰਦੇ ਸ਼ੇਖ ਨਾਗ ਧਰਤੀ 'ਚ, ਉਹ ਧਰਮ ਰੂਪੀ ਹੀ ਹੈ। ਤੇ ਉਹ ਕਹਿੰਦੇ ਸਰੋਂ ਦੇ ਦਾਣਾ ਜਿਵੇਂ ਪਿਆ ਹੋਵੇ ਉਹਨੂੰ ਭਾਰ ਹੀ ਨਹੀਂ ਲੱਗਦਾ ਨਾਮ ਦੇ ਪ੍ਰਤਾਪ ਕਰਕੇ। ਉਹ ਫਿਰ ਅੱਗੇ ਦੱਸਦੇ ਹਨ, ਪਾਚਨ ਸਿਰ ਅਢਾਈ, ਇਉਂ ਤੋਲੀ ਹੋਈ ਹੈ ਪਾਚਨ ਸਿਰ ਅਢਾਈ, 2.5 ਮਾਤਰਾ ਰੂਪ ਜੋ ਓੰਕਾਰ ਸ਼ਬਦ ਉਚਾਰਿਆ ਹੈ, ਇਹ 2.5 ਸਿਰ ਰੂਪੀ ਪਾਚਨ ਪਾਣ ਲਾਈ ਹੋਈ ਹੈ ਇਸ ਨੂੰ ਜਲਾਹੇ ਈਸ਼ਵਰ ਨੇ। ਜੋ ਕਰ ਪਾਚਨ ਬੇਗ ਨਾ ਪਾਵੇ, ਹੇ ਈਸ਼ਵਰ ਜੋ ਕਰ, ਜੇਕਰ ਆਪ ਨੂੰ ਉਸ ਓੰਕਾਰ ਮਾਤਰਾ ਦੇ ਲਕਸ਼ ਭਾਗ ਦੀ ਸੱਤਾ ਸਫੁਰਤੀ ਰੂਪ ਪਾਚਨ ਪਾਣ ਬੇਗ ਛੇਤੀ ਨਾ ਪਾਵੇ ਪ੍ਰਾਪਤ ਹੋਵੇ, ਤਾਂ ਫਿਰ ਸਰੂਰ ਰੂਪੀ ਘਰ ਵਾਲੇ ਤੇ ਉਹ ਫਿਰ ਬੇਸ਼ੱਕ ਭਗਵਾਨ ਜੀ ਕਹਿੰਦੇ ਹਨ ਝਗਰ ਕਰੇ ਘਰ ਹਾਈ, ਤਾਂ ਫਿਰ ਘਰ ਵਾਲੇ ਬੇਸ਼ੱਕ ਮੇਰੇ ਨਾਲ ਝਗੜਾ ਕਰੇ ਕਿ ਮੈਂ ਸ੍ਰਿਸ਼ਟੀ ਦੀ ਰਚਨਾ ਨਹੀਂ ਕਰਦਾ। ਇਹ ਜਿਹੜੀ ਜਲਾਹੀ ਤਾਂ ਝਗੜਾ ਕਰੂਗੀ ਨਾ ਮਾਇਆ ਵੀ ਮੈਂ ਰਚ ਨਹੀਂ ਰਿਹਾ। ਜਦੋਂ ਤੁਹਾਨੂੰ ਪਾਣ ਮਿਲ ਗਈ ਤਾਂ ਫਿਰ ਸ੍ਰਿਸ਼ਟੀ ਰਚਨ ਦਾ ਉਦਮ ਕਿਉਂ ਨਹੀਂ ਕਰਦੇ? ਇਹ ਫਿਰ ਮਾਇਆ, ਜਿਵੇਂ ਜੁਲਾਹੇ ਦੇ ਘਰ ਵਾਲੀ ਕਹਿੰਦੀ ਸੀ, ਕਹਿੰਦੇ ਜੀ ਹੁਣ ਤਾਂ ਸਾਰਾ ਕੁਝ ਤਿਆਰ ਹੈ, ਰਚੋ ਹੁਣ ਤੁਸੀਂ। ਤੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ, ਜਿਨ ਕੀ ਬੈਠ ਖਸਮ ਕੀ ਬਰਕਸ, ਪੰਡਤ ਕਹਿੰਦਾ ਕਬੀਰ ਜੀ ਫਿਰ ਇਹ ਪਰਲੋਂ ਕਦੋਂ ਹੁੰਦੀ ਹੈ? ਪਰਲੋਂ ਦਾ ਵੇਲਾ ਕਦੋਂ, ਕਤ, ਕਿਸ ਪ੍ਰਕਾਰ ਕਦੋਂ ਆਉਂਦਾ? ਫਿਰ ਇਹ ਪਰਲੋਂ ਦਾ ਵੇਲਾ ਨਾਮ ਹੈ ਸਮੇਂ ਦਾ। ਸਾਰੀ ਪੜ੍ਹ ਦੋ ਜੀ ਪੰਕਤੀ। ਇਹ ਵੇਲਾ ਕਤ ਆਈ, ਇੱਥੋਂ ਹੀ ਅਰਥ ਚੱਲਣਾ ਇਹਦਾ। ਪੰਡਤ ਜੀ ਕਹਿੰਦੇ ਇਹ ਵੇ ਪਰਲੋਂ ਦਾ ਵੇਲਾ ਸਮਾਂ ਕਦੋਂ ਆਵੇਗਾ? ਤਾਂ ਕਹਿੰਦੇ ਨੇ ਜਿਸ ਦਿਨ ਬ੍ਰਹਮਾ ਦੀ ਉਮਰ 100 ਸਾਲ ਪੂਰੀ ਹੋ ਗਈ ਤੇ ਇਹ ਚਾਰੇ ਯੁੱਗ ਜਿਹੜੇ ਨੇ ਇਹਨਾਂ ਨੂੰ ਇੱਕ ਚੌਂਕੜੀ ਹੋ ਗਈ, 1000 ਵਾਰ ਇਹ ਚੌਂਕੜੀਆਂ ਬੀਤ ਜਾਂਦੀਆਂ ਨੇ। ਜਦੋਂ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ, ਫਿਰ 1000 ਚੌਂਕੜੀਆਂ ਯੁੱਗਾਂ ਦੀਆਂ ਬੀਤਦੀਆਂ, ਫਿਰ ਉਹਦੀ ਰਾਤ ਬਣਦੀ ਹੈ। ਇਹਦੇ ਬ੍ਰਹਮਾ ਦਾ ਇੱਕ ਦਿਨ ਤੇ ਇੱਕ ਰਾਤ, ਇਹਦੇ ਦਿਨ ਦੇ ਵਿੱਚ ਫਿਰ ਕਿਹਾ ਵੀ 14 ਇੰਦਰ ਬਨਾਸਪਤ ਬ੍ਰਹਮੇ ਦਾ ਇੱਕ ਦਿਵਸ ਵਿਹਾਪ ਹੈ। ਤੇ ਇਸ ਤਰ੍ਹਾਂ ਫਿਰ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ। 100 ਸਾਲ ਦੀ ਉਹਦੇ 360 ਦਿਨਾਂ ਦਾ ਸਾਲ ਬਣਦਾ ਹੈ। 100 ਸਾਲ ਦੀ ਉਹਦੀ ਉਮਰ ਹੈ। ਜਦੋਂ ਬ੍ਰਹਮਾ ਮਰਦਾ ਹੈ ਫਿਰ ਵਿਸ਼ਨੂੰ ਜੀ ਦਾ ਇੱਕ ਦਿਨ ਬਣਦਾ ਹੈ। ਫਿਰ ਉਹਦੇ ਦਿਨ ਜਿਹੜੇ ਨੇ ਉਹ ਵੀ 360 ਵਰੇ, ਫਿਰ ਉਹਦੇ 100 ਵਰੇ ਦੀ ਉਮਰ ਹੈ। ਫਿਰ ਜਦੋਂ ਉਹ ਸਮਾਪਤ ਹੋ ਜਾਂਦਾ ਹੈ ਸ਼ਿਵ ਜੀ ਦਾ ਇੱਕ ਦਿਨ ਬਣਦਾ ਹੈ। ਫਿਰ ਸ਼ਿਵ ਜੀ ਦੇ ਸਾਧ ਸੰਗੀ 100 ਸਾਲ ਇਸੇ ਤਰ੍ਹਾਂ ਪੂਰੇ ਹੁੰਦੇ ਆ। ਕਹਿੰਦੇ ਜਦੋਂ ਦੇਵਤਿਆਂ ਦੀ ਸਾਰੀ ਉਮਰ ਪੂਰੀ ਹੋ ਜਾਏ ਉਸ ਵੇਲੇ ਫਿਰ ਕਹਿੰਦੇ ਸਮਝ ਲਓ ਵੀ ਵੇਲਾ ਆ ਗਿਆ। ਉਸ ਵੇਲੇ ਸੰਸਾਰ ਨਾਸ ਹੁੰਦਾ ਹੈ। ਕਹਿੰਦੇ ਇਹ ਜਦੋਂ ਸਾਰੇ ਤਿੰਨੇ ਦੇਵਤਿਆਂ ਦੀ ਉਮਰ ਖਤਮ ਹੋ ਗਈ, ਪ੍ਰਕਿਰਤੀ ਦਾ ਇੱਕ ਨਿਮਕ ਬਣਦਾ ਹੈ। ਇੱਕ ਨਿਮਕ ਕਿੱਡਾ ਬੜਾ ਤਾਣਾ ਬਣਾ। ਉਦੋਂ ਫਿਰ ਖਸਮ ਅਕਾਲ ਪੁਰਖ ਜਿਹੜਾ ਹੈ ਉਹਦੀ ਫਿਰ ਬਰ ਜਮਾ ਕਸ, ਬਰ ਸ੍ਰੇਸ਼ਟ ਕਸ ਖਿੱਚ ਪਵੇਗੀ ਕਿ ਮਹਾਪਰਲੋਂ ਕਰ ਦਈਏ, ਫਿਰ ਹੋਊਗੀ ਮਹਾਪਰਲੋਂ। ਪੰਡਤ ਕਹਿਣ ਲੱਗਾ ਕਿ ਵੀਰ ਜੀ ਉਸ ਵੇਲੇ ਪਰਲੋਂ ਕਾਲ ਸਮੇਂ ਸ੍ਰਿਸ਼ਟੀ ਦਾ ਕੀ ਹਾਲ ਹੁੰਦਾ ਹੈ ਉਹ ਵੀ ਮਾੜਾ ਜਿਹਾ ਦੱਸ ਦਿਓ, ਕਿਉਂਕਿ ਤੁਹਾਨੂੰ ਤਾਂ ਮੇਰੇ ਨਾਲੋਂ ਗਿਆਨ ਜ਼ਿਆਦੇ ਹੈ, ਤੁਹਾਡਾ ਅਨੁਭਵ ਦਾ ਗਿਆਨ ਹੈ। ਫਿਰ ਕਬੀਰ ਸਾਹਿਬ ਅੱਗੇ ਦੱਸਦੇ ਹਨ, ਛੂਟੇ ਕੁੰਡੇ ਭੀਗੈ ਪੁਰੀਆ, ਉਸ ਵੇਲੇ ਸਮੁੰਦਰ ਰੂਪੀ ਕੁੰਡੇ ਜਿਹੜੇ ਨਾ ਪਾਣੀ ਦੇ ਭਰੇ ਹੋਏ, ਜਿਵੇਂ ਕੁੰਡਾ ਪਾਣੀ ਦਾ ਭਰਿਆ ਹੁੰਦਾ ਹੈ, ਇਹ ਫਿਰ ਕੁੰਡੇ ਆਪਣੀ ਮਰਿਆਦਾ ਤੋਂ ਛੁੱਟ ਜਾਣਗੇ, ਇੰਨਾ ਉਛਲਣਗੇ ਕਿ ਸਾਰਿਆਂ ਨੂੰ ਡੋਬ ਲੈਣਗੇ। ਉਹ ਪੁਰੀਆਂ ਸ਼ਿਵਪੁਰੀ, ਬਰਮਪੁਰੀ, ਵਿਸ਼ਨਪੁਰੀ, ਇੰਦਰਪੁਰੀ, ਕੁਬੇਰਪੁਰੀ ਸਾਰੇ ਫਿਰ ਭਿੱਜ ਜਾਣਗੇ, ਭਾਵ ਡੁੱਬ ਜਾਣਗੇ। ਤਾਂ ਫਿਰ ਉਸ ਵੇਲੇ ਚਲਿਓ ਜੁਲਾਹੋ ਰੀਸਾਈ, ਈਸ਼ਵਰ ਰੂਪ ਜਲਾਹਾ ਫਿਰ ਰੀਸਾਈ ਤੇਜੀ ਦੇ ਨਾਲ, ਜਿਵੇਂ ਜਲਾਹਾ ਉਥੋਂ ਖੇਡਦਾ ਆਇਆ ਨਾ ਨੱਠ ਕੇ, ਉਹ ਸੁੱਧ ਸਰੂਪ ਰੂਪੀ ਆਪਣੇ ਨਿਜ ਘਰ ਨੂੰ ਚਲਿਆ ਜਾਏਗਾ, ਯਾਨੀ ਆਪਣੇ ਅਕਰੇ ਅਵਨਾਸੀ ਰੂਪ ਸੁੱਧ ਸਰੂਪ ਈਸ਼ਵਰ ਸਮਾ ਜਾਏਗਾ। ਛੋਛੀ ਨਲੀ ਤੰਤ ਨਹੀਂ ਨਿਕਸੈ, ਉਸ ਵੇਲੇ ਨਲੀਆਂ ਦੀ ਨਿਆਈ, ਚੰਦ ਤੇ ਸੂਰਜ ਦਾ ਪ੍ਰਕਾਸ਼ ਵੀ ਛੋਛੀ ਤੁੱਛ ਹੋ ਜਾਏਗਾ। ਇਹਨਾਂ ਚ ਤੰਤ ਧਾਗੇ ਰੂਪੀ ਕਿਰਨਾਂ ਨਹੀਂ ਨਿਕਲਣਗੀਆਂ, ਫਿਰ ਨਿਕਸੈ ਨਹੀਂ ਨਿਕਲਣਗੀਆਂ। ਫਿਰ ਇਸ ਕਰਕੇ ਫਿਰ ਨਾ ਤਰ ਰਹੀ ਉਰਝਾਈ, ਅਤੇ ਇਹ ਜਿਹੜੀ ਤਰ ਤੁਰ ਜੋ ਤੇ
ਪਰਾਬਾਣੀ ਦੀ ਗੰਢ ਹੈ। ਜਿਵੇਂ ਬ੍ਰਹਮੰਡ ਦੇ ਵਿੱਚ ਵੀ ਇੱਕ ਐਸੀ ਗੰਢ ਹੈ, ਬ੍ਰਹਮੰਡ ਵਿੱਚ ਇੱਕ ਹਵਾ ਉੱਪਰਲੀ ਚੀਜ਼ ਉੱਪਰ ਤੇ ਹੇਠਲੀ ਹੇਠਾਂ। ਇਹ ਮੰਨਿਆ ਨਾ, ਜਿੱਥੇ ਇਹ ਕਹਿੰਦੇ ਸਰਜਲੈ ਟੰਗੀ ਹੋਈ ਹੈ, ਇਹ ਅਸਲ ਦੇ ਵਿੱਚ ਗ੍ਰੰਥਾਂ 'ਚ ਇਹਨੂੰ ਸਿਸਮਾਰ ਚੱਕਰ ਕਹਿੰਦੇ ਨੇ। ਇਹਨੂੰ ਇਹ ਸਿਸਮਾਰ ਚੱਕਰ ਦੀ ਗੰਢ ਵੀ ਖੁੱਲ ਜਾਏਗੀ। ਉਹਦੇ ਖੁੱਲਣ ਦੇ ਨਾਲ ਜਿਵੇਂ ਪ੍ਰਾਣ ਅਪਮਾਨ ਦੀ ਗੰਢ ਖੁੱਲੇ ਤੋਂ ਸਰੀਰ ਸਮਾਪਤ ਹੋ ਜਾਂਦਾ ਹੈ, ਉਹ ਗੰਢ ਖੁੱਲੇ ਤੋਂ ਬਾਅਦ ਫਿਰ ਸਾਰਾ ਕੰਟਰੋਲ ਹੀ ਖਤਮ ਹੋ ਜਾਂਦਾ ਹੈ, ਪੂਰਾ ਬ੍ਰਹਮੰਡ ਫਿਰ ਨਾਸ ਹੋ ਜਾਂਦਾ ਹੈ। ਇਉਂ ਬ੍ਰਹਮੰਡ ਦੀ ਗੰਢ ਖੁੱਲ ਜਾਏਗੀ, ਫਿਰ ਉਹ ਸਭ ਕੁਝ ਖਤਮ ਹੋ ਜਾਏਗਾ, ਕੁਝ ਨਹੀਂ ਰਹੇਗਾ। ਛੋੜ ਪਸਾਰ ਇਹਾ ਰਹੋ ਬਪਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਬਪਰੀ, ਵਿਪਰੀ ਬੁੱਧੀ ਵਾਲੇ ਪੰਡਤ ਕਹਿੰਦੇ ਇਸ ਤਰ੍ਹਾਂ ਹੋਰ ਸਭ ਪਸਾਰਾ ਛੋੜ ਛੱਡ ਕੇ, ਇਹ ਬਾਕੀ ਦੀਆਂ ਗੱਲਾਂ ਤੂੰ ਛੱਡ ਦੇ। ਕਹਿੰਦੇ ਇਹਾਂ ਇੱਥੇ ਈਸ਼ਵਰ ਦੇ ਜਲਾਹਾ ਰੂਪ ਬਣਨ ਦੀ ਜਿਹੜੀ ਵਿਚਾਰ ਹੈ ਵੀ ਈਸ਼ਵਰ ਕਿਵੇਂ ਹੈ, ਉਹਦੇ ਵਿੱਚ ਰਹਿਣਾ ਕਰ। ਵੀ ਤੂੰ ਹੋਰੇ ਗੱਲਾਂ ਕਾਹਨੂੰ ਕਰੀ ਜਾਂਦਾ? ਕਹਾਂ ਈਸ਼ਵਰ ਜਲਾਹਾ ਕਿਵੇਂ ਮਿਲੇ, ਮੈਂ ਤੈਨੂੰ ਉਹ ਦੱਸਦੇ ਆ। ਅਸੀਂ ਤੈਨੂੰ ਕਹੋ ਕਬੀਰ ਸਮਝਾਈ, ਇਹ ਅਸੀਂ ਤੈਨੂੰ ਸਮਝਾ ਦਿੱਤਾ ਹੈ ਕਿ ਮਾਇਆ ਤੂੰ ਇਸ ਇੱਛਾ ਰੂਪ ਪਸਾਰੇ ਨੂੰ ਛੱਡ ਕੇ, ਇਹ ਫਿਰ ਈਸ਼ਵਰ ਕਹਿੰਦਾ ਹੈ, ਹੇ ਮਾਇਆ ਤੂੰ ਹੁਣ ਇੱਛਾ ਰੂਪ ਪਸਾਰੇ ਨੂੰ ਛੱਡ ਕੇ ਮੇਰੇ ਸਰੂਪ ਦੇ ਵਿੱਚ ਹੀ ਲੀਨ ਹੋ ਜਾ, ਮੇਰੇ ਵਿੱਚ ਹੀ ਰਹਿ, ਮੇਰੇ ਬਿਨਾਂ ਕੁਝ ਨਹੀਂ ਕਰ ਸਕਦੀ ਤੂੰ। ਜਦੋਂ ਇਸ ਪ੍ਰਕਾਰ ਸਮਝਾਇਆ ਤਾਂ ਮਾਇਆ ਨੂੰ ਸਮਝ ਆਈ। ਕਹੋ ਕਬੀਰ ਸਮਝਾਈ ਕਿ ਇਹ ਨਿਯਮ ਹੈ ਕਿ ਮਾਤਾ ਪਿਤਾ ਤੋਂ ਬਗੈਰ ਬਾਲ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਪੰਡਤ ਜੀ ਨਿਰੰਕਾਰ ਆਪ ਤੋਂ ਉਹ ਵੱਡਾ ਜੁਲਾਹਾ ਹੈ, ਕਿਉਂਕਿ ਉਹ ਮਾਇਆ ਨਾਲ ਮਿਲ ਕੇ ਜਗਤ ਰੂਪੀ ਤਾਣੇ ਨੂੰ ਤਣਦਾ ਹੈ। ਜਿਵੇਂ ਜਲਾਹੀ ਨੇ ਨਾਲ ਹੋ ਕੇ ਤਾਣਾ ਤਣਾਇਆ ਸੀ, ਲੈ ਭਾਈ ਤੂੰ ਮੈਨੂੰ ਜਲਾਹਾ ਕਿਹਾ ਸੀ, ਮੈਂ ਤੈਨੂੰ ਜੀਵ ਵੀ ਜਲਾਹਾ ਸਿੱਧ ਕਰਤਾ, ਰੱਬ ਵੀ ਜਲਾਹਾ ਸਿੱਧ ਕਰਤਾ, ਹੋਰ ਦੱਸ ਹੁਣ ਤੂੰ ਕੀ ਚਾਹੁੰਦਾ। ਇਹ ਜਿਹੜੇ ਤਿੰਨ ਅਰਥ ਨੇ ਸਾਧ ਸੰਗਤ ਜੀ, ਇਹਦੇ ਚ ਪਹਿਲਾ ਤਾਂ ਸੀ ਨਾ ਬਾਹਜ ਅਰਥ, ਤੇ ਦੂਸਰੇ ਸੀ ਅੰਤਰੀਵ ਦੋ ਅਰਥ, ਜੀਵ ਨੂੰ ਜਲਾਹਾ ਕਿਹਾ, ਈਸ਼ਵਰ ਨੂੰ ਜਲਾਹਾ ਕਿਹਾ। ਇਹ ਤਿੰਨ ਅਰਥ ਪੁਰਾਤਨ ਸੰਪਰਦਾਇ ਚਲੇ ਆ ਰਹੇ। ਪਰ ਮਹਾਂਪੁਰਖ ਤਤ ਬੇਤੇ ਵਿਦਿਆ ਮਾਰਤੰਡ ਸ਼੍ਰੀਮਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਮਹਾਂਪੁਰਖਾਂ ਨੇ ਆਪ ਤੋਂ ਵੱਡੇ ਮਹਾਂਪੁਰਖਾਂ ਦੇ ਸੁਣੇ ਜਾਂ ਉਹਨਾਂ ਦਾ ਅਨੁਭਵ ਅੱਗੇ, ਉਹਨਾਂ ਦੇ ਅਨੁਭਵ ਦੇ ਅਰਥ ਨੇ ਐਨ ਟੁਕਾਏ ਮਹਾਂਪੁਰਖਾਂ ਨੇ। ਇਸ ਕਰਕੇ ਹੁਣ ਚੌਥਾ ਅਰਥ ਜਿਹੜਾ ਹੈ ਇਹ ਪੰਡਤ ਤਾਂ ਸਾਧ ਜੀ ਚਰਨੀ ਡਿੱਗ ਪਿਆ। ਫਿਰ ਕਹਿੰਦਾ ਕਬੀਰ ਜੀ ਮੈਨੂੰ ਬਖਸ਼ ਲਓ, ਮੈਂ ਹਾਰਿਆ ਤੁਸੀਂ ਜਿੱਤੇ, ਬਸ ਮੈਨੂੰ ਪਤਾ ਨਹੀਂ ਸੀ ਵੀ ਕੰਸੀ ਚ ਇਹ ਜੇ ਪੰਡਤ ਵੀ ਕਹਿਣ ਵੀ ਦੇਖੋ ਆਪਾਂ ਜਿਹਦਾ ਨਰਾਦਰ ਕਰਦੀ ਸੀ ਜਲਾਹਾ ਕਹਿ ਕੇ, ਇਹ ਪੰਡਤ ਨੇ ਵੀ ਕੀਤਾ। ਐਡਾ ਵੱਡੀ ਸਮਰੱਥਾ ਹੈ, ਜਗ ਐਵੇਂ ਥੋੜੀ ਸੰਪੂਰਨ ਕੀਤਾ ਪਰਮਾਤਮਾ ਨੇ ਕਬੀਰ ਦਾ। ਤੇ ਇਸ ਪ੍ਰਕਾਰ ਫਿਰ ਹੁਣ ਚੌਥਾ ਅਰਥ ਦੱਸਦੇ ਹਨ ਜੀ, ਅਨੁਭਵੀ ਅਰਥ ਹੈ ਸਤਿਪੁਰਸ਼ਾਂ ਦਾ ਜੀ। ਗਾਜ ਨਵ ਗਾਜ 10 ਗਾਜ 21, ਗਜ ਨਵ 9 ਗੋਲਕਾਂ, ਗਜ 10 ਇੰਦਰੇ, ਗਜ 21 5 ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ 5 ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ੇ, 5 ਪ੍ਰਾਣ, ਤੇ ਇਹ ਜਿਹੜੇ ਨੇ ਜਿਹੜੀਆਂ 5 ਪੌਣਾ 21, 21ਵਾਂ ਮਨ ਹੋ ਗਿਆ। ਇਹ ਸਾਰੇ ਜਿਹੜੇ ਹਨ ਇੱਕ ਅਦਵੈਤ ਸਰੂਪ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਪੁਰੀਆ ਏਕ ਤਨਾਈ, ਤੇ ਉਹ ਫਿਰ ਉਸ ਏਕ ਅਦਵੈਤ ਸਰੂਪ ਪੁਰੀਆ ਪੂਰਨ ਪਰਮੇਸ਼ਰ ਦੀ ਤਨਾਈ ਤਾਣੀ ਵਿੱਚ ਉਸ ਦੇ ਬਲ ਕਰਕੇ ਚੱਲ ਰਹੇ ਨੇ। ਇਹ ਸਾਡੇ ਸਰੀਰ ਦਾ ਤਾਣਾ ਬਾਣਾ ਉਹਦੇ ਬਲ ਕਰਕੇ ਚੱਲਦਾ ਹੈ, ਨਹੀਂ ਤਾਂ ਸਾਡੇ 'ਚ ਕੋਈ ਬਲ ਨਹੀਂ ਹੈ। ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਨ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੂਤੀ ਛੁਟੈ ਸਦਾ, ਜਿਸ ਹੱਥ ਜੋਰ ਕਰ ਵੇਖੈ ਸੋ। ਇਹ ਵਾਹਿਗੁਰੂ ਦੇ ਹੱਥ ਵਿੱਚ ਹੈ ਜੀ, ਇਉਂ ਜਾਣਨਾ ਕਰ। 60 ਸੂਤ ਨਵਖੰਡ 72, ਇਹ ਤੇਰਾ ਸਰੀਰ ਪੰਡਤ ਜੀ 60 ਸੂਤ, 60 ਮੋਟੀਆਂ ਨਾੜਾਂ, ਨਵਖੰਡ 9 ਇਸ ਦੇ ਟੁਕੜੇ, 72 ਇਸ ਦੀਆਂ ਕੋਠੜੀਆਂ। ਇਹ ਪੰਡਤ ਜੀ ਇਹ ਸਰੀਰ ਰੱਬ ਦੀ ਬੰਦਗੀ ਵਾਸਤੇ ਦਿੱਤਾ ਹੈ। ਤੂੰ ਹੋਰੇ ਗੱਲਾਂ ਕਰਦਾ ਫਿਰਦਾ, ਸੰਸਾਰ ਨੂੰ ਜਿੱਤਦਾ ਫਿਰਦਾ, ਇਹ ਤਾਂ ਰੱਬ ਦੀ ਬੰਦਗੀ ਵਾਸਤੇ ਮਿਲਿਆ ਹੈ। ਪਾਟ ਲੱਗੋ ਅਧਕਾਈ, ਪਰ ਤੈਨੂੰ ਦਿੱਤਾ ਤਾਂ ਰੱਬ ਨੇ ਬੰਦਗੀ ਕਰਨ ਵਾਸਤੇ। ਤੂੰ ਹੀ ਸਰੀਰ ਰੂਪੀ ਪਾਟ ਤਖਤੇ ਦੀ ਪੋਚਾ ਪਾਚੀ ਵਿੱਚ ਹੀ ਲਾਗੂ ਲੱਗਿਆ ਹੋਇਆ ਹੈ।
ਕਦੇ ਸੁਗੰਧੀ ਵਾਲੇ ਤੇਲ ਲਾ ਲਏ, ਕਦੇ ਪਾਊਡਰ ਲਾ ਲਿਆ, ਕਦੇ ਹੋਰ ਹਾਰ ਸ਼ਿੰਗਾਰ ਕਰ ਲਏ, ਬੀਬੀਆਂ ਵੀ ਕਰਦੇ, ਭਾਈ ਵੀ ਕਰਦੇ, ਤੇ ਤੂੰ ਇਸ ਦੀ ਪੋਚਾ ਪਾਚੀ ਲੱਗਿਆ। ਇਹ ਤੋਂ ਤਾਂ ਕੰਮ ਲੈਣਾ ਸੀ। ਜਿਹੜਾ ਮੂਰਖ ਘੋੜੇ ਦੀ ਉਹ ਮਾਲਸ਼ ਕਰੀ ਜਾਵੇ, ਘੋੜੇ ਦੇ ਖਰਖਰਾ ਕਰੀ ਜਾਵੇ, ਉਹਦੇ ਤੇ ਕਾਠੀ ਕਦੇ ਪਾਵੇ ਹੀ ਨਾ, ਉਹਨੂੰ ਤਾਂ ਮੂਰਖੇ ਕਹਾਂਗੇ ਵੀ ਘੋੜਾ ਕਾਹਦੇ ਲਈ ਰੱਖਿਆ। ਇਹ ਤਾਂ ਰੱਬ ਦੀ ਬੰਦਗੀ ਵਾਸਤੇ ਮਿਲਿਆ ਹੈ। ਗਈ ਬਨਾਵਨ ਮਾਹੋ, ਜਦੋਂ ਤੇਰੀ ਉਮਰ ਰੂਪੀ ਮਾਹੋ ਸੂਤ ਤਾਣਾ ਬੁਨ ਆਵ ਨਾ, ਬੁਨ ਮੁੱਢ ਤੋਂ ਗਈ ਚਲਿਆ ਗਿਆ। ਬਾਕੀ ਦੇ ਅਰਥ ਤਾਂ ਮਾਹ ਤੋਂ ਚੱਲਦੇ ਸੀ ਨਾ, ਜਲਾਹੀ ਕਹਿ ਕੇ। ਹੁਣ ਇਹ ਅੰਤਰੀਵ ਅਰਥ ਦੇ ਵਿੱਚ ਹੋਰ ਗਹਿਰਾ ਹੈ। ਤੇਰੀ ਉਮਰ ਰੂਪੀ ਮਾਹੋ ਸੂਤ ਤਾਣਾ ਬੁਨ ਆਵ ਨਾ, ਬੁਨਣਾ ਆ ਗਿਆ ਮੁੱਢ ਤੋਂ, ਗਈ ਚਲਿਆ ਗਿਆ। ਭਾਵ ਸਾਰੀ ਉਮਰ ਤੇਰੀ ਜਦੋਂ ਖਤਮ ਹੋ ਗਈ, ਫੇਰ ਦੁਆਰਾ ਇਸ ਮਨੁੱਖ ਵਿੱਚ ਆਵ ਨਾ, ਆਉਣਾ ਨਹੀਂ ਹੋਏਗਾ ਫਿਰ ਤੇਰਾ, ਮੁੜ ਕੇ ਨਹੀਂ ਤੈਨੂੰ ਪ੍ਰਾਪਤ ਹੋਏਗਾ। ਘਰ ਛੋੜਿਆ ਜਾਏ ਜੁਲਾਹੋ, ਤੂੰ ਸਾਧ ਸੰਗਤ ਰੂਪੀ ਘਰ ਨੂੰ ਛੋੜਿਆ, ਛੱਡੀ ਬੈਠਾ ਹੈ, ਸਾਧ ਸੰਗਤ ਦੇ ਵਿੱਚ ਨਹੀਂ ਜਾਂਦਾ ਤੂੰ। ਇਸ ਕਰਕੇ ਜਿੱਥੇ ਜਾ ਕਰਕੇ ਤੈਨੂੰ ਜੁਲਾਹੋ ਦਾ ਅਰਥ ਹੈ ਜੋ ਦਾ ਅਰਥ ਹੈ ਜੋ ਪਰਮੇਸ਼ਰ ਦੇ ਨਾਮ ਦਾ ਲਾਹਾ ਪ੍ਰਾਪਤ ਹੋਣਾ ਸੀ, ਉੱਥੇ ਨਹੀਂ ਜਾਂਦਾ ਤੂੰ। ਇਹਾਂ ਖਾੜ ਚਲੋ ਹਰ ਲਾਹਾ ਆਗੇ ਵਸਨ ਸੇਲਾ, ਉਹ ਤੂੰ ਛੱਡ ਦਿੱਤਾ ਹੈ। ਪ੍ਰਸ਼ਨ ਕੀਤਾ ਕਬੀਰ ਜੀ, ਫਿਰ ਕਿੰਨਾ ਕੁ ਸੁੱਖ ਉਹਦਾ ਲਾਹਾ, ਜਿਹੜਾ ਕਿੰਨਾ ਕੁ ਸੁੱਖ ਹੈ ਲਾਹੇ ਦਾ, ਕਿੰਨਾ ਕੁ ਸੁੱਖ ਦਾ ਲਾਹਾ ਹੈ ਉਹ, ਉਹਦੀ ਗਿਣਤੀ ਮਿਣਤੀ ਹੈ ਕੋਈ ਵੀ ਇੰਨਾ ਕੁ ਸੁੱਖ ਹੈ ਉਸ ਲਾਹੇ ਦਾ। ਸਾਧ ਸੰਗ ਜਿਹੜਾ ਮਿਲਦਾ ਹੈ ਜਾਂ ਪਰਮਾਤਮਾ ਦੀ ਪ੍ਰਾਪਤੀ ਹੋ ਕੇ ਮਿਲਦਾ ਹੈ। ਰਹਾਉ ਗਜੀ ਨਾ ਮਿਨੀਐ ਤੋਲ ਨਾ ਤੁਲੀਐ, ਰਹਾਉ ਅਸਥਾਈ ਦੇ ਕੇ ਅੱਗੇ ਫਿਰ ਇਸ ਪ੍ਰਸ਼ਨ ਦਾ ਉੱਤਰ ਕਹਿ ਰਹੇ ਨੇ। ਸਤ ਸੰਗਤ ਦੇ ਵਿੱਚ ਜਿੰਨਾ ਕੁ ਸੁੱਖ ਹੈ ਉਹ ਗਜੀ ਗਜਾਂ ਦੇ ਨਾਲ ਮਿਣਿਆ ਨਹੀਂ ਜਾ ਸਕਦਾ। ਉਹ ਨਾ ਮਿਣਿਆ ਨਹੀਂ ਮਿਣਿਆ ਜਾ ਸਕਦਾ, ਮਿਣਤੀ ਤੋਂ ਬਾਹਰ ਹੈ। ਤੇ ਨਾ ਤਰਾਜੂ ਦੇ ਉੱਤੇ ਰੱਖ ਕੇ ਤੋਲ ਨਾ ਤੁਲੀਐ, ਤੋਲਿਆ ਨਹੀਂ ਜਾ ਸਕਦਾ ਹੈ। ਉਹਨੂੰ ਇਹ ਨਹੀਂ ਕਿਹਾ ਜਾ ਸਕਦਾ। ਪਾਚਨ ਸਿਰ ਅਢਾਈ, ਤੂੰ ਤਾਂ ਅਣਜਾਣ ਵਾਲੀ ਗੱਲ ਕਰਤੀ ਵੀ ਉਹਨੂੰ ਸੁੱਖ ਨੂੰ ਕਹਾਂਗੇ ਵੀ 5 ਸੇਰ ਸੁੱਖ ਹੈ ਜਾਂ 2.5 ਸੇਰ ਸੁੱਖ ਹੈ, ਉਹ ਤੋਲਿਆ ਨਹੀਂ ਜਾ ਸਕਦਾ। ਇਹਨਾਂ ਗਿਣਤੀ ਮਿਣਤੀ ਦੇ ਵਿੱਚ ਉਹ ਸੁੱਖ ਨਹੀਂ ਆਉਂਦਾ ਹੈ। ਜੋ ਕਰ ਪਾਚਨ ਬੇਗ ਨਾ ਪਾਵੈ, ਜੋ ਕਰ, ਜੇਕਰ ਤੂੰ ਪਾਚਨ 5 ਜਿਹੜੇ ਨੇ, ਕਿਹੜੇ ਨੇ ਪਾਚਨ 5? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਇਹਨਾਂ ਨੇ ਹੈਗੇ। ਇਹਨਾਂ ਦੇ ਬੇਗ ਵਿੱਚ ਆਪਣੇ ਆਪ ਨੂੰ ਨਾ ਪਾਵੇ, ਨਾ ਪਾਵੇਂ, ਬਲਕਿ ਇਹਨਾਂ ਦੇ ਨਾਲ ਝਗੜ ਕਰੈ ਘਰ ਹਾਈ, ਤੂੰ ਝਗੜਾ ਕਰੇ ਇਹਨਾਂ ਦੇ ਨਾਲ ਕਿ ਮੈਂ ਤੁਹਾਡੇ ਆਖੇ ਬਥੇਰਾ ਲੱਗਿਆ ਪੰਜਾਂ ਨੂੰ, ਇਹ ਕਹੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ। ਇਹਨਾਂ ਨਾਲ ਝਗੜਾ ਕਰਕੇ ਇਹਨਾਂ ਨੂੰ ਰੋਕਣ ਦਾ ਯਤਨ ਕਰ ਵੀ ਤੁਹਾਡੇ ਆਖੇ ਨਹੀਂ ਲੱਗਣਾ, ਬਥੇਰੇ ਪਾਪ ਕਰ ਲਏ ਤੁਹਾਡੇ ਆਖੇ ਲੱਗ ਕੇ, ਕਿਉਂਕਿ ਇਹਨਾਂ ਨੇ ਤੇਰੇ ਘਰ ਸਰੀਰ ਨੂੰ ਹਾਈ ਨਾਸ ਕਰ ਦਿੱਤਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੂ ਕੰਚਨ ਸੁਹਾਗਾ ਟਲ ਹੈ, ਇਹ ਤੈਨੂੰ ਨਾਸ ਕਰੀ ਜਾਂਦੇ ਨੇ। ਦਿਨ ਕੀ ਬੈਠ ਖਸਮ ਕੀ ਬਰਕਸ, ਫਿਰ ਤੇਰੇ ਅੰਦਰ ਦਿਨ ਭਾਵ ਗਿਆਨ ਕੀ ਦਾ ਅਰਥ ਹੈ ਦੀ, ਗਿਆਨ ਦੀ ਬੈਠ ਸਥਿਤੀ ਹੋਵੇਗੀ ਫਿਰ, ਅਤੇ ਖਸਮ ਅਕਾਲ ਪੁਰਖ ਦੇ ਮਿਲਣ ਦੀ ਤੈਨੂੰ ਬਰ ਸ੍ਰੇਸ਼ਟ ਕਸ ਨਾਮ ਹੈ ਖਿੱਚ ਦਾ, ਖਿੱਚ ਪੈਦਾ ਹੋ ਜਾਏਗੀ ਤੇਰੇ ਅੰਦਰ। ਇਹ ਬੇਲਾ ਕਤ ਆਈ, ਇਸ ਪ੍ਰਕਾਰ ਮਨੁੱਖਾ ਜਨਮ ਦਾ ਬੇਲਾ ਸਮਾਂ ਫਿਰ ਕਦੋਂ ਆਵੇਗਾ? ਨਹੀਂ ਆਏਗਾ। ਜਦੋਂ ਇਹ ਸਮਝ ਤੈਨੂੰ ਆ ਗਈ ਨਾ, ਸਮਝ ਕੇ ਲੱਗੇਗਾ, ਤੇ ਫਿਰ ਇਹ ਦੱਸ ਆਊਗੀ ਸਮਝ ਕਦੋਂ? ਤੁਝੇ ਹੁਣ ਨਾ ਆਈ ਅਵ ਨਾ ਭਜਸ ਕਬ ਭਾਈ, ਕਦੋਂ ਭਜੇਗਾ ਫਿਰ ਤੂੰ? ਤੇ ਇਸ ਕਰਕੇ ਭਾਵ ਨਹੀਂ ਆਉਣਾ, ਫਿਰ ਤੈਨੂੰ ਇਹ ਸਮਝ ਹੀ ਨਹੀਂ ਆਉਣੀ ਜੇ ਹੁਣ ਨਹੀਂ ਆਇਆ। ਜੇ ਹੁਣ ਨਹੀਂ ਵੇਲਾ ਸਮਝ, ਫਿਰ ਨਹੀਂ ਤੇਰੀ ਵੇਲਾ ਹੱਥ ਆਉਣਾ। ਜਦੋਂ ਇਹ ਸਮਝ ਆ ਕੇ ਲੱਗੇਗੀ ਉਦੋਂ ਫਿਰ ਕੀ ਹੋਏਗਾ? ਅੰਤ ਦੇ ਵੇਲੇ ਸਮਝ ਆਊਗੀ ਤੈਨੂੰ। ਜਮ ਕਾ ਡੰਡ ਮੂਡ ਮੈਂ ਲੱਗੇ, ਖਿਨਵੇਂ ਕਰੇ ਨਵੇਰਾ, ਫਿਰ ਉਹੀ ਜਾਈ, ਫਿਰ ਕੁਛ ਨਹੀਂ ਤੇਰੇ ਪੱਲੇ ਪੈਣਾ। ਫਿਰ ਇਉਂ ਕਹੇਗਾ ਛੂਟੇ ਕੁੰਡੇ ਭੀਗੈ ਪੁਰੀਆ, ਜਿਸ ਵੇਲੇ ਆਹ ਪਾਣਾ ਵਰਤ ਗਿਆ, ਤੇਰੇ ਪਦਾਰਥਾਂ ਰੂਪੀ ਕੁੰਡੇ, ਮੋਹ ਰੂਪੀ ਇਹ ਜਿਹੜੇ ਸੀ ਨੇ ਪਦਾਰਥਾਂ ਰੂਪੀ ਕੁੰਡੇ ਦਾ, ਤੇ ਮੋਹ ਛੂਟੇ ਛੁੱਟ ਜਾਏਗਾ ਜਦੋਂ, ਉਸ ਵੇਲੇ ਤੇਰਾ ਚਿੱਤ ਅੱਗੇ ਦੱਸਦੇ ਨੇ ਤੇ ਪੂਰਨ ਪਰਮੇਸ਼ਰ ਵਿੱਚ ਭਿੱਜ ਆਏਗਾ। ਛੂਟੇ ਕੁੰਡੇ
ਤੇਰਾ ਪਦਾਰਥਾਂ ਦੇ ਵਿੱਚੋਂ ਮੋਹ ਜਦੋਂ ਛੁੱਟ ਗਿਆ, ਉਸ ਵੇਲੇ ਤੇਰਾ ਚਿੱਤ ਰੂਪੀ ਇਹ ਪੂਰਨ ਪਰਮੇਸ਼ਰ ਭਿੱਜਿਆਗਾ ਪ੍ਰੇਮ ਦੇ ਵਿੱਚ। ਫਿਰ ਤੇਰਾ ਚੱਲਿਓ ਜੁਲਾਹੋ ਰੀਸਾਈ, ਤੇਰਾ ਜਿਹੜਾ ਅਲਪਗਪਣਾ ਸੀ, ਜੀਵ ਰੂਪ ਜੁਲਾਹਾ ਬਣਿਆ ਬੈਠਾ ਸੀ, ਫਿਰ ਮਹਾਤਮਾ ਵਾਲੀ ਰੀਸ ਆਈ, ਰੀਸ ਜਮਾ ਆਈ। ਤੈਨੂੰ ਰੀਸ ਆਊਗੀ ਬਰਮ ਬੇਤਿਆਂ ਵਾਲੀ। ਜੀਵ ਵੀ ਤੁਰੀਆ ਪਦ ਦੇ ਵਿੱਚ ਫਿਰ ਚਲਿਓ, ਤੂੰ ਵੀ ਤੁਰੀਆ ਪਦ ਵਿੱਚ ਚਲਿਆ ਜਾਏਗਾ, ਫਿਰ ਆਨੰਦ ਮਾਣੇਗਾ। ਛੋਛੀ ਨਲੀ ਤੰਤ ਨਹੀਂ ਨਿਕਸੈ, ਜਦੋਂ ਤੁਸੀਂ ਇਹ ਸਾਰੀ ਉਪਰੋਕਤ ਗੱਲ ਇਹ ਮੰਨ ਲਈ, ਛੋਛੀ ਨਲੀ ਤੰਤ ਨਹੀਂ ਨਿਕਸੈ, ਫਿਰ ਤੇਰੀ ਜ਼ੁਬਾਨ ਝੂਠ ਬੋਲਣ ਵਾਲੋਂ, ਨਲੀ ਨਾਲੀ ਦੀ ਨਿਆਈ, ਜਿਵੇਂ ਉਹ ਨਾਲੀਆਂ ਸੀ, ਛੋਚੀ ਖਾਲੀ ਰਹਿ ਜਾਏਗੀ, ਭਾਵ ਝੂਠ ਨਹੀਂ ਬੋਲਿਆ ਕਰੇਗੀ। ਤੰਤ ਧਾਗੇ ਦੀ ਨਿਆਈ, ਇਹਦੇ ਚੋਂ ਕੂੜ ਝੂਠੇ ਬਾਕ ਨਹੀਂ ਨਿਕਲਣਗੇ, ਫਿਰ ਇਹਦੇ ਵਿੱਚੋਂ ਨਾ ਤਰ ਰਹੀ ਉਰਝਾਈ, ਤੇ ਨਾ ਹੀ ਅਵਿਦਿਆ ਰੂਪੀ ਤਰ ਤੁਰ, ਭਾਵ ਤੇਰੀ ਬਿਰਤੀ ਉਰਝਾਈ ਉਲਝੀ ਰਹੇਗੀ, ਇਹ ਵੀ ਨਹੀਂ ਉਲਝੇਗੀ। ਫਿਰ ਛੋੜ ਪਸਾਰ ਇਹਾ ਰਹੋ ਬਪਰੀ, ਭਗਤ ਕਬੀਰ ਜੀ ਕਥਨ ਕਰਦੇ ਹੈ, ਬਪਰੀ ਤੁੱਛ ਬੁੱਧੀ ਵਾਲੇ ਪੰਡਤ ਹੋਰ ਸਾਰੇ ਪਸਾਰੇ ਨੂੰ ਛੋੜ ਛੱਡ ਕਰਕੇ ਇਹਾਂ ਇੱਥੇ ਸਤਸੰਗ ਦੇ ਚ ਰਹਿਣਾ ਕਰ ਤੂੰ। ਕਹੋ ਕਬੀਰ ਸਮਝਾਈ, ਇਹ ਅਸੀਂ ਤੈਨੂੰ ਸਮਝਾ ਕੇ ਕਹਿ ਦਿੱਤਾ, ਜਿਹੜੀ ਤੇਰੀ ਚੰਗੀ ਕਿਸਮਤ ਹੈ ਤਾਂ ਫਿਰ ਹੁਣ ਝਗੜੇ ਛੱਡਦੇ ਹੈ, ਜਿਹੜੇ ਗ੍ਰੰਥਾਂ ਦੇ ਝਗੜੇ ਕਰਦਾ ਫਿਰਦਾ ਵੀ ਮੈਂ ਜਿੱਤ ਕੇ ਆਉਣਾ ਕੰਸੀ ਨੂੰ, ਸਾਰੀ ਨੂੰ ਚੁਣੌਤੀ ਦਿੱਤੀ ਹੈ, ਇਹ ਛੱਡਦੇ ਝਗੜੇ। ਅੱਗੇ ਦੱਸਦੇ ਹਨ ਜਿਵੇਂ ਇਸੇ ਪ੍ਰਕਾਰ ਪੰਜਵਾਂ ਅਰਥ ਹੈ ਜੀ, ਗਜ ਨਵ ਗਜ 10 ਗਜ 21, ਤੇ ਇਹ ਪੰਡਤ ਤੇਰੇ ਅੰਦਰ ਹਰਦਮ ਇਹ ਇੰਦਰੀਆਂ ਦਾ ਸੁਖ ਲੱਗਾ ਹੋਇਆ ਹੈ, ਇਹਦੇ ਵਿੱਚ ਤੂੰ ਨਵ ਗਜ, ਇਹਦੇ ਕੀ ਕਰਨਾ, ਨਵਦਾ ਭਗਤੀ ਕਰ, ਸਰਵਣ ਕੀਰਤਨ ਸਿਮਰਨ ਪਾਦ ਸੇਵ ਆਚਾਰਨ ਦਾਸ ਸਖਾ ਪ੍ਰਬੰਧਨਾ ਸਰਵ ਨਿਵੇਦਨ ਜਾਨ, ਨਵਦਾ ਭਗਤੀ ਕਰ। ਤੇ ਇਸ ਕਰਕੇ ਨਵਦਾ ਭਗਤੀ ਫੇਰ ਕੀ ਕਰ, ਗਜ ਨਵ ਗਜ 10, ਤੇ 10ਵੀਂ ਜਿਹੜੀ ਹੈ ਉਹ ਐਸੀ ਭਗਤੀ ਹੈ, ਇਹਨਾਂ 9 ਤੋਂ ਉੱਪਰ ਹੈ, ਉਹ ਹੈ ਪ੍ਰੇਮਾ ਭਗਤੀ, ਉਹ ਤੈਨੂੰ ਪਰਮਾਤਮਾ 'ਚ ਅਭੇਦ ਕਰ ਦੇਗੀ। ਤੇ ਸਰਵ ਨਿਵੇਦਨ ਦੇ ਵਿੱਚ ਵੀ ਭਾਵੇਂ ਸਭ ਕੁਝ ਅਰਪਣ ਦੀ ਬਾਤ ਹੈ, ਇਸ ਕਰਕੇ ਇਸ ਨੂੰ 10ਵੀਂ ਜਿਹੜੀ ਭਗਤੀ ਹੈ, ਇਹ ਨੌਦਾ ਭਗਤੀ, ਉਹ 10ਵਾਂ ਭਗਤੀ ਕਹਾਉਂਦੀ ਹੈ ਜਿਹੜੀ, ਉਹ ਪ੍ਰੇਮਾ ਭਗਤੀ ਹੈ, ਤੂੰ ਉਹ ਕਰ। ਤੇ ਜਿਸ ਵੇਲੇ ਤੂੰ ਉਹ ਪ੍ਰੇਮਾ ਭਗਤੀ ਕਰੇਗਾ ਤਾਂ ਅੱਗੇ ਕੀ ਹੋਏਗਾ, ਕਹਿੰਦੇ ਗਜ ਦਾ ਅਰਥ ਹੈ ਗਜ, ਜਿਹੜਾ ਗੋ ਗਿਆਨ ਸਰੂਪ ਹੈ, ਉਸ 21 ਦਾ ਮਤਲਬ ਇੱਕ ਈਸ਼ਵਰ ਦੇ ਤਾਂ ਹੀ ਉਚਾਰਨ ਕਰ। ਇਸ ਪ੍ਰਕਾਰ ਫਿਰ ਤੇਰੀ ਜਿਹੜੀ ਏਕ ਜਿਹੜੀ ਤਨਾਈ, ਬੋਲੋ ਜੀ, ਪੁਰੀਆ ਏਕ, ਪੁਰੀਆ ਏਕ ਤਨਾਈ, ਤੇਰੀ ਏਕ ਦੇਹ ਰੂਪੀ ਤਨਾਈ ਤਾਣੀ ਪੁਰੀਆ, ਪੂਰਨ ਪਰਮੇਸ਼ਰ ਨੂੰ ਪਾ ਕੇ ਪੂਰੀ ਹੋ ਜਾਏਗੀ, ਭਾਵ ਤੂੰ ਉਲਟ ਕੇ ਪਰਮੇਸ਼ਰ ਦਾ ਸਰੂਪ ਹੀ ਬਣ ਜਾਏਗਾ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਤੂੰ ਦੂਆਪਣ ਖਤਮ ਹੋ ਕੇ ਅਭੇਦ ਹੋ ਜਾਏਗਾ। ਜਿਉਂ ਜਲ में जल आए खटनाना, ਤੂੰ ਜੋਤੀ ਸੰਗ ਜੋ ਸਮਾਨਾ ਹੋ ਜਾਏਗਾ। 60 ਸੂਤ ਨਵਖੰਡ 72, ਜਿਹੜੀ ਤੇਰੇ ਅੰਦਰ 60 ਨਾਮ ਮੂਰਖਤਾਈ ਦਾ ਹੈ। 60 ਕੋ ਸਿਗਾ ਗ੍ਰੰਥ ਸੰਸਕ੍ਰਿਤ ਦੇ 60 ਨਾਮ ਮੂਰਖ ਨੂੰ ਕਹਿੰਦੇ ਨੇ, 60 ਦਾ ਅਰਥ ਵੀ ਉਹੀ ਜਾਣਨਾ। ਤੇਰੇ ਅੰਦਰ ਜਿਹੜੀ ਮੂਰਖਤਾਈ ਸੀ, ਇਸ ਨੂੰ ਸੂਤ ਧੂ ਸੁੱਟ, ਤੇ ਨਵਖੰਡ ਕਿਹੜੇ ਨੇ, 8 ਪਹਿਰਾਂ ਵਿੱਚ 9ਵਾਂ ਖੰਡਾ ਜਿਹੜਾ, 8 ਜਿਹੜੇ ਪੈਰ, 8 ਖੰਡੀ 8 ਖੰਡ 9ਵਾਂ ਖੰਡ ਸਰੀਰ, ਇਸ ਵਿੱਚ 9 ਨੇ ਦੇ ਨਾਮ ਵੀ ਕਿ ਭਾਲੇ ਗੁਣੀ ਗਹੀਰ, ਉਹ ਸਰੀਰ ਭਾਵ ਦੇਹ ਅਧਿਆਸ ਦੀ ਤਾਈ ਖੰਡਣਾ ਕਰ। ਇਹ ਤੈਨੂੰ ਉਦਮ ਕਰਨਾ ਚਾਹੀਦਾ ਹੈ। ਤੇ ਇਸ ਤਰ੍ਹਾਂ ਤੂੰ 9 ਖੰਡ ਬਣਾ ਲੈ। ਇਸ ਤਰ੍ਹਾਂ ਜਿਹੜੇ ਨੇ ਕਹਿੰਦੇ 72 ਦੇ ਵਿੱਚ ਬਹਿ ਤੇ ਤਰ, ਤੇ ਤਰ ਦਾ ਅਰਥ ਪਹਿਲਾਂ ਤਰ ਅਤ ਸੇ ਕਰਕੇ, ਤਰ ਦਾ ਅਰਥ ਅਤ ਸੇ ਕਰਕੇ, ਉਹ ਪਰਮੇਸ਼ਰ ਬਹਿ ਪ੍ਰਾਪਤ ਹੋ ਜਾਏਗਾ। ਤੇ ਜਦੋਂ ਪ੍ਰਾਪਤ ਹੋ ਗਿਆ, ਪਾਟ ਲੱਗੋ ਅਧਕਾਈ, ਤਾਂ ਫਿਰ ਤੂੰ ਪਾਟ ਨਾਮ ਹੈ ਚਤਰ ਦਾ, ਚਤਰ ਹੋ ਕੇ ਅਦਕਤਾ ਵਾਲੇ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਜਾਏਗਾ। ਜੇਕਰ ਐਸਾ ਤੂੰ ਨਹੀਂ ਕਰਦਾ ਤਾਂ ਫਿਰ ਇਹ ਸਮਝ ਲੈ, ਗਈ ਬਨਾਵਨ ਮਾਹੋ, ਇਹ ਪੰਡਤ ਜਦੋਂ ਤੇਰੀ ਮਾਹੋ ਉਮਰ ਗਈ, ਚਲੀ ਗਈ, ਉਮਰ ਤੇਰੇ ਹੱਥੋਂ ਨਿਕਲ ਗਈ, ਜਦੋਂ ਨਿਕਲ ਰਹੀ ਹੈ ਨਾ ਰੋਜ਼ ਉਮਰ, ਜਦੋਂ ਇਹ ਉਮਰ ਤੇਰੇ ਕੋਲੋਂ ਗਈ, ਚਲੀ ਗਈ ਹੈ, ਗਈ ਬਨਾਵਨ, ਉਮਰ ਚਲੀ ਗਈ, ਫਿਰ ਬੁਨ
ਆਵ ਨਾ, ਤਿੰਨ ਹਿੱਸੇ ਕਰ ਲਏ ਸ਼ਬਦੇ, ਬੁਨ ਜਮਾ ਆਵ ਜਮਾ ਨਾ। ਬੁਨ ਪੁਨਾ, ਆਵ ਆਵੇਗੀ ਨਾ, ਨਹੀਂ ਮੁੜ ਕੇ ਨਹੀਂ ਮਿਲੇਗੀ ਦੇਹ ਤੈਨੂੰ। ਫਿਰ ਤੇਰਾ ਕੀ ਹਾਲ ਹੋਏਗਾ? ਘਰ ਛੋੜਿਆ ਜਾਏ ਜੁਲਾਹੋ, ਫਿਰ ਜੁਲਾਹੋ, ਜੋ ਜਿਹੜਾ ਲਾਹੋ ਲਾਹੇ ਵਾਲਾ ਘਰ ਹੈ ਤੇ ਤੂੰ ਉਸ ਨੂੰ ਛੋੜਿਆ। ਇਹ ਛੱਡੀ ਜਾਏ ਜਾ ਰਹੇ ਹੈ। ਸਾਧ ਸੰਗਤ ਸੀ, ਇਹ ਤਾਂ ਛੱਡੀ ਜਾ ਰਹੇ ਹੈ। ਕਿੰਨੇ ਕੁ ਲੋਕ ਜਿਹੜੇ ਸਾਧ ਸੰਗ ਕਰਦੇ ਨੇ, ਕਿੰਨਿਆਂ ਕੁ ਨੂੰ ਪਸੰਦ ਹੈ ਵੀ ਕਥਾ ਸੁਣ ਲਈਏ? ਨਹੀਂ ਭਾਈ, ਇਹ ਹਾਲ ਹੈ ਸੰਸਾਰ ਦਾ। ਇਸ ਕਰਕੇ ਫਿਰ ਤੈਨੂੰ ਕਰ ਛੋੜਿਆ ਜਾਏ ਜੁਲਾਹੋ, ਤੇ ਜਾਜ ਹੈ ਇਹਦੇ ਨਾਲ ਤੈਨੂੰ ਦੁੱਖ ਹੋਏਗਾ। ਫਿਰ ਕਿੰਨਾ ਦੁੱਖ ਹੋਏਗਾ, ਕਹਿੰਦੇ ਉਹਦੀ ਤਾਂ ਗਿਣਤੀ ਮਿਣਤੀ ਨਹੀਂ ਕੋਈ। ਇਹ ਲਾਹੇ ਵਾਲਾ ਘਰ ਤੋਂ ਜਦੋਂ ਛੱਡ ਦਿੱਤਾ, ਉਸ ਨੂੰ ਛੋੜਿਆ, ਛੱਡੀ ਜਾ ਰਿਹਾ, ਇੰਨਾ ਦੁੱਖ ਪ੍ਰਾਪਤ। ਕਹਿੰਦੇ ਕਿੰਨਾ ਕੁ ਦੁੱਖ ਮਿਲੇਗਾ ਜੀ? ਅੱਗੇ ਦੱਸਦੇ ਨੇ ਉਹ ਦੁੱਖ ਰਹਾਉ ਅਸਥਾਈ ਦੇ ਕੇ ਕਹਿੰਦੇ ਨੇ ਉਹ ਜਿਹੜਾ ਦੁੱਖ ਹੈ, ਗਜੀ ਨਾ ਮਿਨੀਐ ਤੋਲ ਨਾ ਤੁਲੀਐ। ਉਹ ਫਿਰ ਗਜਾਂ ਨਾਲ ਮਿਣ ਕੇ ਨਹੀਂ ਦੱਸਿਆ ਜਾ ਸਕਦਾ ਵੀ ਇੰਨਾ ਕੁ ਦੁੱਖ ਮਿਲੂਗਾ। ਉਹਨੂੰ ਤਕੜੀ 'ਚ ਤੋਲ ਕੇ ਨਹੀਂ ਦੱਸਿਆ ਸਕਦਾ ਵੀ ਮਨ ਦੁੱਖ ਮਿਲੂਗਾ ਕਿ ਕੁਇੰਟਲ ਦੁੱਖ ਮਿਲੂਗਾ। ਹੁਣ ਦੀਆਂ ਗਿਣਤੀਆਂ ਚਲੋ ਇਹ ਨੇ, ਇਹ ਤੋਲਿਆ ਨਹੀਂ ਜਾ ਸਕਦਾ ਕਿੰਨਾ ਕੁ ਦੁੱਖ ਮਿਲੇ। ਗਜੀ ਨਾ ਮਿਨੀਐ ਤੋਲ ਨਾ ਤੁਲੀਐ। ਅੱਗੇ ਦੱਸਦੇ ਹਨ, ਪਾਚਨ ਸਿਰ ਅਢਾਈ, ਪਾਚਨ 5 ਸੇਰ ਹੈ, 2.5 ਸੇਰ ਹੈ। ਦੁੱਖ ਇਹ ਥੋੜੀ ਕਹੇ ਹੋਊਗਾ ਉੱਥੇ। ਪਾਚਨ 5 ਕਾਮ ਕ੍ਰੋਧ ਆਦਿਕ, ਇਹ ਜਿਹੜੇ ਹਨ ਸ਼ੇਰ, ਸ਼ੇਰ ਦੀ ਨਿਆਈ ਤੈਨੂੰ ਢਾਈ ਜਾ ਰਹੇ ਨੇ, ਢਾ ਰਹੇ ਨੇ ਤੈਨੂੰ। ਇਹਨਾਂ ਤੋਂ ਰਹਿਤ ਨਹੀਂ ਹੋਇਆ ਜਾਣਾ ਤੇਰੇ ਕੋਲੋਂ। ਫਿਰ ਜੋ ਕਰ ਪਾਚਨ ਬੇਗ ਨਾ ਪਾਵੈ, ਜੇਕਰ ਇਹਨਾਂ ਪਾਚਨ 5 ਕਾਮ ਕ੍ਰੋਧ ਆਦਿਕ ਵਿਕਾਰਾਂ, ਜਿਹੜੇ ਵਿਕਾਰ ਨੇ, ਇਹਨਾਂ ਦੇ ਵਿਕਾਰਾਂ ਦੇ ਜਿਹੜੇ ਬੇਗ ਨੇ, ਇਹਨਾਂ ਦਾ ਪ੍ਰਵਾਹ ਹੈ। ਬੇਗ ਅਰਥੀ ਪ੍ਰਵਾਹ। ਇਹ ਬੇਗ ਪ੍ਰਵਾਹ ਵਿੱਚ ਕਹਿੰਦੇ ਆਪਣੇ ਆਪ ਨੂੰ ਨਾ ਪਾਵੇ। ਜੇ ਤੂੰ ਇਹ ਨਾ ਪਾਵੇਂ, ਇਹ ਨਿਸ਼ਚੈ ਕਰ ਲਵੇਂ, ਝਗਰ ਕਰੈ ਘਰ ਹਾਈ। ਇਹ ਵਿਕਾਰ ਮੇਰੇ ਘਰ ਸਰੂਪ ਦੇ ਆਨੰਦ ਨੂੰ ਹਾਈ ਨਾਸ਼ ਕਰਨ ਵਾਲੇ ਨੇ। ਜੇ ਤੈਨੂੰ ਇਹ ਸਮਝ ਆ ਜਾਵੇ, ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਤੇਰੀ ਉਮਰ ਦੇ ਦਿਨ ਵੀ ਕੀ ਕਿਹੜੇ ਰਹਿ ਗਏ ਨੇ, ਇਹ ਵੀ ਵਿਚਾਰ ਲੈ ਵੀ ਕਿੰਨੇ ਕੁ ਦਿਨ। ਅੰਦੇ ਜੀਵਨ ਵਿਚਾਰ ਦੇਖ ਕਿਤੇ ਇੱਕ ਦਿਨ, ਕਿੰਨੇ ਕੁ ਦਿਨ ਰਹਿ ਗਏ ਤੇਰੇ। ਫਰੀਦਾ ਤੇਰੇ ਕਹਿੰਦੇ ਮਾਪੇ ਤੇਰੇ ਕੋਲੋਂ ਚਲੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਹੋਏ। ਤੈਂ ਪਾਸ ਹੋਏ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ। ਤੂੰ ਕਿਹੜੇ ਹਿਸਾਬ ਦੇ ਵਿੱਚ ਫਿਰ ਰਿਹਾ ਹੈ? ਇਸ ਕਰਕੇ ਦੁਬਾਰੇ ਬੋਲੋ ਜੀ ਪੰਕਤੀ। ਦਿਨ ਕੀ ਬੈਠ ਖਸਮ ਕੀ ਬਰਕਸ, ਤੇਰੀ ਉਮਰ ਦੇ ਦਿਨ ਕੀ ਕਿਹੜੇ ਰਹਿ ਗਏ। ਤੂੰ ਖਸਮ ਪਰਮੇਸ਼ਰ ਵੱਲ ਨਿਗਾਹ ਕਰਨ ਤੋਂ ਬਰਕਸ ਉਲਟ ਹੋ ਕੇ ਕੀ ਕਰ ਰਹੇ ਹੈ? ਕਹਿੰਦੇ ਤੂੰ ਬੈਠਾ ਹੋਇਆ ਹੈ, ਅਵੇਸਲਾ ਹੋਇਆ ਬੈਠਾ ਹੈ। ਫਿਰ ਇਹ ਤੈਨੂੰ ਸਮਾਂ ਨਹੀਂ ਮਿਲੇਗਾ। ਇਹ ਵੇਲਾ ਕਤ ਆਈ, ਫਿਰ ਇਹ ਵੇਲਾ ਸਮਾਂ ਕਤ ਕਦੋਂ ਆਊਗਾ ਤੈਨੂੰ? ਕਦੋਂ ਪ੍ਰਾਪਤ ਹੋਊਗਾ ਤੈਨੂੰ? ਚੇਤਨਾ ਹੈ ਤਾਂ ਚੇਤ ਲੈ, ਜਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬੇਹੱਥ ਹੈ, ਫੂਟੇ ਕੱਢ ਜੂ ਪਾਣੀ। ਫਿਰ ਤਾਂ ਛੂਟੇ ਕੁੰਡੇ ਭੀਗੈ ਪੁਰੀਆ, ਅੰਤ ਨੂੰ ਤੇਰੇ ਪਦਾਰਥਾਂ ਰੂਪੀ ਕੁੰਡੇ ਸਾਰੇ ਛੂਟੇ ਛੁੱਟ ਜਾਣਗੇ। ਬਾਸਨਾ ਰੂਪੀ ਪੁਰੀਆਂ ਜਿਹੜੀਆਂ ਨਾ, ਇਹਦੀਆਂ ਜਿਹੜੀਆਂ ਬਾਸ਼ਨਾ ਸੀ, ਇਹ ਉਹਨਾਂ ਦੀਆਂ ਪੁਰੀਆਂ ਪਦਾਰਥਾਂ ਦੇ ਵਿੱਚ ਹੀ ਇਹ ਫਿਰ ਭਿੱਜੀਆਂ ਹੀ ਰਹਿਣਗੀਆਂ। ਬਾਸ਼ਨਾ ਵਿੱਚ ਹੀ ਰਹਿ ਗਈਆਂ। ਚਿਤ ਲਾਗੋ ਜਿਤ ਬਾਸ਼ਨਾ ਅੰਤ ਸਾਈ ਪ੍ਰਗਟਾਨੀ। ਮੁੜ ਕੇ ਫਿਰ ਅੰਤਕਾਲ ਜੋ ਲక్ష్ਮੀ ਸਿਮਰੈ ਸੀ ਚਿੰਤਾ ਮੈਂ ਜਿਮਰੈ, ਫਿਰ ਤੈਨੂੰ ਉਹ ਜੂਨੀਆਂ ਮਿਲਣਗੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿੰਨਿਆਂ ਥਾਵਾਂ ਤੇ ਕਿੰਨੇ ਪ੍ਰਮਾਣ ਦਿੱਤੇ ਨੇ। ਇਹ ਬਾਸ਼ਨਾ ਪੁਰੀਆਂ ਤੇਰੀਆਂ ਜਿਹੜੀਆਂ ਨੇ, ਇਹ ਪਦਾਰਥਾਂ ਭਿੱਜੀਆਂ ਹੀ ਰਹਿ ਜਾਣਗੀਆਂ। ਹੇ ਜੀਵ ਚੱਲਿਓ ਜੁਲਾਹੋ ਰਿਸਾਈ, ਹੇ ਜੀਵ ਰੂਪ ਜਲਾਹੇ ਤੂੰ ਰਿਸਾਈ। ਕ੍ਰੋਧ ਦੇ ਵਿਕਾਰ ਇਹਨਾਂ ਦਾ ਦੁਖੀ ਹੋ ਕੇ ਪਰਲੋਕ ਨੂੰ ਨਿਰਾਸ਼ ਹੋ ਕੇ ਜਾਏਗਾ। ਫਿਰ ਉਹ ਜਿਵੇਂ ਜੂਏਬਾਜ਼ ਜੂਏ ਦੇ ਹਾਰ ਕੇ ਕਹਿੰਦਾ ਉਹ ਕਹਿੰਦਾ ਸਾਰਾ ਕੁਝ ਇਹ ਹਾਰ ਗਿਆ। ਤੇਰੇ ਸਵਾਸਾਂ ਦੀ ਬਾਜੀ ਹਾਰ ਕੇ ਇਉਂ ਜਾਏਗਾ। ਫਿਰ ਅਫਸੋਸ ਕਰਦਾ, ਛੋਛੀ ਨਲੀ ਤੰਤ ਨਹੀਂ ਨਿਕਸੈ। ਇਹ ਤੇਰੀ ਜਵਾਨ ਨਲੀ ਨਾਲੀ ਦੀ ਨਿਆਈ ਸਮਝ ਲੈ। ਇਹ ਜਵਾਨ ਨਲੀ ਨਾਲੀ ਦੀ ਨਿਆਈ ਛੋਚੀ ਖਾਲੀ ਹੋ ਜਾਏਗੀ। ਭਾਵ ਉਸ ਵੇਲੇ ਪਰਮੇਸ਼ਰ ਦਾ ਭਜਨ ਨਹੀਂ ਕਰਦੀ ਜਿਹੜੀ। ਜੇਕਰ ਕਹੇ ਵੀ ਅੰਤ ਦੇ ਵੇਲੇ ਮੈਂ ਨਾਮ ਜਪ ਲੂੰਗਾ ਨਾ, ਜਪਿਆ ਨਹੀਂ ਜਾਣਾ। ਤੇਰੇ ਅੰਦਰੋਂ ਤੰਤ ਸਿਧਾਂਤ ਰੂਪੀ ਬਾਕ ਨਹੀਂ ਨਿਕਲਣਗੇ।
ਇਸ ਤਰ੍ਹਾਂ ਅੰਤ ਵੇਲੇ ਫਿਰ ਨਾ ਤਰ ਰਹੀ ਉਰਝਾਈ। ਤੇ ਅੰਤ ਵੇਲੇ ਤਰ ਅਤਸੇ ਕਰਕੇ ਤੇਰੇ ਉਰ ਤੇ ਰਜਾਈ, ਐ ਅਰਥ ਇਹਦਾ ਵਿਆਕਰਨ ਅਨੁਸਾਰ ਹੈ। ਉਰ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਪ੍ਰੀਤੀ ਦੀ ਰਜਾਈ ਰੀਝ ਵੀ ਨਾ ਨਹੀਂ ਰਹੇਗੀ। ਅੰਤ ਵੇਲੇ ਇਹੋ ਜਿਹਾ ਹਾਲ ਹੋਏਗਾ। ਇਸੇ ਕਰਕੇ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਗਲ ਭਈ ਨਹੀਂ ਬਾਨੀ, ਭਜ ਲੇਹ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਇਸ ਕਰਕੇ ਉਸ ਵੇਲੇ ਨਹੀਂ ਭਜਨ ਕਰ ਹੋਣਾ। ਛੋੜ ਪਸਾਰ ਇਹਾ ਰਹੁ ਬਪਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਬਪਰੀ ਵਿਪਰੀ ਬੁੱਧ ਵਾਲੇ ਪੰਡਤ, ਇਸ ਪ੍ਰਕਾਰ ਤੂੰ ਆਪਣੇ ਸੰਸਾਰ ਦੇ ਪਸਾਰੇ ਨੂੰ ਛੋੜ ਛੱਡ ਕਰਕੇ ਇਹਾਂ ਸਾਡੇ ਵਿੱਚ ਵਿਚਾਰ ਦੇ ਵਿੱਚ ਆਪਣੀ ਮਤ ਨੂੰ ਰੱਖਣਾ ਕਰ। ਕਹੋ ਕਬੀਰ ਸਮਝਾਈ। ਇਹ ਤੈਨੂੰ ਸਮਝ ਆਈ ਮੇਰੀ ਗੱਲ ਦੀ? ਕਬੀਰ ਸਾਹਿਬ ਕਹਿੰਦੇ ਤੂੰ ਸਮਝ ਗਿਆ ਮੈਂ ਜਿਹਨੂੰ ਦੇ ਰਿਹਾ ਬ੍ਰਹਮ ਗਿਆਨ ਦੇ ਭੰਡਾਰੇ, ਪੰਡਾਂ ਦੀਆਂ ਪੰਡਾਂ ਖੋਲ ਕੇ ਰੱਖਦੀਆਂ ਬ੍ਰਹਮ ਗਿਆਨ ਦੀਆਂ। ਪੰਡਤ ਪੈਰੀ ਪੈ ਗਿਆ, ਕਹਿੰਦਾ ਮਹਾਰਾਜ ਤੁਸੀਂ ਜਾਣੋ, ਮੈਨੂੰ ਤਾਂ ਈਸ਼ਵਰ ਰੂਪ ਦਿਸਣ ਲੱਗ ਗਏ ਤੁਸੀਂ ਕਬੀਰ ਜੀ। ਐਡਾ ਗਿਆਨ ਕਿਸੇ ਮਨੁੱਖ 'ਚ ਤਾਂ ਹੋ ਨਹੀਂ ਸਕਦਾ, ਤੇ ਰੱਬ ਦੇ ਪਿਆਰੇ ਰੱਬ ਦਾ ਰੂਪ ਹੀ ਹੁੰਦੇ ਨੇ। ਹੁਣ 6ਵੇਂ ਅਰਥ 'ਚ ਫੇਰ ਥੋੜਾ ਜਿਹਾ ਅਖਰੀ ਅਰਥ ਉਹਦੇ ਵਿੱਚ ਹੈ ਜੀ, ਸੁਣੋ। ਗਜ ਨਵ ਗਜ 10 ਗਜ 21। ਗਜ ਦਾ ਅਰਥ ਹੈ ਗੱਗਾ, ਤੇ ਜੱਜੇ ਨੂੰ ਅਲੱਗ-ਅਲੱਗ ਕਰੀ। ਗੱਗਾ ਗਿਆਨ ਸਰੂਪ ਪਰਮੇਸ਼ਰ ਤੋਂ ਜਾ ਪੈਦਾ ਹੋਣ ਵਾਲੇ, ਨਵ 9 ਭਾਵ ਪੁਰਖ, ਪ੍ਰਕਿਰਤੀ, ਮਹਿਤਤ, ਤ੍ਰਿਧਾ ਹੰਕਾਰ, ਪੰਜ ਤਨ ਮਾਤਰਾ, ਤੇ ਗਜ 10 ਗਾ ਗਿਆਨ ਸਰੂਪ ਪਰਮੇਸ਼ਰ ਦੇ ਹਿਰਦੇ ਵਿੱਚੋਂ ਜਾ ਉਤਪੰਨ ਕਰਨ ਲਈ। ਫਿਰ 10 ਦੇ ਜਿਹੜੀ ਪ੍ਰੇਮਾ ਭਗਤੀ 10ਵੀਂ ਕਹੀ ਹੈ, 9 ਦੂਸਰੀ ਹੈ, ਤੇ ਜਿਹਦੀ ਪਿੱਛੇ ਹੁਣੇ ਗਿਣਤੀ ਕਰਕੇ ਆਇਆ, ਅਭੇਦ ਭਗਤੀ ਕਰੇ। ਤੇ ਇਸ ਪ੍ਰਕਾਰ ਫਿਰ ਗਜ ਗਾ ਜਮਾ ਜ ਗਾ ਗਿਆਨ ਸਰੂਪ ਨੂੰ ਜਾ ਪੈਦਾ ਕਰਨ ਵਾਲੇ ਗੁਰੂ ਸਾਹਿਬ, ਉਹ ਕੈਸੇ ਹਨ? ਕਹਿੰਦੇ 21 ਇੱਕ ਈਸ਼ਵਰ ਦਾ ਰੂਪ ਹੀ ਹਨ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਤੇ ਇਸ ਪ੍ਰਕਾਰ ਇਹਨਾਂ ਦੇ ਸਾਰੇ ਪੁਰੀਆ ਏਕ ਤਨਾਈ। ਇਹ ਤਨਾਈ ਸਰੀਰਾਂ ਦੇ ਅੰਦਰ ਏਕ ਅਦਵੈਤ ਸਰੂਪ ਪੁਰੀਆ ਪੂਰਨ ਪਰਮੇਸ਼ਰ ਹੀ, ਉਹਦੀ ਜੋਤ ਆਈ ਹੋਈ ਹੈ, ਇਹ ਨਿਸ਼ਚੈ ਕੀਤੀ ਹੈ। 60 ਸੂਤ ਨਵਖੰਡ 72। 60 ਜਿਹੜੀ ਮੂਰਖਤਾਈ ਸੀ ਇਹਨੂੰ ਸੂਤ ਧੂ ਦੇਣਾ ਕਰ। ਨਵ 9 ਭਾਵ ਚਾਰੇ ਅੰਤःਕਰਨ, 5 ਕਾਮ ਕਰੋ, ਲੋਭ ਮੋਹ ਹੰਕਾਰ, ਇਹ ਵਿਸ਼ੇ ਇਹਨਾਂ ਦਾ ਖੰਡਨ ਕਰਕੇ। ਇਸ ਤਰ੍ਹਾਂ ਫਿਰ ਇਹ 72 ਦਾ ਮਤਲਬ ਹੈ ਤਰ ਅਤ ਸੇ 72 ਬਹਿ ਜਮਾ ਤਰ ਅਤ ਸੇ ਕਰਕੇ ਬਹਿ ਪ੍ਰਾਪਤ ਰੂਪ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਕਰ ਤੋਂ। ਪਾਟ ਲੱਗੋ ਅਧਕਾਈ। ਇਸ ਤਰ੍ਹਾਂ ਪਾਠ ਚਤਰ ਅਤੇ ਅਧਿਕਤਾ ਵਾਲੇ ਪਰਮੇਸ਼ਰ ਦੇ ਸਿਮਰਨ ਵਿੱਚ ਲੱਗੋ ਲੱਗਣਾ ਕਰੋ, ਜਾਂ ਉਹਦੇ ਲੱਗਾ ਰਹਿਣਾ ਕਰ ਤੋਂ। ਗਈ ਬਨਾਵਨ ਮਾਹੋ। ਜਦੋਂ ਇਹ ਬੁਨ ਆਵ ਨਾ, ਬੁਨ ਬੁਨਿਆਦ ਅਵਿਦਿਆ ਰੂਪੀ ਬੁਨ ਜਿਹੜੀ ਜੜਤਾ ਸੀ, ਜੜ ਜੋ ਸੰਸਾਰ ਦੇ ਸੰਸਕਾਰ ਪਾਉਣ ਵਾਲੀ ਸੀ, ਇਹ ਜਦੋਂ ਗਈ ਨਾਸ ਹੋ ਗਈ, ਦੁਬਾਰਾ ਫਿਰ ਆਵ ਨਾ ਮਾਹੋ, ਆਵੇਗੀ ਨਹੀਂ। ਉਹ ਜਿਵੇਂ ਭਗਵਾਨ ਰਾਮ ਜੀ ਨੇ ਉਪਦੇਸ਼ ਦਿੰਦੇ ਹੋਏ ਲక్ష్మణ ਨੂੰ ਕਿਹਾ ਸੀ, ਕਹਿੰਦੇ ਇੱਕ ਵਾਰੀ ਅਵਿਦਿਆ ਨਸ਼ਟ ਹੋਵੇ, ਨਸ਼ਟ ਭਈ ਉਪਜੈ ਨਹੀਂ। ਇਹ ਇੱਕ ਵਾਰੀ ਨਸ਼ਟ ਹੋ ਗਈ ਫੇਰ ਨਹੀਂ ਪੈਦਾ ਹੋਗੀ। ਬਹੁਤ ਅਵਿਦਿਆ ਵੀਰ, ਹੇ ਮੇਰੇ ਭਰਾ ਲక్ష్మణ, ਇਹ ਨਹੀਂ ਦੁਬਾਰੇ ਪੈਦਾ ਹੁੰਦੀ। ਫਿਰ ਇਸ ਕਰਕੇ ਇਹ ਜਦੋਂ ਇੱਕ ਵਾਰੀ ਨਸ਼ਟ ਹੋ ਗਈ ਫਿਰ ਇਹ ਦੁਬਾਰੇ ਨਹੀਂ ਪੈਦਾ ਹੋਏਗੀ। ਇਸ ਕਰਕੇ ਐਸੇ ਗੂੜਤਾ ਵਾਲੇ ਅੱਧੀ ਤੁਕ ਦੁਬਾਰੇ ਬੋਲਦੇ ਜੀ। ਫਿਰ ਘਰ ਛੋੜਿਆ ਜਾਏ ਜੁਲਾਹੋ। ਤੇ ਇਸ ਕਰਕੇ ਫਿਰ ਇਹ ਜਦੋਂ ਇਹ ਅਵਿਦਿਆ ਨਾਸ ਹੋ ਗਈ ਹੈ, ਫਿਰ ਇਹ ਘਰ ਸੰਸਾਰ ਦੀ ਇੱਛਾ ਰੂਪੀ ਛੋੜਿਆ ਛੱਡ ਕੇ ਜੋ ਲਾਹੇ ਦਾ ਘਰ ਹੈ, ਆਪਣਾ ਸੁੱਧ ਸਰੂਪ, ਉਹਦੇ ਵਿੱਚ ਚਲਿਆ ਜਾਏਗਾ ਜੀਵ। ਫਿਰ ਮੁੜ ਕੇ ਬਹੁ ਰਹਿਮ ਕਾਹੇ ਆਵੇਂਗੇ। ਸੋ ਇਸ ਕਰਕੇ ਦੱਸਦੇ ਨੇ ਰਹਾਉ ਅਸਤਾਈ ਦੇ ਕਹਿੰਦੇ ਨੇ ਗਜੀ ਨਾ ਮਿਨੀਐ ਤੋਲ ਨਾ ਤੁਲੀਐ। ਪ੍ਰਸ਼ਨ ਕੀਤਾ ਜੀ ਉਹ ਸੁੱਧ ਸਰੂਪ ਕਿੰਨਾ ਕੁ ਆਨੰਦ ਹੈ, ਦੱਸੋਗੇ? ਉਹ ਕਹਿੰਦੇ ਭਾਈ ਗਜੀ ਨਾ ਮਿਨੀਐ ਤੋਲ ਨਾ ਤੁਲੀਐ। ਉਹ ਆਨੰਦ ਸ਼ਾਸਤਰ ਪ੍ਰਮਾਣ ਰੂਪੀ ਗਜੀ ਗਜਾਂ ਦੇ ਨਾਲ ਮਿਣਿਆ ਨਹੀਂ ਜਾਂਦਾ, ਬੁੱਧੀ ਰੂਪਤ ਰਾਜੂ ਨਾਲ
ਤੇ ਜਗ ਜੋਗ ਆਦ ਬੱਟੇ ਪਾ ਕੇ ਤੁਲਿਆ ਤੋਲਿਆ ਵੀ ਨਹੀਂ ਜਾਂਦਾ ਹੈ। ਪਾਚਨ ਸਿਰ ਅਢਾਈ। ਪ੍ਰਸ਼ਨ ਕਬੀਰ ਜੀ ਫਿਰ ਉੱਥੇ ਪਹੁੰਚਣ ਵਾਲੇ ਕੀ ਕਰਦੇ ਐ? ਕਹਿੰਦੇ ਪਾਚਨ ਸਿਰ ਅਢਾਈ। ਉਹ ਅਢਾਈ ਢਾਈ ਮਾਤਰਾ ਓੰਕਾਰ ਦੀਆਂ, ਉਹਦੀ ਉਪਾਸਨਾ ਕਰਦੇ ਐ। ਫਿਰ ਪਾਚਨ ਪੰਜਾਂ ਕੋਸ਼ਾਂ ਦੇ ਤਾਂ ਹੀ ਸ਼ੇਰ ਸ਼ੇਰ ਬਣ ਕੇ ਨਾਸ ਕਰ ਦਿੰਦੇ ਐ। ਮੁੜ ਕੇ ਉਹ ਪੰਜਾਂ ਕੋਸ਼ਾਂ ਤੇ ਉਹਨਾਂ ਨੂੰ ਅਢਾਈ ਢਾ ਨਹੀਂ ਸਕਦੇ, ਪੰਜੇ ਕੋਸ਼ ਪਰਦਾ ਨਹੀਂ ਪਾ ਸਕਦੇ, ਇਉਂ ਸੁਤੰਤਰ ਹੋ ਜਾਂਦੇ ਹਨ। ਜੋ ਕਰ ਪਾਚਨ ਬੇਗ ਨਾ ਪਾਵੈ। ਜੇ ਕਰੇ ਪਾਚਨ ਪੰਜ ਕੋਸ਼ ਸ਼ਬਦਾਦ ਵਿਸ਼ੇ ਉਹਨਾਂ ਨੂੰ ਤੰਗ ਕਰਨ ਤਾਂ ਫਿਰ ਉਹ ਜਿਹੜੇ ਸਤਪੁਰਸ਼ ਨੇ ਇਹਨਾਂ ਦੇ ਵੇਗ ਪ੍ਰਵਾਹ ਵਿੱਚ ਆਪਣੇ ਆਪ ਨੂੰ ਨਹੀਂ ਪਾਉਂਦੇ ਹਨ, ਸਗੋਂ ਇਹਨਾਂ ਦੇ ਨਾਲ ਝਗੜ ਕਰੈ ਘਰ ਹਾਈ। ਇਹਨਾਂ ਨੇ ਝਗੜਾ ਕਰਦੇ ਹੈ ਤੇ ਕਰ ਸਰੀਰ ਨੂੰ ਹਾਈ ਨਾਸਵਾਨ ਜਾਣਦੇ ਹਨ ਕਿ ਸਰੀਰ ਨਾਸਵਾਨ ਹੈ। ਦਿਨ ਕੀ ਬੈਠ ਖਸਮ ਕੀ ਬਰਕਸ। ਫਿਰ ਉਹਨਾਂ ਨੂੰ ਬਰਮ ਗਿਆਨ ਰੂਪੀ ਦਿਨ ਕੀ ਦਾ ਅਰਥ ਹੈ ਦੀ, ਬਰਮ ਗਿਆਨ ਦੀ ਬੈਠ ਸਥਿਤੀ ਹੋ ਜਾਂਦੀ ਹੈ, ਭਾਵ ਬਰਮ ਗਿਆਨ ਵਿੱਚ ਟਿਕ ਜਾਂਦੇ ਨੇ। ਖਸਮ ਮਾਲਕ ਅਕਾਲ ਪੁਰਖ ਉਹ ਬਰ ਸ੍ਰੇਸ਼ਟ ਵਿਸ਼ੇਸ਼ ਕਰਕੇ ਉਹਦੀ ਫਿਰ ਕਸ ਖਿੱਚ ਪੈ ਜਾਂਦੀ ਹੈ ਤੇ ਉਹਨਾਂ ਦਾ ਫਿਰ ਜਿਹੜਾ ਜੰਮਣ ਮਰਨ ਦਾ ਵੇਲਾ, ਇਹ ਵੇਲਾ ਕਤ ਆਈ। ਜੰਮਣ ਮਰਨ ਦਾ ਵੇਲਾ ਸਮਾਂ, ਫਿਰ ਉਹਨਾਂ ਨੂੰ ਇਹ ਕਤ ਕਿੱਥੇ ਆਈ ਆਉਣਾ ਹੈ, ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ, ਨਾ ਉਹ ਜਨਮੇ ਨਾ ਉਹ ਮਰੇ, ਜਾਂ ਫਿਰ ਆਪ ਨੇ ਚਲਤ ਆਪ ਹੀ ਕਰੇ, ਇਹ ਕੌਤਕ ਸਮਝਦੇ ਹਨ। ਛੂਟੇ ਕੁੰਡੇ ਭੀਗੈ ਪੁਰੀਆ। ਫਿਰ ਉਹਨਾਂ ਨੇ ਪਦਾਰਥਾਂ ਰੂਪੀ ਕੁੰਡੇ ਵੀ ਛੂਟੇ ਛੁੱਟ ਗਏ, ਪੁਰੀਆਂ ਪੂਰਨ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਭੀਗਿਆ ਭਿੱਜੀ ਰਹਿੰਦੀ ਹੈ, ਵਿਰਾਗ 'ਚ ਭਿੱਜੇ ਰਹਿੰਦੇ ਨੇ ਤੇ ਉਹਨਾਂ ਨੂੰ ਫਿਰ ਇਹ ਇਸ ਪ੍ਰਕਾਰ ਦੀ ਅਵਸਥਾ ਹੈ। ਚਲਿਓ ਜੁਲਾਹੋ ਰੀ ਸਾਈ। ਉਹਨਾਂ ਦਾ ਜੁਲਾਹੋ ਜੀਵਪਣਾ ਈਸ਼ਵਰਪਣਾ ਚਲਿਆ ਗਿਆ, ਨਾ ਜੀਵਪਣਾ ਰਿਹਾ ਨਾ ਈਸ਼ਵਰਪਣਾ ਰਿਹਾ, ਅਗਿਆਨ ਕਰਕੇ ਸੀ। ਉਹ ਜੋ ਲਾਹੋ, ਜੋ ਜਿਹੜਾ ਲਾਹੇ ਵਾਲਾ ਸਰੂਪ ਰੂਪੀ ਘਰ ਹੈ ਉਸ ਵਿੱਚ ਚਲੇ ਗਏ ਤਤਵੇ ਤੇ ਉਹਨਾਂ ਮਹਾਤਮਾ ਵਾਲੀ ਰੀਸ ਆਈ, ਰੀਸ ਆ ਗਈ ਫਿਰ ਜਗਿਆਸੂਆਂ ਨੂੰ ਵੀ, ਉਹ ਵੀ ਉਹਦਾ ਰੂਪ ਬਣ ਜਾਂਦੇ ਨੇ। ਸੋਚੀ ਨਲੀ ਤੰਤ ਨਹੀਂ ਨਿਕਸੈ। ਤੇ ਉਹਨਾਂ ਨੇ ਮਾਇਆ ਰੂਪੀ ਨਾਲੀ ਛੋਛੀ ਤੁੱਛ ਸਮਝ ਲਈ ਹੈ, ਇਸ ਵਿੱਚ ਉਹ ਨਾ ਲੀਨ ਨਹੀਂ ਹੁੰਦੇ ਹਨ। ਮੁੱਖ ਵਿੱਚ ਪਦਾਰਥਾਂ ਨੂੰ ਪਾਉਣ ਵਾਸਤੇ ਬਾਕ ਰੂਪੀ ਤੰਤ ਧਾਗਾ ਵੀ ਨਹੀਂ ਨਿਕਲਦਾ, ਫੁਰਨਾ ਨਹੀਂ ਨਿਕਲਦਾ ਹੈ ਉਹਨਾਂ ਨੂੰ। ਉਹਨਾਂ ਮਹਾਤਮਾ ਪੁਰਸ਼ਾਂ ਦੀ ਬਿਰਤੀ ਫਿਰ ਨਾ ਤਰ ਰਹੀ ਉਰਝਾਈ। ਉਹਨਾਂ ਮਹਾਪੁਰਸ਼ਾਂ ਦੀ ਬਿਰਤੀ ਤਰ ਤੁਰਿਆ ਪਦ ਵਿੱਚ ਉਰਝਾਈ, ਉਲਝ ਗਈ, ਮਿਲ ਗਈ, ਭਾਵ ਅਭੇਦ ਹੋ ਗਈ ਹੈ। ਛੋੜ ਪਸਾਰ ਇਹਾ ਰਹੋ ਬਪਰੀ। ਇਸ ਪ੍ਰਕਾਰ ਕਹਿੰਦੇ ਉਹਨਾਂ ਨੇ ਸਾਰੇ ਸੰਸਾਰ ਦੇ ਪਸਾਰੇ ਨੂੰ ਛੋੜ ਛੱਡ ਕੇ ਵਾਪਸ ਸਰੀਰ ਅਤੇ ਰੀ ਇੰਦਰੀਆਂ ਆਦਿਕ ਇਹਾਂ ਤੇ ਇਹਾ ਨਾਮ ਹੈ ਇੱਛਾ, ਸੁਤਵਿਤ ਲੋਕ ਈਖਣਾ ਤੀਨੀ ਜਿਹੜੀ ਹੈ, ਇਹਨਾਂ ਆਦਿਕ ਤੋਂ ਰਹੋ ਰਹਿਤ ਹੋ ਗਏ ਹਨ, ਸੁਤੰਤਰ ਹੋ ਗਏ ਹਨ। ਕਹੋ ਕਬੀਰ ਸਮਝਾਏ। ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਕਹਿੰਦੇ ਵਿਦਵਾਨ ਪੰਡਤ ਤੈਨੂੰ ਸਮਝ ਆਈ ਜਿਹੜੀਆਂ ਮੈਂ ਗੱਲਾਂ ਕਰੀਆਂ? ਕਹਿੰਦਾ ਜੀ ਹੁਣ ਤਾਂ ਪੂਰੀ ਉਹ ਆ ਗਈ। ਚਰਨ ਫੜ ਲਏ, ਕਹਿੰਦਾ ਗਾਹਾਂ ਤੇ ਨਾ ਫਿਰ ਐਵੇਂ ਜਿਹੜਾ ਕਰਦਾ ਫਿਰਦਾ ਵੀ ਮੈਂ ਦਿਗਵਿਜੇ ਕਰ ਲਿਆ ਜੀ, ਮੇਰੇ ਮੂਹਰੇ ਕੋਈ ਅੜ ਨਹੀਂ ਸਕਦਾ। ਇਸ ਵਰਗਾ ਦੱਸਦੇ ਨੇ ਅੱਗੇ ਜੀ ਗੌੜੀ ਰਾਗ ਦੇ ਅੰਦਰੇ ਅੱਗੇ ਫਿਰ ਪੰਡਤ ਨੂੰ ਉਪਦੇਸ਼ ਦਿੰਦੇ ਹੋਏ ਦੱਸਦੇ ਨੇ, ਏਕ ਜੋਤ ਏਕਾ ਮਿਲੀ। ਉਹ ਪੰਡਤ ਨੇ ਪ੍ਰਸ਼ਨ ਕੀਤਾ, ਫਿਰ ਇੱਕੋ ਜੋਤ ਜਿਹੜੀ ਜੋਤੀ ਸਰੂਪ ਆਨੰਦ ਸਰੂਪ ਪਰਮੇਸ਼ਰ ਹੈ, ਉਹਦੇ ਨਾਲ ਏਕਤਾ ਵਿੱਚ ਜੀਵ ਦੀ ਪ੍ਰਤੱਖ ਜੋਤ ਜੋ ਅੰਤਸ਼ਕਰਨ ਵਿੱਚ ਹੈ, ਜੇ ਭਿੰਨ ਵੱਖਰੇ ਵੱਖਰੇ ਅੰਤਸ਼ਕਰਾਂ ਨੂੰ ਪ੍ਰਕਾਸ਼ ਰਹੀ ਹੈ, ਅੰਤਸ਼ਕਰਾਂ ਨੂੰ ਇਹ ਜਦੋਂ ਮਿਲ ਜਾਏਗੀ ਤੇ ਇਹ ਫਿਰ ਦੱਸੋ ਵੀ ਪੱਕੇ ਤੌਰ ਤੇ ਮਿਲ ਜਾਏਗੀ ਜਾਂ ਫਿਰ ਅਲੱਗ ਹੋ ਜਾਏਗੀ? ਇਹ ਦੱਸਣਾ ਕਰੋ। ਕਿੰਬਾ ਹੋਏ ਮਹੋਏ। ਤੇ ਕਹਿਣ ਲੱਗੇ ਵੀ ਇਹ ਮਿਲ ਜਾਏਗੀ ਕਿੰਬਾ ਜਾਂ ਨਹੀਂ ਮਿਲੇਗੀ? ਉਹਦਾ ਉੱਤਰ ਦੇ ਕਹਿੰਦੇ, ਹੇ ਪੰਡਤ ਜੀ, ਜਿਹੜੀ ਜੋਤ ਅਗਿਆਨ ਦੀ ਨਿਵਰਤੀ ਕਰਕੇ ਜੀਵ ਪਣੇ ਨੂੰ ਛੱਡ ਕੇ ਪਰਮੇਸ਼ਰ ਵਿੱਚ ਮਿਲ ਗਈ, ਏਕਾ ਜੋਤ ਏਕਾ ਮਿਲੀ, ਦੁਬਾਰਾ ਵੱਖਰੀ ਮਹੋਏ ਮਤ ਹੋਵੇਗੀ, ਭਾਵ ਉਹ ਮੁੜ ਕੇ ਵੱਖਰੀ ਨਹੀਂ ਹੋਏਗੀ। ਜਿਤ ਘਟ ਨਾਮ ਨਾ ਊਪਜੈ। ਤੇ ਪਰਮੇਸ਼ਰ ਦੇ ਨਾਲ ਜਦੋਂ ਜੋਤ ਮਿਲ ਗਈ ਫਿਰ ਵਿਕਲਪ ਹੋ ਸਕਦਾ ਹੈ ਤੇ ਮਹੋਏ ਨਹੀਂ ਹੁੰਦਾ, ਅਰਥਾਤ ਗਿਆਨ ਨਾਲ ਏਕਤਾ ਹੁੰਦੀ ਹੈ। ਗਿਆਨ ਨਾਲ ਦੁਬਾਰਾ ਫਿਰ ਸਾਸ ਜੀ ਇਹ ਅਗਿਆਨ ਨਹੀਂ ਫਿਰ ਦੁਬਾਰੇ ਆ ਸਕਦਾ, ਤੇ ਗਿਆਨ ਨਾਲ ਦੁਬਾਰਾ ਹੁੰਦਾ ਹੈ। ਇਸ ਕਰਕੇ ਫਿਰ ਮਹੋਏ ਤੇ ਮੋਹ ਜਿਹੜੀ ਪਿਛਲੀ ਤੁਕ ਸੀ ਉਹਦੇ ਨਾਲ ਸੰਬੰਧ ਹੈ ਤੇ ਨਹੀਂ ਹੁੰਦਾ।
ਅਰਥਾਤ ਗਿਆਨ ਨਾਲ ਏਕਤਾ ਹੁੰਦੀ ਹੈ। ਗਿਆਨ ਨਾਲ ਦੁਆਰਾ ਫਿਰ ਇਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਜਿਤ ਘਟ ਨਾਮ ਨਾ ਉਪਜੈ। ਜਿਤ ਜਿਸ ਘਟ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਪੈਦਾ ਹੁੰਦਾ ਹੈ, ਫੂਟ ਮਰੈ ਜਨ ਸੋਏ। ਉਹ ਜਨ ਪੁਰਸ਼ ਤਾਂ ਫੁੱਟ ਤੜਫ ਤੜਫ ਕੇ ਮਰਦੇ ਆ, ਵੀ ਅੰਤ ਦੇ ਵੇਲੇ ਔਖੇ ਹੋ ਕੇ ਮਰਦੇ ਨੇ। ਸਾਵਲ ਸੁੰਦਰ ਰਾਮਈਆ। ਸਾਵਲ ਛਾਂ ਆਦਿਕ ਰੁੱਖਾਂ ਨੂੰ ਧਾਰਨ ਵਾਲੇ, ਆਪਣੇ ਆਪ ਨੂੰ ਮਾਇਆ ਸਬਲ ਕਹਾਉਣ ਵਾਲੇ, ਸਾਵਲ ਮਨੋਹਰ ਸੁੰਦਰ ਸੋਹਣੇ ਸੱਚੇ ਸਰੂਪ ਵਾਲੇ ਰਮੇ ਹੋਏ ਮੇਰੇ ਪਰਮੇਸ਼ਰ ਜੀ। ਮੇਰਾ ਮਨ ਲਾਗਾ ਤੋਹੇ। ਮੇਰਾ ਸਾਡਾ ਮਨ ਹਿਰਦਾ ਤੁਹਾਡੇ ਨਾਲ ਲੱਗਿਆ ਹੋਇਆ ਹੈ, ਤੁਹਾਨੂੰ ਛੱਡ ਕੇ ਕਿਸੇ ਪਾਸੇ ਨਹੀਂ ਜਾਂਦਾ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ, ਸਾਧ ਮਿਲੈ ਸਿੱਧ ਪਾਈਐ। ਜੇ ਕੋਈ ਸਾਧ ਮਹਾਂਪੁਰਖ ਮਿਲ ਪਵੇ ਤਾਂ ਸਿੱਧ ਮੁਕਤੀ ਪਾਈ ਹੈ, ਤਾਂ ਪਾਈ ਦੀ ਹੈ ਭਾਈ। ਤੇ ਭਾਵੇਂ ਫਿਰ ਕਿ ਇਹੋ ਜੋਗ ਕੇ ਭੋਗ। ਜਾਂ ਉਹ ਜੋਗ ਜੋਗੀ ਹੋਵੇ ਜਾਂ ਉਹ ਭੋਗ ਭੋਗੀ ਹੋਵੇ। ਇਸ ਕਰਕੇ ਸਾਧ ਮਿਲਿਆ ਸਿੱਧ ਪਾਈ ਹੈ। ਜਿਹੜੇ ਆਪਣੇ ਆਪ ਨੂੰ ਸਾਧ ਮੰਨ ਕੇ ਭਾਵ ਗਿਆਨ ਪ੍ਰਾਪਤ ਕਰਕੇ ਸ੍ਰੇਸ਼ਟ ਮਹਾਂਪੁਰਖ ਬਣੇ ਨੇ, ਉਹ ਭਾਵੇਂ ਜੋਗ ਤਿਆਗੀ ਹੋਣ ਜੋਗੀ ਹੋਣ, ਭਾਵੇਂ ਭੋਗ ਭੋਗੀ ਗ੍ਰਸਤੀ ਹੋਣ, ਉਹ ਉਹਨਾਂ ਨਾਲ ਮਿਲ ਕੇ ਮੁਕਤੀ ਪਾ ਲਈਦੀ ਹੈ। ਫਿਰ ਬੋਲੋ ਜੀ, ਸਾਧ ਮਿਲੈ ਸਿੱਧ ਪਾਈਐ। ਜੋ ਜਗਿਆਸੂ ਪੁਰਖ ਹੈ, ਉਹ ਭਾਵੇਂ ਜੋਗ ਸਾਰੀ ਬੋਲ ਦੋ ਜੀ, ਕਿ ਇਹੋ ਜੋਗ ਕੇ ਭੋਗ। ਜੋ ਜਗਿਆਸੂ ਪੁਰਖ ਹੈ ਉਹ ਭਾਵੇਂ ਜੋਗ ਤਿਆਗੀ ਹੈ, ਭਾਵੇਂ ਭੋਗ ਗ੍ਰਸਤੀ ਹੈ, ਜਦੋਂ ਸਾਧ ਸ੍ਰੇਸ਼ਟ ਮਹਾਤਮਾ ਨਾਲ ਮਿਲ ਜਾਂਦਾ ਹੈ, ਸਿੱਧ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਸਾਧ ਸ੍ਰੇਸ਼ਟ ਸਤਿਗੁਰੂ ਸਾਹਿਬ ਨੂੰ ਮਿਲ ਜਾਂਦਾ ਹੈ, ਅਧਿਕਾਰੀ ਬਣ ਕੇ ਮਿਲਦਾ ਹੈ, ਉਹ ਪਰਮੇਸ਼ਰ ਦੀ ਸਿੱਧ ਪ੍ਰਾਪਤੀ ਨੂੰ ਪਾ ਲੈਂਦਾ ਹੈ। ਭਾਵੇਂ ਜੋਗੀ ਹੈ, ਭਾਵੇਂ ਭੋਗੀ ਗ੍ਰਸਤੀ ਹੈ, ਸਤਿਗੁਰਾਂ ਦੀ ਨਿਗਾਹ ਵਿੱਚ ਦੁੰਦਵਾਦ ਨਹੀਂ ਹੁੰਦਾ, ਉਹ ਪਾਰ ਕਰ ਦਿੰਦੇ ਹਨ। ਦੋਹੋਂ ਮਿਲ ਕਾਰਜ ਊਪਜੈ। ਇਹ ਭਾਈ ਇਸ ਪ੍ਰਕਾਰ ਦੋਵੇਂ ਪਤੀ ਪਤਨੀ ਮਿਲ ਕੇ ਜਿਵੇਂ ਸੰਤਾਨ ਦਾ ਕਾਰਜ ਹੋ ਜਾਂਦਾ ਹੈ, ਇਹ ਪੂਰਾ ਹੋ ਜਾਂਦਾ ਹੈ। ਇਸੇ ਪ੍ਰਕਾਰ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ, ਤੇ ਦੋਨਾਂ ਨੂੰ ਮਿਲ ਕੇ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਪੂਰਨ ਗੁਰੂ ਹੋਵੇ, ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਚਾਰੇ ਸਾਧਨਾ ਸਹਿ ਸਿੱਖ ਹੋਵੇ, ਤਾਂ ਵੀ ਬ੍ਰਹਮ ਗਿਆਨ ਦਾ ਜਿਹੜਾ ਕਾਰਜ ਹੈ ਉਹ ਪੈਦਾ ਹੁੰਦਾ ਹੈ। ਰਾਮ ਨਾਮ ਸੰਜੋਗ। ਪਰ ਇਹਦੇ ਚ ਰਾਮ ਦੇ ਨਾਮ ਦਾ ਸੰਜੋਗ ਹੈ, ਨਾਮ ਜਪੇ ਤੋਂ ਬਿਨਾ ਇਹ ਕਾਰਜ ਨਹੀਂ ਹੁੰਦਾ ਬ੍ਰਹਮ ਗਿਆਨ ਦਾ। ਤੇ ਇਸ ਕਰਕੇ ਦੋ ਅੱਖਰ ਰਾਰਾ ਤੇ ਮਮਾ, ਇਹਨਾਂ ਦੇ ਮੇਲ ਕਰਕੇ ਰਾਮ ਸ਼ਬਦ ਦਾ ਕਾਰਜ ਹੁੰਦਾ ਹੈ। ਜਦੋਂ ਦੋ ਜੀਵ ਤੇ ਈਸ਼ਵਰ ਦਾ ਮਿਲਾਪ ਹੋ ਜਾਵੇ, ਕੇਵਲ ਮੋਕਸ਼ ਦਾ ਕਾਰਜ ਸਿੱਧ ਹੁੰਦਾ ਹੈ। ਤੇ ਦੋਹ ਮਿਲ ਕਾਰਜ ਉਪਜੈ, ਸੁਰਤ ਦੇ ਸ਼ਬਦ ਦੋਹਾਂ ਦਾ ਮਿਲਾਪ ਹੋ ਜਾਵੇ, ਬ੍ਰਹਮ ਗਿਆਨ ਰੂਪੀ ਕਾਰਜ ਪੈਦਾ ਹੋ ਜਾਂਦਾ ਹੈ। ਰਾਮ ਪਰਮੇਸ਼ਰ ਦੇ ਨਾਮ ਉਚਾਰਨ ਕਰਕੇ ਉਸ ਨਾਲ ਸੰਜੋਗ ਸੰਬੰਧ ਜੁੜ ਜਾਂਦਾ ਹੈ, ਭਾਵ ਮਿਲਾਪ ਹੋ ਜਾਂਦਾ ਹੈ। ਰਾਮ ਨਾਮ ਸੰਜੋਗ, ਰਾਮ ਪਰਮੇਸ਼ਰ ਦੇ ਨਾਮ ਜਦੋਂ ਸੁਰਤ ਤੇ ਸ਼ਬਦ ਦਾ ਸੰਜੋਗ ਹੋ ਜਾਂਦਾ ਹੈ, ਉਹ ਵੀ ਜੀਵ ਤੇ ਈਸ਼ਵਰ ਬਣਾ ਜਿਹੜਾ ਇਹ ਨਹੀਂ ਰਹਿੰਦਾ, ਏਕਤਾ ਹੋ ਜਾਂਦੀ ਹੈ। ਅਪਰੋਖ ਗਿਆਨ ਤੋਂ ਵੀ ਇਹ ਜਿਹੜਾ ਕਾਰਜ ਉਤਪੰਨ ਹੋ ਜਾਂਦਾ ਹੈ। ਲੋਕ ਜਨ ਇਹੋ ਗੀਤ ਹੈ। ਲੋਕ ਤਾਂ ਜਾਣਦੇ ਨੇ ਕਬੀਰ ਗੀਤ ਗਾਉਂਦਾ ਫਿਰਦਾ ਹੈ, ਪਰ ਇਹ ਗੀਤ ਨਹੀਂ ਹਨ। ਲੋਕ ਜਨ ਇਹੋ ਗੀਤ ਹੈ। ਲੋਕ ਜਾਣੇ ਜਾਣਦੇ ਨੇ ਕਿ ਇਹ ਕਬੀਰ ਤਾਂ ਮੈਂ ਗੀਤ ਹੀ ਗਾਉਂਦਾ ਫਿਰਦਾ ਹੈ, ਪਰ ਇਹ ਗੀਤ ਨਹੀਂ ਹਨ, ਇਹ ਬ੍ਰਹਮ ਬਾਣੀ ਹੈ। ਇਹੋ ਤੋ ਬ੍ਰਹਮ ਵਿਚਾਰ। ਇਹੋ ਤੋ ਬ੍ਰਹਮ ਵਿਚਾਰਜ ਗਿਆਸੂ ਜਨ ਅਣਜਾਣਪਣੇ ਚ ਕਹਿੰਦੇ ਨੇ ਵੀ ਗੀਤ ਨੇ, ਪਰ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਭਾਈ। ਇਹ ਵਿਚਾਰ ਸੁਣਾਈਏ ਤੁਹਾਨੂੰ। ਜੋ ਕਾਂਸੀ ਉਪਦੇਸ਼ ਹੋਏ। ਜਿਸ ਪ੍ਰਕਾਰ ਕਾਂਸੀ ਦੇ ਵਿੱਚ ਬਨਾਰਸ ਦੇ ਵਿੱਚ ਮਾਨਸ ਮਨੁੱਖ ਨੂੰ ਮਰਤੀ ਬਾਰ ਜਿਉਂ ਕਾਂਸੀ ਉਪਦੇਸ਼ ਹੋਏ, ਕਿਵੇਂ ਹੁੰਦੇ ਮਾਨਸ ਬੋਲਿਓ ਜੀ। ਮਾਨਸ ਮਰਤੀ ਬਾਰ। ਤੇ ਜਿਵੇਂ ਕਹਿੰਦੇ ਨੇ ਕਾਂਸੀ ਬਨਾਰਸ ਦੇ ਵਿੱਚ ਮਾਨਸ ਮਨੁੱਖ ਦੇ ਮਰਤੀ ਬਾਰ ਮਰਨ ਵੇਲੇ, ਉਸ ਵੇਲੇ ਉਪਦੇਸ਼ ਤਾਰਕ ਮੰਤਰ ਸੁਣਾਉਂਦਾ ਹੈ ਸ਼ਿਵ ਜੀ ਉਹਦੇ ਕੰਨਾਂ ਦੇ ਵਿੱਚ, ਤੇ ਤਾਂ ਕਹਿੰਦੇ ਨੇ ਕਾਂਸੀ ਮਰਨਾਤ ਮੁਕਤੀ, ਕਹਿੰਦੇ ਮੁਕਤੀ ਹੁੰਦੀ ਹੈ। ਪਰ ਕਹਿੰਦੇ ਕੰਨ ਦੇ ਵਿੱਚ ਤਾਂ ਰਾਮ ਦਾ ਨਾਮ ਹੀ ਸੁਣਾਇਆ ਨਾ, ਤਾਰਕ ਮੰਤਰ ਤਾਂ ਰਾਮ ਦਾ ਨਾਮ ਹੀ ਹੈ, ਉਹੀ ਸੁਣਾਇਆ ਸੀ। ਕਬੀਰ ਸਾਹਿਬ ਜੀ ਕਹਿੰਦੇ ਉਹ ਮੈਂ ਜਪਾਪ ਕੇ ਲੋਕਾਂ ਦਾ ਭਲਾ ਕਰਦਾ, ਵੀ ਉਹਨਾਂ ਦਾ ਵੀ ਖੰਡਨ ਕਰਦੇ ਬ੍ਰਾਹਮਣਾਂ ਦਾ। ਇਸ ਕਰਕੇ ਰਾਮ ਨਾਮ ਕਰਕੇ ਮੁਕਤੀ ਹੁੰਦੀ ਹੈ। ਜਿਉਂ ਜਿਵੇਂ ਜਿਸ ਨੂੰ ਜਿਉਂ ਕਾਂਸੀ ਉਪਦੇਸ਼ ਹੋਏ, ਦੁਆਰੇ ਬੋਲੋ ਜੀ ਸਾਰਾ। ਜੋ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਜਿਵੇਂ ਜਿਸ ਨੂੰ ਗੁਰ ਉਪਦੇਸ਼ ਸ਼ਬਦ ਸਿੱਖਿਆ ਦੁਆਰਾ ਬ੍ਰਹਮ ਦਾ ਕਾਸੀ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਹਿਰਦੇ ਰੂਪੀ ਬਾਰ ਦੁਆਰ ਵਿੱਚੋਂ ਮਾਨ ਹੰਕਾਰ ਦੇ ਸਹਿਤ, ਹੰਕਾਰ ਦੇ ਸਮੇਤ ਹੀ
ਮਰ ਜਮਤੀ ਤੀ ਮਾਇਆ ਵੀ ਮਰ ਜਾਂਦੀ ਹੈ, ਹੰਕਾਰ ਵੀ ਮਰ ਜਾਂਦਾ ਹੈ, ਸਮਾਪਤ ਹੋ ਜਾਂਦੇ ਨੇ। ਕੋਈ ਗਾਵੇ ਕੋ ਸੁਣੈ। ਇਹ ਭਾਈ ਕੋਈ ਹਰੀ ਪਰਮੇਸ਼ਰ ਦੇ ਨਾਮ ਨੂੰ ਚਿੱਤ ਲਾ ਕੇ ਕਹਿੰਦੇ ਕੋਈ ਗਾਵੇ, ਕੋਈ ਗਾਉਂਦਾ ਹੈ ਸ਼ਬਦਾਂ ਦੁਆਰਾ, ਕੋਈ ਸੁਣਦਾ ਹੈ ਭਾਵੇਂ। ਹਰ ਨਾਮਾ ਚਿਤ ਲਾਏ। ਭਾਵੇਂ ਹਰੀ ਪਰਮੇਸ਼ਰ ਦੇ ਨਾਮ ਤਾਈਂ ਚਿੱਤ ਲਾ ਕੇ ਕੋਈ ਗਾਉਂਦਾ ਹੈ, ਭਾਵੇਂ ਕੋਈ ਸੁਣਦਾ ਹੈ। ਨਾਮ ਜਿਹੜਾ ਉਹ ਸਾਰਿਆਂ ਦਾ ਭਲਾ ਕਰਦਾ ਹੈ। ਕਹੋ ਕਬੀਰ ਸੰਸਾ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਇਹ ਸੰਸਾ ਗਮ ਨਹੀਂ, ਸੰਸਾ ਹੀ ਨਹੀਂ, ਇਹਦੇ ਸ਼ੱਕ ਕੋਈ ਨਹੀਂ ਹੈ, ਭਰਮ ਨਹੀਂ ਹੈ ਕੋਈ ਵੀ। ਅੰਤ ਪਰਮਗਤ ਪਾਏ। ਅੰਤ ਨੂੰ ਪਾਈ ਪਰਮ ਗਤੀ ਪਾ ਲੈਂਦਾ ਹੈ। ਸੋ ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਕੋਈ ਗਾਵੇ ਕੋ ਸੁਣੈ। ਹਰ ਨਾਮ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ। ਅੰਤ ਪਰਮਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।